साथ संगत जी वाहिगुरू जी का खालसा वाहिगुरू जी की फतेह। ਗੁਰੂ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 18ਵੇਂ ਸੋਲਹੇ ਦੇ 8 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ। गणत गणै सो जलै संसारा, सहसा मूल ना चुकै विकारा। गुरमुख होवै सो गणत चुकाए, सच्चे सच समाइंदा। गणत गणै सो जलै संसारा, सहसा मूल ना चुकै विकारा। गुरमुख होवै सो गणत चुकाए, सच्चे सच समाइंदा। गणत गणे, गणत तो भाव गिणतियां, गणत गणे गणत गणे ਜਿਹੜਾ ਗਿਣਤੀਆਂ ਵਿੱਚ ਪਿਆ ਰਹਿੰਦਾ। ਕਿਹੜੀ ਕਿਹੜੀ ਗਿਣਤੀਆਂ ਵਿੱਚ ਅਸੀਂ ਪਏ ਰਹਿੰਦੇ ਆ। ਧਨ ਪਦਾਰਥਾਂ ਦੇ ਲਾਲਚ ਵਿੱਚ ਪਏ ਹੋਏ ਮਾਇਆ ਗਿਣਦੇ ਰਹਿੰਦੇ ਆ, ਧਨ ਦੌਲਤ ਗਿਣਦੇ ਰਹਿੰਦੇ ਆ, ਪ੍ਰਾਪਰਟੀਆਂ ਗਿਣਦੇ ਰਹਿੰਦੇ ਆ, ਆਪਣੇ ਹੋਰ ਤੇ ਹੋਰ ਮਿੱਤਰ ਪਰਿਵਾਰ ਗਿਣਦੇ ਰਹਿੰਦੇ ਆ, ਕਿੰਨੇ ਮੇਰੇ ਮਿੱਤਰ ਹਨ ਤੇ ਕਿੰਨੇ ਵੈਰੀ ਹਨ। ਗਿਣਤੀਆਂ ਵਿੱਚ ਪਏ ਰਹਿੰਦੇ ਆ। ਗਣਤ ਗਣੇ, ਇੱਥੇ ਤੱਕ ਕਿ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦੀ ਚੇਸ਼ਟਾ ਕਰਦੇ ਆ ਤੇ ਗੁਰਦੁਆਰੇ ਮੰਦਿਰ ਵੀ ਜਾਂਦੇ ਆ, ਗਿਣ ਗਿਣ ਕੇ ਜਾਂਦੇ ਆ। ਮੈਂ ਸਵੇਰੇ ਵੀ ਗਿਆ ਸੀ, ਸ਼ਾਮੀ ਵੀ ਗਿਆ ਸੀ, ਮੈਂ ਚੱਲਿਆ ਸੁਖਿਆ। ਇੱਥੇ ਤੱਕ ਪਾਠ ਵੀ ਕਰਦੇ ਆ ਗਿਣ ਗਿਣ ਕੇ। ਮੈਂ ਅੱਜ 5 ਪਾਠ ਕੀਤੇ ਜਪਜੀ ਸਾਹਿਬ ਦੇ। ਅੱਜ ਮੈਂ ਸੁਖਮਨੀ ਸਾਹਿਬ ਦੇ 5 ਪਾਠ ਕੀਤੇ। ਸੁਖਮਨੀ ਸਾਹਿਬ ਦੇ 5 ਪਾਠ ਕਰ ਲਏ, ਲੇਕਿਨ ਸੁਖਮਨੀ ਸਾਹਿਬ ਤੋਂ ਸਿੱਖਿਆ ਕੀ? ਸ਼ਾਇਦ ਇੰਨੀ ਤੇਜ਼ੀ ਨਾਲ, ਇੰਨੀ ਸਪੀਡ ਨਾਲ ਕੀਤੇ, ਸ਼ਾਇਦ ਇੱਕ ਅੱਖਰ ਵੀ ਪੱਲੇ ਨਹੀਂ ਪਿਆ। ਗੁਰੂ ਸਾਹਿਬ ਕਹਿ ਰਹੇ ਗਣਤ ਗਣੇ ਸੋ ਜਲੇ ਸੰਸਾਰਾ, ਸੰਸਾਰ ਵਿੱਚ ਸੜਦੇ ਰਹਿੰਦੇ। ਜਲੇ, ਜਲੇ ਤੋਂ ਕੀ ਭਾਵ ਹੈ? ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਹੇ ਹਨ। ਗਣਤ ਗਣੇ, ਧਰਮ ਦੀ ਮਾਰਗ ਤੇ ਟੁਰਦਿਆਂ ਵੀ ਗਿਣਤੀਆਂ ਦੇ ਪਾਠ ਕਰ ਰਹੇ ਹਨ, ਪਰ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਨਹੀਂ ਰਹੀ। ਤ੍ਰਿਸ਼ਨਾ ਉੱਥੇ ਦੀ ਉੱਥੇ ਪਈ ਹੈ। ਤ੍ਰਿਸ਼ਨਾ ਵਿਕਾਰ ਉੱਥੇ ਦੇ ਉੱਥੇ ਹਨ। ਗਿਣ ਗਿਣ ਕੇ ਭਾਵੇਂ ਗੁਰਦੁਆਰੇ ਜਾ ਰਹੇ ਹਨ, ਗਿਣ ਗਿਣ ਕੇ ਕਾਰ ਵਿਹਾਰ ਕਰ ਰਹੇ ਹਨ। ਗੁਰੂ ਸਾਹਿਬ ਕਹਿ ਰਹੇ ਹਨ ਤ੍ਰਿਸ਼ਨਾ ਇਸ ਤਰੀਕੇ ਨਾਲ ਨਹੀਂ ਬੁਝਣੀ। ਜਦੋਂ ਤੱਕ ਤੇਰੇ ਮਨ ਵਿੱਚ ਲਾਲਚ ਰਹੇਗਾ, ਜਦੋਂ ਤੱਕ ਤੇਰੇ ਮਨ ਵਿੱਚ ਭਰਮ ਰਹੇਗਾ, ਤ੍ਰਿਸ਼ਨਾ ਨਹੀਂ ਬੁਝੇਗੀ। ਔਰ ਜਦੋਂ ਤੱਕ ਤ੍ਰਿਸ਼ਨਾ ਅੰਦਰ ਹੈ, ਜਦੋਂ ਤੱਕ ਵਿਕਾਰ ਅੰਦਰ ਹਨ, ਤਦ ਤੱਕ ਤੂੰ ਦੁਖੀ ਰਹੇਗਾ, ਤਦ ਤੱਕ ਰੋਗ ਪਨਪਦੇ ਰਹਿਣਗੇ। ਗਣਤ ਗਣੇ ਸੋ ਜਲੇ ਸੰਸਾਰਾ, ਸਹਿਸਾ ਮੂਲ ਨਾ ਚੁਕੈ ਵਿਕਾਰਾ। ਅਗਲੀ ਪੰਕਤੀ ਚ ਬਿਲਕੁਲ ਕਲੀਅਰ ਕਹਿ ਰਹੇ, ਸਹਿਸਾ ਮੂਲ ਨਾ। ਮੂਲ ਤੋਂ ਭਾਵੇਂ ਰੱਤਾ ਮਾਤਰ ਵੀ ਨਹੀਂ, ਸਹਿਮ ਰੱਤਾ ਮਾਤਰ ਵੀ ਨਹੀਂ ਚੁਕੇ ਵਿਕਾਰਾ। ਵਿਕਾਰਾਂ ਦੇ ਅਰਥ ਵੈਸੇ ਵਿਕਾਰ ਵੀ ਹਨ, ਵਿਕਾਰਾਂ ਦੇ ਅਰਥ ਵਿਅਰਥ ਵੀ ਹਨ। ਵਿਅਰਥ ਸਹਿਮ ਜਿਹੜਾ ਮਨ ਵਿੱਚ ਆ ਕੇ ਬੈਠ ਗਿਆ, ਸਿਧਾਂਤਿਕ ਤੌਰ ਤੇ ਦੋਨੋਂ ਹੀ ਅਰਥ ਬਿਲਕੁਲ ਠੀਕ ਬਣ ਰਹੇ ਹਨ। ਵਿਅਰਥ ਸਹਿਮ ਜਿਹੜਾ ਮਨ ਵਿੱਚ ਆ ਕੇ ਟਿਕ ਗਿਆ, ਉਹ ਰੱਤਾ ਮਾਤਰ ਵੀ ਨਹੀਂ ਚੁਕੇ। ਐਨ ਤਰੀਕਿਆਂ ਦੇ ਨਾਲ ਰੱਤਾ ਮਾਤਰ, ਮੂਲ ਵੀ ਨਹੀਂ, ਭਾਵ ਰੱਤਾ ਵੀ ਨਹੀਂ, ਬਿਲਕੁਲ ਵੀ ਨਹੀਂ ਦੂਰ ਹੁੰਦਾ। ਅਗਰ ਵਿਕਾਰ ਕਰਕੇ ਵੀ ਲਈਏ, ਵਿਕਾਰ ਤੇ ਸਹਿਮ ਰੱਤਾ ਮਾਤਰ ਵੀ ਦੂਰ ਨਹੀਂ ਹੁੰਦੇ। ਗੁਰਮੁਖ ਹੋਵੇ ਸੋ ਗਣਤ ਚੁਕਾਏ। ਕਹਿੰਦੇ ਜਿਹੜਾ ਗੁਰਮੁਖ ਹੋਵੇ, ਗੁਰਮੁਖ ਤੋਂ ਕੀ ਭਾਵੇ? ਗੁਰੂ ਦੀ ਗੱਲ ਸੁਣਨ ਲੱਗ ਪਵੇ। ਸਿਰਫ ਰਟਨ ਤੱਕ ਨਹੀਂ ਹੈ, ਸਿਰਫ ਗਿਣ ਗਿਣ ਕੇ ਪਾਠ ਕਰਨ ਤੱਕ ਨਹੀਂ ਹੈ। ਭਾਵੇਂ ਦਿਨ ਵਿੱਚ 5 ਪੰਕਤੀਆਂ ਕੀਤੀਆਂ, ਸਮਝ ਕੇ ਕੀਤੀਆਂ, ਫਿਰ ਸਿਰਫ ਸਮਝਿਆ ਹੀ ਨਹੀਂ, ਸਿਰਫ ਯਾਦ ਹੀ ਨਹੀਂ ਕੀਤਾ, ਮੰਨਣ ਵਿੱਚ ਵੀ ਲਿਆ। ਗੁਰੂ ਸਾਹਿਬ ਅੱਜ ਤੁਸੀਂ ਇੱਕ ਸਿੱਖਿਆ ਮੈਨੂੰ ਨਵੀਂ ਝੋਲੀ ਚ ਪਾਈਏ, ਹੁਣ ਮੈਂ ਕੋਸ਼ਿਸ਼ ਕਰਾਂਗਾ ਇਹ ਸਿੱਖਿਆ ਭੁੱਲਾਂ ਨਾ। ਉਹ ਸਿੱਖਿਆ ਯਾਦ ਕਰਨਾ ਹੀ ਗਿਆਨ ਦੇ ਚਾਨਣ ਵਿੱਚ ਜੀਵਨ ਬਤੀਤ ਕਰਨਾ ਹੈ। ਅਸੀਂ ਰੋਜ਼ਾਨਾ ਘੰਟਾ 2 ਘੰਟੇ ਇਕੱਠੇ ਬੈਠ ਕੇ ਪਾਠ ਕਰਦੇ ਹਾਂ। ਅਸੀਂ ਕਹਿੰਦੇ ਹਾਂ ਅੱਜ ਨਵਾਂ ਸ਼ਬਦ ਸਿੱਖਿਆ ਹੈ, ਬਹੁਤ ਚੰਗੀ ਗੱਲ ਹੈ। ਨਵੇਂ ਤੋਂ ਨਵੇਂ ਰੋਜ਼ਾਨਾ ਅਸੀਂ ਸ਼ਬਦ ਸਿੱਖੀਏ, ਸਮਝੀਏ, ਬੁਝੀਏ, ਪਰ ਨਾਲ ਦੇ ਨਾਲ ਕੋਸ਼ਿਸ਼ ਕਰੀਏ ਜੋ ਸਿੱਖਿਆ ਮੰਨਣ ਵਿੱਚ ਵੀ ਲਿਆਈਏ। ਜਦੋਂ ਮੰਨਣ ਵਿੱਚ ਲਿਆਵਾਂਗੇ ਨਾ, ਗੁਰਮੁਖ ਹੋਵੇ ਸੋ ਗਣਤ ਚੁਕਾਏ, ਕਹਿੰਦੇ ਫਿਰ ਉਹ ਭਰਮ ਦੇ ਵਿੱਚੋਂ ਬਾਹਰ ਨਿਕਲ ਆਏਗਾ। ਫਿਰ ਉਹ ਗਿਣ ਗਿਣ ਕੇ ਮਾਇਆ ਦੇ ਲਾਲਚ ਵਿੱਚ ਗਿਣਤੀਆਂ ਵਿੱਚ ਨਹੀਂ ਪਿਆ ਰਹੇਗਾ।
आज मेरे को लाख है ते आज मैं करोड़ बना ला, आज करोड़ है ते 10 करोड़ कर दियां। उसी उसी दौड़ भज विच माया इस तरह प्रभाव पाती है कि धर्म दे मार्ग ते भी माया प्रभाव पा देंदी। धर्म दे राह दे उत्ते टुरदियां भी भरम ऐसा पै जांदा है कि मनुख उत्थे भी भरम विच पिया रहिंदा है। भरम नूं ही धर्म समझी जांदा है। धर्म भरम दे पिछे दौड़दा रहिंदा है अखां मीट के, पर उसी नूं धर्म समझ के दौड़दा रहिंदा है ते सच तो दूर हो जांदा है। गुरु साहब क्लियरली बिल्कुल समझाना कर रहे हैं, गुरमुख होवे सो गणत चुकाए, सच्चे सच समाइंदा। कहंदे सच्चे सच निरोल सच विच लीन हो जांदा है। ਜਦੋਂ ਤੱਕ ਮਨ ਵਿੱਚ ਲਾਲਚ ਵਿਕਾਰ ਇਤਿਆਦि ਹਨ, ਜਦ ਤੱਕ ਮਨ ਦੇ ਵਿੱਚ ਭਰਮ ਹੈ, ਭੁਲੇਖਾ ਹੈ, ਤਦ ਤੱਕ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋ ਪਾਉਂਦਾ। ਪਰਮਾਤਮਾ ਵਿੱਚ ਲੀਨ ਹੋਣ ਤੋਂ ਕੀ ਭਾਵ ਹੈ? ਗੁਣਾਂ ਦੇ ਵਿੱਚ ਲੀਨ ਹੋ ਜਾਣਾ। ਅਸੀਂ ਗੁਣ ਕਿਉਂ ਗਾਉਂਦੇ ਹਾਂ? ਗੁਣ ਕਹਿ ਗੁਣੀ ਸਮਾ ਬਣਿਆ, ਕਿ ਗੁਣ ਸਾਡੇ ਮਨ ਵਿੱਚ ਵਸ ਜਾਣ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਸਿੱਖਿਆ ਵੀ ਸੁਣ ਲਈਏ ਤੇ ਮਤ ਦੇ ਵਿੱਚ ਉਹ ਗੁਣ ਪ੍ਰਗਟ ਹੋ ਜਾਣਗੇ। ਇਸੇ ਲਈ ਗੁਣ ਗਾਉਣੇ ਹਨ ਕਿ ਗੁਣ ਸਾਡੇ ਹਿਰਦੇ ਵਿੱਚ ਵਸ ਜਾਣ, ਆਪ ਗੁਣ ਸਾਡੇ ਮਨ ਦੇ ਵਿੱਚੋਂ ਦੂਰ ਨਿਕਲ ਜਾਣ ਤੇ ਗੁਣਾਂ ਦੇ ਰਾਹੀਂ ਅਸੀਂ ਆਪਣਾ ਜੀਵਨ ਚੰਗੀ ਤਰੀਕੇ ਨਾਲ ਬਤੀਤ ਕਰ ਸਕੀਏ। ਇਸੇ ਲਈ ਗੁਣਾਂ ਦੇ ਨਾਲ ਜੁੜਨਾ ਹੈ। ਇਸੇ ਲਈ ਇਹੋ ਕਾਰਨ ਹੈ ਪਾਠ ਕਰਨ ਦਾ। ਜਦੋਂ ਤੱਕ ਮਨ ਵਿੱਚ ਇਹ ਗੱਲ ਦ੍ਰਿੜ ਕਰ ਲਈਏ ਕਿ ਅਸੀਂ ਪਾਠ ਕਰਨਾ ਕਿਉਂ ਹੈ। ਅਕਸਰ ਸਮਾਂ ਕਈ ਵਾਰ ਘੱਟ ਹੁੰਦਾ ਹੈ, ਅਸੀਂ ਕਹਿੰਦੇ ਨੇ ਅਸੀਂ ਨਿਤਨੇਮ ਕਰਨਾ, ਰੋਜ਼ਾਨਾ ਦੇ ਅਸੀਂ ਨਿਤਨੇਮ ਬਣਾਏ ਹਨ। ਕਦੋਂ ਨਿਤਨੇਮ ਆਰੰਭ ਕਰਦੇ ਹਾਂ? ਬੜੀ ਸਪੀਡ ਨਾਲ, 250 ਦੀ ਸਪੀਡ ਨਾਲ ਅਸੀਂ ਗੱਡੀ ਦੌੜਾਉਂਦੇ ਹਾਂ ਕਿ ਅਸੀਂ ਫਟਾਫਟ ਪਾਠ ਮੁੱਕ ਜਾਏ ਕਿ ਅਸੀਂ ਅਗਲੇ ਕੰਮ ਤੇ ਜਾਣਾ। ਅਸੀਂ ਸਮਝ ਕੇ ਕਰੀਏ, ਜਿੰਨਾ ਵੀ ਪਾਠ ਕਰੀਏ ਬੁੱਝ ਕੇ ਕਰੀਏ, ਸਿੱਖਿਆ ਲਈਏ, ਨਵੀਂ ਤੋਂ ਨਵੀਂ ਸਿੱਖਿਆ ਲਈਏ ਔਰ ਉਹਨੂੰ ਗ੍ਰਹਿਣ ਕਰੀਏ, ਉਹਨੂੰ ਹਿਰਦੇ ਵਿੱਚ ਵਸਾਈਏ ਤੇ ਉਸ ਚਾਨਣ ਵਿੱਚ ਜੀਵਨ ਬਤੀਤ ਕਰੀਏ ਕਿ ਜੀਵਨ ਪਰਤ ਜਾਏ। ਇਹ ਨਾ ਹੋਏ ਕਿ ਸੱਚ ਸੱਚ ਬੋਲਦੇ ਰਹੀਏ, ਜ਼ਬਾਨ ਤੇ ਕਈ ਕਹਿੰਦੇ ਰਹੀਏ ਕਿ ਸੱਚ ਬੋਲ ਔਰ ਜੀਵਨ ਵਿੱਚ ਸੱਚ ਰੱਤਾ ਮਾਤਰ ਵੀ ਨਾ ਹੋਏ। ਇਹ ਧਿਆਨ ਰੱਖੀਏ ਥੋੜਾ ਜਿਹਾ। ਗੁਰਬਾਣੀ ਪੜਨ ਦਾ ਭਾਵ ਇਹੀ ਹੋਵੇ ਕਿ ਗੁਰਬਾਣੀ ਪੜ੍ਹੀਏ ਵੀ ਤੇ ਜੀਵਨ ਵਿੱਚ ਵੀ ਪ੍ਰਗਟ ਹੋਏ। ਜੀ ਹਰਵਿੰਦਰ ਜੀ, ਅਸੀਂ ਇਹ ਸਮਝੋ ਅਸੀਂ ਪਰਸੂ ਵੀ ਜਿਹੜੀ ਲੜੀ ਗੁਰੂ ਸਾਹਿਬ ਪਰਸੂ ਤੋਂ ਨਾਲ ਲੈ ਕੇ ਚੱਲਦੇ ਪਏ ਨੇ, ਵੀ ਜਿਕਨ ਸਟਾਰਟ ਹੋਇਆ ਹੈ ਵੀ ਕਰਤਾ ਕਰੇ ਸੋ ਨਿਚ ਹੋਏ। ਜੇ ਰੱਬ ਕਰਨਾ ਚਾਹੇਗਾ ਨਾ ਵੀ ਉਹ ਹੋ ਕੇ ਰਹੇਗਾ, ਵੀ ਆਪ ਕਰੇ ਤੇ ਆਪ ਕਰਾਏ। ਕੱਲ ਵੀ ਸੀ ਇਹਦਾ ਵੀ ਗੁਰੂ ਜਿੱਥੇ ਗੁਰਮਤਿ ਸਾਨੂੰ ਅਵੇਸਲਾ ਨਹੀਂ ਬਣਾਉਂਦੀ, ਬਿਲਕੁਲ ਸਾਨੂੰ ਜਿਹੜਾ ਹੈ ਨਾ ਵੀ ਸਾਨੂੰ ਉਹ ਕਹਿੰਦੇ ਵੀ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਜਾਂ ਆਪਣੇ ਕਾਜ ਕੋ ਕਿਉਂ ਅਲਕਾਈਏ। ਲੇਕਿਨ ਗੁਰਮਤਿ ਦਾ ਜਿਹੜਾ ਸਿਧਾਂਤ ਹੈ ਨਾ, ਸਤਿਗੁਰੂ ਜੀ ਬਹੁਤ ਕਾਫੀ ਸਾਰੇ ਐਗਜ਼ਾਮਪਲ ਗਣਤ ਦੇ ਹੈ। ਸਾਡਾ ਜੀਵਨ ਉਹੀ ਹੋਇਆ, ਸਾਡੇ ਜੀਵਨ ਵਿੱਚ ਹਰ ਚੀਜ਼ ਜਿਹੜੀ ਹੈ ਨਾ ਉਹ ਗਿਣਤੀ ਮਿੰਤੀ ਅੰਦਰ ਹੀ ਆਈ ਹੋਈ ਹੈ। ਚਿੰਤਾ ਫਿਕਰ, ਲਾਸਟ ਟਾਈਮ ਜਿਹੜਾ ਭੋਜੀ ਦਾ ਵੀ ਸੈਸ਼ਨ ਸੀ, ਇਹ ਸਟ੍ਰੈਸ ਕੀ ਹੈ? ਮੈਂ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਔਰ ਮੈਨੂੰ ਇਹ ਬੋਲੇਗਾ, ਮੈਂ ਇਹਨੂੰ ਇਹ ਕਹਿ ਦਾਂਗਾ, ਮੈਂ ਇਹਨੂੰ ਇਹ ਕਰ ਦਾਂਗਾ। ਸਾਰਾ when the brain is overworked, ਇਹਨੂੰ ਸਟ੍ਰੈਸ ਕਹਿੰਦੇ ਪਏ ਨੇ। ਉਦੋਂ ਦਿਮਾਗ ਚੋਂ ਉਹ ਗੱਲ ਨਿਕਲਦੀ ਹੀ ਨਹੀਂ ਪਈ। ਗੱਲ ਚੋਂ ਉਹ ਦਿਮਾਗ ਜਿਹੜੀ ਹੈ ਨਾ ਇੱਕ ਘਰ ਅਸੀਂ ਉਹਨੂੰ ਕੈਲਕੂਲੇਸ਼ਨ, ਅੱਛਾ ਪਾਠ ਪੂਜਾ ਕਰਨੀ ਤਾਂ ਵੀ ਗਿਣਤੀ ਮਿੰਤੀ ਦੀ ਵੀ ਉਹ ਕਹਿੰਦੇ ਗੁਰੂ ਕਹਿੰਦੇ ਨੇ ਹਉਮੈ ਸਭਾ ਗਣਤ ਹੈ, ਗਣਤੇ ਨੂੰ ਸੁਖ ਨਹੀਂ। ਜਿਹੜਾ ਸਾਰਾ ਜੋ ਇਹ ਕਰ ਦੇਵਾਂਗਾ ਉਹ ਕਹਿੰਦੇ ਵੀ ਉਹ ਬੜਾ ਅੱਛਾ। ਫਿਰ ਉਹ ਜਿਹੜਾ ਗਿਣਤੀ ਮਿੰਤੀ ਕਰਨ ਵਾਲੇ ਜਿਹੜੇ ਜੋਤਿਸ਼ਾਂ ਕੋਲ ਚਲੇ ਜਾਣਾ ਵੀ ਗਣ ਜੋਤਕ ਕਾਂਡੀ ਕੀਨੀ ਪੜੇ ਸੁਣਾਵੇ ਤਾਤ ਨਾ ਚੀਨੀ। ਸਭਸੇ ਉੱਪਰ ਗੁਰ ਸ਼ਬਦ ਵਿਚਾਰ, ਗਣਤੀ ਗਣੀ ਨਾ ਕਾਹੂ ਛੂਟੈ, ਕਾਚੀ ਗਾਗਰ ਸਰ ਪਰ ਫੂਟੈ। ਇਹ ਗਿਣਤੀ ਦੇ ਪਾਠ ਕਹਿ ਲੋ, ਜ਼ਿੰਦਗੀ ਵਿੱਚ ਇਹ ਗਿਣਤੀਆਂ ਮਿੰਤੀਆਂ ਕਰਦੇ ਰਹਿਣਾ ਕਿ ਵੀ ਇਹ ਅਗਰ ਜਿਹੜਾ ਗੁਰਮਤਿ ਦਾ ਸਿਧਾਂਤ ਹੈ, ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਦਮ ਜ਼ਰੂਰ ਕਰਨਾ ਹੈ। ਉਦਮ ਕਹਿੰਦੇ ਕਰਮ ਕਰਤ ਹੋਵੇ ਨਹਿ ਕਰਮ, ਕਰਮ ਦੀ ਪਕੜ ਉਹ ਫਿਰ ਮੈਨੂੰ ਕੀ ਮਿਲੇਗਾ ਕਿ ਉਹਦਾ ਸਟ੍ਰੈਸ ਜਿਹੜਾ ਹੈ ਨਾ ਜੋ ਸਾਡੀ ਜ਼ਿੰਦਗੀ ਤੇ ਉਹਦੇ ਬਹੁਤ ਭਾਰੀ ਪੈਂਦਾ ਪਿਆ। ਕਾਂਸਟੈਂਟ ਸਾਡਾ ਆਵਰ ਬ੍ਰੇਨ ਇਜ਼ ਕਾਂਸਟੈਂਟਲੀ ਕੈਲਕੂਲੇਟਿੰਗ। ਉਹ ਦਿਸ ਇਜ਼ ਸਟ੍ਰੈਸ। ਜਦੋਂ ਕੋਈ ਕਿਸੇ ਨਾਲ ਹੋ ਜਾਵੇ, ਕੁਝ ਹੀ ਹੋ ਗਿਆ, ਫਿਰ ਉਹ ਇਹ ਇਤਨਾ ਮਿਲ ਜਾਏਗਾ, ਇਤਨਾ ਦੇਣਾ ਉਹਨੂੰ। ਸਾਡਾ ਬ੍ਰੇਨ ਗੁਰੂ ਕਹਿੰਦਾ ਨਹੀਂ ਉਸ ਪੱਖੋਂ ਤੋਂ ਬੇਫਿਕਰ ਹੋ ਜਾਏਗਾ। ਕਹਿੰਦੇ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਚਕ ਆਗੇ ਕਰਤਾ ਰਿਹਾ। ਮਾਲਕ ਨੇ ਤੇਰੇ ਵਾਸਤੇ ਤੈਨੂੰ ਪ੍ਰੋਵਾਈਡ ਕਰਨਾ ਹੀ ਕਰਨਾ ਹੈ। ਤੂੰ ਇਹਨਾਂ ਗਿਣਤੀਆਂ ਮਿੱਤੀਆਂ ਵਿੱਚ ਕਿਤੇ ਬੈਠਿਆ? ਤੂੰ ਪਾਠ ਕਰਨਾ ਤਾਂ ਵੀ ਗਿਣਤੀ, ਸਦੀ ਸਾਰੀ ਲਿਸਟ ਜਿਹੜੀ ਸੁਣਾਈ ਸਾਨੂੰ, ਹਰ ਚੀਜ਼ ਨਾਲ ਸਾਡੀ ਗਿਣਤੀ ਮਿੰਤੀ ਦੀ ਹੋਈ ਹੋਈ ਹੈ। ਉਹ ਕਹਿੰਦੇ ਵੀ ਉਹ ਕਹਿੰਦਾ ਇਹਦੇ ਨਾਲ ਕਹਿੰਦਾ ਸਹਿਸਾ ਮੂਲ ਨਾ ਚੁੱਕੇ ਵਿਕਾਰ। ਇਹ ਕੀਤਿਆਂ ਤੇਰੇ ਅੰਦਰ ਸਹਿਮ ਡਰ ਫਿਕਰ ਜਿਹੜਾ ਹੈ ਨਾ ਇਹ ਵਿਅਰਥ ਦੀ ਕਾਰ ਹੈ।
ਇਹਦੇ ਨਾਲ ਤੇਰੇ ਅੰਦਰੋਂ ਜਿਹੜਾ ਨਾ ਵੀ ਉਹ ਉਲਟਾ ਹੋਏਗਾ ਕਿ ਇਹਨਾਂ ਚਿੰਤਾ ਫਿਕਰ ਮਿਲਣਾ ਤੇ ਕੁਝ ਨਹੀਂ, ਲੇਕਿਨ ਹੋਏਗਾ ਕਿ ਕਹਿੰਦਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਜੇ ਤੇਰੇ ਚਿੰਤਾ ਕਿਤਿਆਂ ਕੁਝ ਮਿਲਦਾ ਹੋਵੇ ਲੇਕਿਨ ਇਹ ਵਿਕਾਰ ਹੈ, ਵੇਕਾਰ, ਬਿਨਾਂ ਮਤਲਬ ਦੀ ਕਾਰ ਹੈ, ਚਿੰਤਾ ਕਿਤਿਆਂ ਕੁਝ ਸਵਰਨ ਵਾਲਾ ਨਹੀਂ ਹੈ। ਤੇ ਗੁਰੂ ਤਾਂ ਕਹਿੰਦਾ ਵੀ ਕਿ ਕਿਉਂ ਚਿੰਤਾ, ਨਾਨਕ ਚਿੰਤਾ ਮਤ ਕਰੋ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ, ਕਹੇ ਧੰਨਾ ਪੂਰਨਤਾ ਹੂੰ ਕੋ ਮਤ ਰੇ ਚੀ ਡਰਾਹੀ। ਵੀ ਗੁਰੂ ਸਾਨੂੰ ਐਗਜ਼ਾਮਪਲ, ਅਸੀਂ ਕੱਲ ਵੀ ਗੱਲ ਕਰਦੇ ਕਿ ਗੁਰੂ ਐਗਜ਼ਾਮਪਲ ਸਾਰੇ ਦ੍ਰਿਸ਼ਟਮਾਨ ਦੇ ਸਕਦਾ ਹੈ। ਗੱਲ ਅੰਦਰ ਕੋਈ ਸ਼ੱਕ ਨਹੀਂ ਕਿ ਗੁਰੂ ਜਿਤਨੀ ਗੱਲ ਜੋ ਗੁਰ ਦਿਆ ਸੋ ਮਨ ਕੇ ਕਾਮ, ਸਮਝਾਉਂਦਾ ਗੁਰੂ ਮਨ ਨੂੰ ਹੀ ਹੈ, ਲੇਕਿਨ ਐਗਜ਼ਾਮਪਲ ਕਿਹਦੀਆਂ ਦੇਗਾ? ਦ੍ਰਿਸ਼ਟਮਾਨ ਦੀ ਐਗਜ਼ਾਮਪਲ ਦੇਗਾ। ਦ੍ਰਿਸ਼ਟਮਾਨ ਦੀ ਐਗਜ਼ਾਮਪਲ ਤੋਂ ਬਾਹਰ ਐਗਜ਼ਾਮਪਲ ਹੋ ਹੀ ਨਹੀਂ ਸਕਦੀ। ਜੋ ਚੀਜ਼ ਬੰਦੇ ਨੇ ਕਦੀ ਤੱਕੀ ਨਹੀਂ, ਦੇਖੀ ਨਹੀਂ, ਉਹਦੀ ਸੁਰਤ ਵਿੱਚ ਆ ਕਿਵੇਂ ਸਕਦੀ ਹੈ? ਐਗਜ਼ਾਮਪਲ ਸਾਰੇ ਜਿਹੜੇ ਨੇ ਨਾ ਉਹ ਦ੍ਰਿਸ਼ਟਮਾਨ ਦੇ ਹੀ ਹੋਣਗੇ। ਗੁਰੂ ਸਾਰੇ ਐਗਜ਼ਾਮਪਲਸ ਬਾਹਰ ਦੇ ਕੇ ਵੀ ਉਹ ਸੈਲ ਪੱਥਰ ਮੈਂ ਜਾਂ ਵੀ ਉਹ ਉੜੇ ਉਡਾਵੇ ਸਹਿ ਕੋ ਸਾਥ ਪਾਛੇ ਪਛੜੇ ਛੜਿਆ, ਐਗਜ਼ਾਮਪਲ ਸਾਰੇ ਸਾਨੂੰ ਗੁਰੂ ਦ੍ਰਿਸ਼ਟਮਾਨ ਦੇ ਦਿੰਦਾ ਪਿਆ, ਫਿਰ ਆਪਣੇ ਮਨ ਨੂੰ ਸਮਝਾਉਂਦਾ ਪਿਆ ਕਿਉਂ ਕਾਹੇ ਰੇ ਮਨ ਚਿਤਵੈ ਉਦਮ। ਇੱਕ ਪਾਸੇ ਗੁਰੂ ਕਹਿੰਦਾ ਉਦਮ ਕਰੋ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚ। ਗੁਰਮਤ ਅਸੀਂ ਦੇਖਾਂਗੇ ਆਮ ਤੌਰ ਤੇ ਨਾ ਇਟ ਇਜ਼ ਅ ਵੈਰੀ ਬੈਲੈਂਸਡ ਵੇ ਆਫ ਲਾਈਫ। ਵੀ ਉਹ ਪਰਤਰਿਆ ਰੂਪ ਨਾਲ ਪੇਖੇ ਨੇ ਤਾਂ ਮਾੜਾ ਹੈ, ਲੇਕਿਨ ਗ੍ਰਸਤ ਜੀਵਨ ਨੂੰ ਗੁਰੂ ਅੱਛਾ ਕਹਿੰਦਾ ਪਿਆ। ਵੀ ਉਹ ਜਿੱਥੇ ਲਾਲਚ ਨੂੰ ਗੁਰੂ ਮਾੜਾ ਕਹਿੰਦਾ ਪਿਆ, ਲੇਕਿਨ ਕਾਰੋਬਾਰ ਨੂੰ ਗੁਰੂ ਮਨਾ ਨਹੀਂ ਕਰਦਾ ਪਿਆ। ਉਹ ਕਹਿੰਦੇ ਘਾਲ ਖਾਏ ਕੁਛ ਹੱਥੋਂ ਦੇ। ਵੀ ਗੁਰਮਤ ਦਾ ਜਿਹੜਾ ਰਸਤਾ ਹੈ ਨਾ ਉਹ ਬਿਲਕੁਲ ਅੱਛਾ। ਉਹ ਜੇ ਚੁੱਪ ਰਹਿਣਾ ਹੈ, ਉਹ ਕਹਿੰਦਾ ਬੋਲੇ ਨਾਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਏ ਜੂਨੀ। ਲੇਕਿਨ ਉਹ ਜਿਹੜਾ ਬਹੁਤਾ ਬੋਲਣਾ ਹੈ ਉਹਨੂੰ ਗੁਰੂ ਉਹਦੇ ਵੀ ਅਗੇਂਸਟ ਕਹਿੰਦਾ ਹੈ ਵੀ ਭਗਤਾਂ ਕੀ ਚਾਲ ਨਿਰਾਲੀ ਹੁੰਦਾ, ਕਹਿੰਦੇ ਨੇ ਬਹੁਤ ਨਾ ਹੀ ਬੋਲਣਾ। ਗੁਰਮਤ ਇਜ਼ ਵੈਰੀ ਵੈਲ, ਬਹੁਤ ਅੱਛਾ ਇੱਕ ਬੈਲੈਂਸਡ ਵੇ ਆਫ ਲਾਈਫ ਹੈ। ਕਹਿੰਦੇ ਪਰਵਿਰਤ ਨਿਰਵਿਰਤ ਹੱਟਾਂ ਦੋਏ, ਵਿੱਚ ਧਰਮ ਫਿਰੇ ਰਹਿ ਬਾਰਿਆ। ਇਹ ਦੋ ਹੱਟੀਆਂ ਨੇ, ਪਰਵਿਰਤ ਜੀਵਨ ਇੰਡਲਜੈਂਟ ਲਾਈਫ, ਐਸ਼ ਮਸਤੀ ਮੌਜ ਕੋਈ ਚਿੰਤਾ ਫਿਕਰ ਨਹੀਂ। ਇੱਕ ਹੈ ਉਹ ਨਿਰਵਿਰਤ, ਸਭ ਕੁਝ ਛੱਡ ਦੇਣਾ, ਜੰਗਲਾਂ ਚਲੇ ਗਏ। ਦੋਨੋਂ ਐਂਡਸ ਨੇ। ਗੁਰੂ ਕਹਿੰਦਾ ਪਿਆ ਨਹੀਂ, ਸਹੀ ਜੀਵਨ ਕਿੱਥੇ ਵਿਸ਼ਕਾਰ ਹੈ। ਇਹ ਪਰਵਿਰਤ ਨਿਰਵਿਰਤ ਹੱਟਾਂ ਦੋਏ, ਕਹਿੰਦਾ ਸਹੀ ਜੀਵਨ ਕਹਿੰਦਾ ਵਿੱਚ ਧਰਮ ਫਿਰੇ। ਦੋਨੋਂ ਦੇ ਵਿਸ਼ਕਾਰ ਇੱਕ ਸੱਚਾ ਸੁੱਚਾ ਜੀਵਨ ਜਿਹੜਾ ਹੈ ਨਾ ਬੋਲਣਾ ਛੱਡ ਦੇ, ਲੇਕਿਨ ਫਜ਼ੂਲ ਦਾ ਬੋਲਣਾ ਛੱਡ ਦੇ। ਵੀ ਤੂੰ ਅੱਛੇ ਵੀ ਇਹਨਾਂ ਹੱਥਾਂ ਦੇ ਨਾਲ ਹੀ ਅੱਛੇ ਕੰਮ ਵੀ ਕਰਨੇ, ਮਾੜੇ ਕਿਤੇ ਜਾ ਸਕਦੇ ਨੇ। ਤੇ ਗੁਰਮਤ ਤਿਆਗ ਨਹੀਂ ਕਹਿੰਦੀ। ਗੁਰਮਤ ਇਹ ਨਹੀਂ ਕਹਿੰਦੀ ਕਿ ਇਹਨੂੰ ਛੱਡ ਦੋ। ਗੁਰੂ ਕਹਿੰਦਾ ਬਸ ਇਹਨੂੰ ਸੰਜਮ ਵਿੱਚ, ਕਹਿੰਦਾ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੋਂ ਫਿਰ ਦੁੱਖ ਨਾ ਕੀਆ। ਗੁਰੂ ਨੇ ਤੈਨੂੰ ਵੀ ਉਹ ਗੁਰੂ ਨੇ ਕਹਿੰਦਾ ਇਹ ਨਾ ਕਰ। ਗੁਰੂ ਕਹਿੰਦਾ ਸੰਜਮ ਵਿੱਚ ਆ, ਆਪਣੇ ਮਨ ਨੂੰ ਜਿਹੜਾ ਨਾ ਉਹ ਇੱਕ ਬੰਧਨ ਬੰਨ ਲੈ, ਉਹ ਇੱਕ ਕਿਸੇ ਮਰਿਆਦਾ ਵਿੱਚ ਆ ਜਾ। ਕਹਿੰਦਾ ਅਦਰਵਾਈਜ਼ ਕਹਿੰਦਾ ਵੀ ਇਹ ਗਣਤੀ ਮਿਣਤੀ ਦੇ ਨਾਲ ਕਹਿੰਦਾ ਸਹਿਸਾ ਮੂਲ ਨਾ ਚੁੱਕੇ ਵਿਕਾਰਾ। ਇਸ ਵਿਅਰਥ ਦੀ ਕਾਰ ਦੇ ਨਾਲ ਤੇਰੇ ਜ਼ਿੰਦਗੀ ਵਿੱਚੋਂ ਸਹਿਮ ਜਿਹੜਾ ਹੈ ਨਾ ਉਹ ਜਾ ਨਹੀਂ ਸਕਦਾ। ਕਹਿੰਦਾ ਗੁਰਮੁਖ ਹੋਵੇ ਸੋ ਗਣਤ ਚੁਕਾਵੇ। ਜਿਹੜਾ ਬੰਦਾ ਗੁਰੂ ਦਾ ਅਨੁਸਾਰੀ ਹੋ ਜਾਵੇ, ਗੁਰੂ ਕੋਲ ਮਤ ਲੈਣਾ ਸ਼ੁਰੂ ਕਰ ਦੇਵੇ ਨਾ, ਉਹ ਫਿਰ ਇਹ ਜ਼ਿੰਦਗੀ ਦੀਆਂ ਦੇਖੋ ਨਾ, ਕਈ ਬੰਦੇ ਹੁੰਦੇ ਨੇ ਵੀ ਕਈ ਬੰਦੇ ਦੇਖੋ ਰਾਤ ਨੂੰ 11 ਵਜੇ ਦੁਕਾਨ ਤੇ ਬੈਠ ਕੇ ਉਹ ਲੱਗੇ ਰਹਿੰਦੇ ਨੇ ਕਾਰੋਬਾਰ ਵਾਸਤੇ। ਵੀ ਉਹ ਸਵੇਰੇ ਵੀ ਉਹ 8 ਵਜੇ ਵੀ ਉਹ ਕਾਲ ਅਟੈਂਡ ਕਰਨਗੇ, ਰਾਤ ਨੂੰ 11 ਵਜੇ ਤੱਕ। ਅੱਛੀ ਕਾਰੋਬਾਰ ਕਰਨਾ ਮਾੜਾ ਥੋੜੀ ਨਾ, ਲੇਕਿਨ ਇਤਨਾ ਇੰਡਲਜ ਹੋ ਜਾਣਾ ਉਹਦੇ ਅੰਦਰ। ਦੋਨੋਂ ਤੇਰੀ ਜ਼ਿੰਦਗੀ ਨੂੰ, ਆਪਣੇ ਬੱਚਿਆਂ ਨੂੰ ਸਮਾਂ ਦੇ, ਆਪਣੇ ਘਰ ਪਰਿਵਾਰ ਨੂੰ ਸਮਾਂ ਦੇ, ਆਪਣੀ ਸਪਿਰਿਚੁਅਲ ਲਾਈਫ ਨੂੰ ਸਮਾਂ ਦੇ। ਕਾਰੋਬਾਰ ਤੇ ਕਰਨਾ ਹੀ ਕਰਨਾ। ਗੁਰੂ ਕਿਤੇ ਨਹੀਂ ਕਹਿ ਰਿਹਾ ਕਿ ਸਭ ਕੁਝ ਛੱਡ ਕੇ ਚਲੇ ਜਾ, ਲੇਕਿਨ ਇੱਕ ਬੈਲੈਂਸ ਜੋ ਸਾਡੇ ਲਾਈਫ ਦਾ ਵਿਗੜ ਗਿਆ ਨਾ, ਕਹਿੰਦਾ ਗੁਰਮੁਖ ਹੋਵੇ ਸੋ ਗਣਤ ਚੁਕਾਵੇ। ਉਹ ਆਪਣੀ ਜ਼ਿੰਦਗੀ ਵਿੱਚੋਂ ਜਿਹੜੀ ਉਹ ਇਹਨਾਂ ਵੀ ਉਹ ਇੱਕ ਰਸਤੇ ਵਿਰਜੀ ਕਹਿ ਰਹੇ ਗਿਣਤੀ ਮਿੰਤੀ ਦੇ ਪਾਠ ਵੀ ਗੁਰੂ ਕਹਿੰਦਾ ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਤੇਰਾ ਕਾਰਜ ਸਵਰ ਸਕਦਾ ਹੈ ਖੁਸ਼ੀ ਦੇ ਨਾਲ। ਅਸੀਂ ਬਣਾ ਲਿੱਤਾ ਕਿ ਨਹੀਂ ਜੀ ਇਤਨਾ ਇਹ ਕਰਨਾ ਹੀ ਹੈ, ਵੀ ਉਹ ਇਤਨੇ ਟਾਈਮ ਵਿੱਚ ਕਰਨਾ ਹੈ, ਰੋਜ਼ ਇਤਨਾ ਕੁਝ ਕਰਨਾ ਹੈ। ਵੀ ਗੁਰੂ ਕਹਿੰਦਾ ਵੀ ਤੂੰ ਚਿੰਤਾ, ਕਹਿੰਦਾ ਹਰ ਬਿਨ ਕੋਈ ਮਾਰ ਜਵਾਲ ਨਾ ਸਾਕੇ, ਤਾਂ ਮੇਰੇ ਮਨ ਕਾਇਦ ਕੜਈਏ। ਕੋਈ ਤੇਰਾ ਕੁਝ ਵਿਗਾੜ ਜਿਹੜਾ ਹੈ ਉਹ ਨਹੀਂ ਸਕਦਾ। ਕਹਿੰਦਾ ਗੁਰਮੁਖ ਹੋਵੇ ਸੋ ਗਣਤ ਚੁਕਾਵੇ, ਸੱਚੇ ਸੱਚ ਸਮਾਇੰਦਾ। ਉਹ ਨਿਰੋਲ ਉਸ ਪਰਮਾਤਮਾ ਦੇ ਆਸਰੇ ਜਿਹੜਾ ਨਾ ਉਹਦਾ ਆਸਰਾ ਪੂਰਨਾ ਤੱਕ ਉਹਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਹਾਂਜੀ ਜੀ ਬੜੀ ਸੋਹਣੀ ਐਗਜ਼ਾਮਪਲ ਦੇ ਕੇ ਆਪ ਜੀ ਗੁਰਬਾਣੀ ਦੇ ਆਧਾਰ ਤੇ ਵਿਚਾਰ ਦਿੰਦੇ ਹੋ। ਧੰਨਵਾਦ ਆਪ ਜੀ ਦਾ। ਬਿਲਕੁਲ ਠੀਕ ਗੱਲ ਆਪ ਕਹਿ ਰਹੇ ਹੋ ਕਿ 11 ਵਜੇ ਤੱਕ ਵੀ ਅਗਰ ਅਸੀਂ ਕਈ ਵਾਰੀ ਬਿਜ਼ਨਸ ਦੀ ਕੈਲਕੂਲੇਸ਼ਨ ਵਿੱਚ ਮਨੁੱਖ ਜੁੜਿਆ ਰਹਿੰਦਾ ਹੈ
ਤੇ ਸੁਪਨੇ ਵਿੱਚ ਵੀ ਉਹੀਓ ਕੈਲਕੂਲੇਸ਼ਨ ਚੱਲਦੀਆਂ ਰਹਿੰਦੀਆਂ। ਜਿਹੜੇ ਗੱਲ ਸਾਰਾ ਦਿਨ ਅਸੀਂ ਕਰਦੇ ਹਾਂ ਤੇ ਸੁਪਨੇ ਵਿੱਚ ਵੀ ਫਿਰ ਉਹੀਓ ਸਭ ਜਿਹੜਾ ਅੰਧੇਰਾ ਜਿਹੜਾ ਸਾਰਾ ਦਿਨ ਛਾਇਆ ਰਹਿੰਦਾ ਤੇ ਸੁਪਨੇ ਵਿੱਚ ਵੀ ਉਹੀਓ ਅੰਧੇਰੇ ਦੇ ਸੁਪਨੇ ਆਉਂਦੇ ਰਹਿੰਦੇ ਨੇ। ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਸੁਪਨੇ ਵਿੱਚ ਵੀ ਫਿਰ ਸੁੱਖ ਨੂੰ ਪ੍ਰਾਪਤ ਨਹੀਂ ਹੁੰਦਾ। ਕਿਸੇ ਦਾ ਵੀ ਜੀ ਸਵਾਲ ਆਇਆ ਕਿ ਸਮਾਇੰਦਾ ਤੇ ਪਾਇੰਦਾ ਕਿਸ ਕਲ ਦੀ ਕਿਰਿਆ ਹੈ। ਵੀ ਜੀ ਸਵਾਲ ਪੂਰੀ ਤਰ੍ਹਾਂ ਤੋਂ ਕਲੀਅਰ ਨਹੀਂ ਹੈ ਆਪ ਜੀ ਦਾ, ਪਰ ਜਿਸ ਮੁਤਾबिक ਆਪ ਜੀ ਪੁੱਛ ਰਹੇ ਹੋ ਉਸ ਮੁਤਾबिक ਪ੍ਰੈਜ਼ੈਂਟ ਟੈਂਸ ਜਾਂ ਜਦੋਂ ਵੀ ਮਨ ਉੱਤੇ ਜੁੜ ਜਾਏ, ਸਮਾ ਜਾਂਦਾ ਹੈ, ਪਾ ਲੈਂਦਾ ਹੈ, ਜਦੋਂ ਵੀ ਜੁੜ ਜਾਏ ਤੇ ਪ੍ਰੈਜ਼ੈਂਟ ਟੈਂਸ ਵਿੱਚ ਲੈਣਾ ਜ਼ਿਆਦਾ ਬਿਹਤਰ रहेगा। ਮੈਨੂੰ ਸਵਾਲ ਪੂਰੀ ਤਰ੍ਹਾਂ ਕੱਲ ਵੀ ਆਪ ਜੀ ਨੇ ਪਾਇਆ ਸੀ, ਇਸ ਲਈ ਜਵਾਬ ਨਹੀਂ ਦੇ ਪਾਇਆ ਸੀ ਪੂਰੀ ਤਰ੍ਹਾਂ ਤੋਂ ਕਲੀਅਰ ਨਹੀਂ ਜੀ ਭੂਆ ਜੀ। ਹਾਂਜੀ, ਗਣਤ ਗਣੇ ਸੋ ਜਲੇ ਸੰਸਾਰਾ, ਸਹਿਸਾ ਮੂਲ ਨਾ ਚੁੱਕੇ ਵਿਕਾਰਾ। ਗਣਤ ਗਣੇ, ਗਣਤ is ਮਾਇਆ, ਚਿੰਤਾ, ਫਿਕਰ, ਵਾਈਸਸ। ਗਣੇ is attached। ਅਸੀਂ ਹਮੇਸ਼ਾ ਇਸ ਦੇ ਨਾਲ ਹੀ ਸਾਡਾ ਮਨ ਜੁੜਿਆ ਹੁੰਦਾ ਹੈ। ਇਸ ਕਰਕੇ ਸਾਡਾ ਜਿਹੜਾ ਮਨ ਹੈਗਾ ਉਹ 24 ਘੰਟੇ ਸੜ ਰਿਹਾ ਹੈ। ਮਨ ਵੀ ਸੜਦਾ ਹੈ ਤੇ ਨਾਲ ਉਹਦੀ ਪੂਰੀ ਸ੍ਰਿਸ਼ਟੀ, ਉਹਦੀ ਪੂਰੀ ਕਾਇਆ ਵੀ ਸੜਦੀ ਹੈ। ਹੁਣ what do you mean by ਜਲ? ਕਿ ਜਲੇ ਸੜਦਾ ਹੈ ਮੀਨਸ ਰੋਗ। ਪੂਰੀ ਉਹਦੀ ਸ੍ਰਿਸ਼ਟੀ, ਉਹਦਾ ਮਨ, ਉਹਦੇ ਰੋਗਾਂ ਕਰਕੇ ਉਹ ਸੜਦਾ ਹੈ, ਕਿਉਂਕਿ ਉਹਦਾ ਮਨ ਉਸ ਮਾਇਆ ਦੇ ਨਾਲ, ਚਿੰਤਾ ਦੇ ਨਾਲ 24 ਆਵਰਸ ਅਟੈਚਡ ਹੈ। ਸਹਿਸਾ ਮੂਲ ਨਾ ਚੁੱਕੇ ਵਿਕਾਰਾ। ਹੁਣ ਅਗਰ ਅਸੀਂ ਦੇਖੀਏ ਕਿ ਮੂਲ ਨਾ ਚੁੱਕੇ, ਮੂਲ ਦਾ ਅਰਥ ਹੈ ਜੜ ਤੋਂ, ਚੁੱਕੇ ਦਾ ਅਰਥ ਹੈ ਕਿ ਦੂਰ ਹੋਵੇ। ਕਿਸ ਨੇ ਦੂਰ ਹੋਣਾ ਹੈ? ਕਿਸ ਨੂੰ ਅਸੀਂ ਜੜ ਤੋਂ ਦੂਰ ਕਰਨਾ ਹੈ? ਹੁਣ ਰਹਿ ਗਿਆ ਸਹਿਸਾ ਤੇ ਵਿਕਾਰ, ਇਹ ਦੋ ਵਰਡਸ ਹੈਗੇ। ਹੁਣ ਅਗਰ ਅਸੀਂ ਸਹਿਸਾ ਨੂੰ ਲੈਂਦੇ ਹਾਂ ਕਿ ਚਿੰਤਾ, ਛੇਤੀ ਨਾਲ, ਅਸੀਂ ਕਹਿੰਦੇ ਹਾਂ ਸਹਿਸਾ ਇਸ ਛੇਤੀ ਨਾਲ, ਤੇ ਵਿਕਾਰਾਂ ਨੂੰ ਲੈਂਦੇ ਹਾਂ ਐਜ਼ ਦ ਵਾਈਸਸ, ਅਵਗੁਣਾ ਦਾ, ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਛੇਤੀ ਨਾਲ ਅਸੀਂ ਇਹਨਾਂ ਵਿਕਾਰਾਂ ਨੂੰ ਦੂਰ ਨਹੀਂ ਜੜ ਤੋਂ ਕੱਢ ਸਕਦੇ। ਅਗਰ ਅਸੀਂ ਲੈਂਦੇ ਹਾਂ ਕਿ ਸਹਿਸਾ ਦਾ ਅਰਥ ਹੈਗਾ ਕਿ ਮਾਇਆ, ਚਿੰਤਾ, ਫਿਕਰ, ਔਰ ਵਿਕਾਰਾਂ ਨੂੰ ਲੈਂਦੇ ਹਾਂ ਯੂਸਲੈਸ, ਬੇਕਾਰ, ਤੇ ਫਿਰ ਅਸੀਂ ਕਹਿੰਦੇ ਇਹ ਬੇਕਾਰ ਹੈ, ਕਿਉਂਕਿ ਸਾਡਾ ਮਨ ਇਤਨਾ ਗਲਤਾਨ ਹੈ ਕਿ ਅਸੀਂ ਇਹਨਾਂ ਨੂੰ, ਮਾਇਆ ਨੂੰ, ਚਿੰਤਾ ਨੂੰ ਅਸੀਂ ਮੁੱਢ ਤੋਂ, ਜੜ ਤੋਂ ਨਹੀਂ ਦੂਰ ਕਰ ਸਕਦੇ, ਕਿਉਂਕਿ ਮਨ ਜੁੜ ਚੁੱਕਾ ਉਹਨਾਂ ਮਾਇਆ ਦੇ ਵਿੱਚ। ਗੁਰਮੁਖ ਹੋਵੇ ਸੋ ਗਣਤ ਚੁਕਾਏ। ਪਰ ਅਗਰ ਮਨ has been tuned ਉਸ ਗੁਰੂ ਦੀ ਸਿੱਖਿਆ ਦੇ ਨਾਲ, ਉਹਦੇ ਗੁਣਾਂ ਦੇ ਨਾਲ, ਤੇ ਫਿਰ ਕੀ ਕਰੇਗਾ ਮਨ? ਉਹੀ ਮਨ ਜਿਹੜਾ ਗੁਰੂ ਦੇ ਗੱਲ ਦੇ ਨਾਲ, ਗੁਰੂ ਦੇ ਸਿੱਖਿਆ ਦੇ ਨਾਲ, ਗੁਰੂ ਦੇ ਗੁਣਾਂ ਦੇ ਨਾਲ, ਗੁਰੂ ਦੇ ਕਨਸੈਪਟ ਦੇ ਨਾਲ ਪੂਰੀ ਤਰ੍ਹਾਂ ਟਿਊਨਡ ਹੋ ਜਾਂਦਾ ਹੈ, ਤੇ ਫਿਰ ਉਹ ਗਣਤ ਚੁਕਾਏ। ਉਹ ਫਿਰ ਸਾਰੇ ਆਪਣੇ ਅੰਦਰ ਦੇ ਵਾਈਸਸ, ਚਿੰਤਾ, ਫਿਕਰ ਨੂੰ ਉਹ ਥਾਪ ਦਿੰਦਾ ਹੈ, ਡਿਸਟਰੋਏ ਕਰ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਸੱਚੇ ਸੱਚ ਸਮਾਏ ਦਾ, ਕਿਉਂਕਿ ਫਿਰ ਉਹ ਮਨ ਜਿਹੜਾ ਜਦੋਂ ਇਹ ਸਾਰੀ ਚੀਜ਼ਾਂ ਦੂਰ ਹੋ ਜਾਂਦਾ ਹੈ, ਤੇ ਇਸ ਦਾ ਮਤਲਬ ਕਿ ਉਹ ਸੱਚੇ ਸੱਚ ਸਮਾਏ ਦਾ, ਉਸ ਦਾ ਮਨ ਜਿਹੜਾ ਪੂਰੀ ਤਰ੍ਹਾਂ ਭਿੱਜਿਆ ਹੋਇਆ ਹੈ, ਪੂਰੀ ਤਰ੍ਹਾਂ ਟਿਊਨਡ ਹੋ ਚੁੱਕਿਆ ਹੈ, ਪੂਰੀ ਤਰ੍ਹਾਂ ਸਾਂਝ ਪਾ ਚੁੱਕਿਆ ਹੈ, ਔਰ ਉਹ ਮਨ ਜਿਹੜਾ ਉਸ ਇੱਕ ਦੇ ਅੰਦਰ ਪੂਰੀ ਤਰ੍ਹਾਂ ਸਮਾ ਚੁੱਕਾ ਹੈ। ਹਾਂਜੀ, ਧੰਨਵਾਦ ਭੂਆ ਜੀ। ਗਣਤ ਨੂੰ ਆਪ ਜੀ ਨੇ ਵਾਇਸਿਸ ਨਾਲ ਜੋੜ ਕੇ ਬੜੀ ਖੂਬਸੂਰਤੀ ਨਾਲ ਦੱਸਣਾ ਕੀਤਾ। ਬਿਲਕੁਲ, ਜਦੋਂ ਤੱਕ ਵਿਕਾਰਾਂ ਨਾਲ ਅਸੀਂ ਜੁੜੇ ਰਹਿੰਦੇ ਹਾਂ ਤਦ ਤੱਕ ਤਪਸ਼ ਵੱਧਦੀ ਰਹਿੰਦੀ ਹੈ ਮਨ ਵਿੱਚ, ਤੇ ਤਪਸ਼ ਤੋਂ ਹੀ ਸ਼ੀਤਲ ਤੱਕ ਗੁਰੂ ਦਾ ਸ਼ਬਦ ਜਿਹੜਾ ਹੈ ਸ਼ੀਤਲਤਾ ਸਾਨੂੰ ਪ੍ਰਦਾਨ ਕਰਦਾ। ਧੰਨਵਾਦ ਆਪ ਜੀ ਦਾ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ। ਵੀਰ ਜੀ, ਦੋ ਬੰਦ ਪਹਿਲਾਂ ਨਾ ਸਤਿਗੁਰੂ ਜੀ ਸਾਨੂੰ ਇੱਕ ਗੱਲ ਬਿਲਕੁਲ ਇਹੀ ਤੁਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਤੁਕਾਂ ਸਤਿਗੁਰੂ ਜੀ ਸਾਂਝ ਕਰਕੇ ਗਏ ਸਾਡੇ ਨਾਲ। ਉੱਥੇ ਆ ਰਿਹਾ ਸੀ, ਬਿਨ ਨਾਵੈ ਸਭ ਦੁੱਖ ਸੰਸਾਰਾ, ਉਰੇ ਕਹਿ ਰਹੇ ਨੇ ਸੋ ਜਲੈ ਸੰਸਾਰਾ। ਉੱਥੇ ਫਿਰ ਕਨਾਲੀ ਆਖਦੇ ਸਨ, ਬਹੁ ਕਰਮ ਕਮਾਵੇ ਵਧੇ ਵਿਕਾਰਾ। ਇੱਥੇ ਕਹਿ ਰਹੇ ਨੇ ਸਹਿਸਾ ਮੂਲ ਨਾ ਚੁੱਕਿਆ ਵਿਕਾਰਾ। ਇੱਥੇ ਵੀ ਉਹ ਗੱਲ ਆਖ ਰਹੇ ਨੇ ਕਿ ਜਿਹੜਾ ਸਹਿਸਾ, ਗੁਰਬਾਣੀ 'ਚ ਸਹਿਸਾ ਬਹੁਤ ਸਾਰੇ ਸਾਡੇ ਡਰਾਂ ਨੂੰ ਵੀ ਆਖਿਆ ਗਿਆ। ਅਸੀਂ ਜਿਹੜੇ ਛੋਟੇ ਡਰ ਡਰਦੇ ਰਹਿੰਦੇ ਆ ਨਾ, ਛੋਟੀ ਚੀਜ਼ਾਂ ਤੋਂ, ਜਿਸ ਨੂੰ ਗੁਰਬਾਣੀ 'ਚ ਆਨੰਦ ਸਾਹਿਬ ਵਿੱਚ ਆਖਦੇ ਨੇ, ਕਹਿੰਦੇ ਨੇ ਜਿਹੜੇ ਡਰ ਨੇ ਨਾ, ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਿਸਾ ਨਾ ਜਾਏ। ਇਹ ਜਿਹੜੇ ਡਰ ਨੇ ਨਾ, ਛੋਟੇ ਬਹੁਤ ਸਾਰੇ ਸਾਨੂੰ ਡਰ ਨੇ। ਕਹਿੰਦੇ ਨੇ ਇਹ ਡਰ ਬਿਲਕੁਲ ਛੋਟੇ ਡਰਾਂ ਕਰਕੇ ਸਾਨੂੰ ਬਹੁਤ ਸਾਰੇ ਵਿਕਾਰ ਜਿਹੜੇ ਚਿੰਬੜੇ ਹੋਏ ਨੇ, ਕਹਿੰਦੇ ਨੇ ਆਪਣੇ ਆਪ ਨਹੀਂ ਚੁੱਕਦੇ, ਸਾਡੇ ਖਤਮ ਨਹੀਂ ਹੋ ਰਹੇ। ਪਰ ਇਹਦਾ ਜਿਹੜਾ ਰੀਜ਼ਨ ਸੀ ਇਹ ਕਿਉਂ ਵੱਧ ਰਹੇ ਤੇ ਖਤਮ ਕਿਉਂ ਹੋ ਰਹੇ, ਉਹ ਸੀ ਕਿ ਬਿਨ ਨਾਵੈ, ਬਿਨ ਨਾਮ ਤੋਂ ਜਿਹੜੀ ਅਸੀਂ ਲੇਖਾ ਪਸੰਦ ਕਰਕੇ ਲਿਖਿਆ ਸੀ ਨਾ ਆਪਣਾ, ਗੁਰਬਾਣੀ ਵਿੱਚ ਆਉਂਦਾ ਨਾ, ਲੇਖਾ ਲਿਖੀਐ ਮਨ ਕੈ ਭਾਏ
ਮਨ ਨੇ ਨਾਮ ਤੋਂ ਬਿਨਾਂ ਵਾਲੀ ਜੀਵਨ ਜਿਉਣਾ ਪਸੰਦ ਕੀਤਾ ਸੀ। ਇਹ ਗਣਤ ਜਿਹੜਾ ਲਫ਼ਜ਼ ਹੈ ਗੁਰਬਾਣੀ ਵਿੱਚ ਲੇਖਾ, ਉਹ ਜਿਹੜਾ ਮਨ ਖੁਦ ਲਿਖਿਆ ਹੈ ਨਾ, ਉਸ ਲੇਖੇ ਦੇ ਕਰਕੇ ਹੀ ਇਹਦਾ ਅੰਦਰਲਾ ਸੰਸਾਰ ਸਾਰਾ ਜਲ ਰਿਹਾ। ਅੰਦਰਲੇ ਸੰਸਾਰ ਦੇ ਜਿਤਨੇ ਜੀ ਜੰਤ ਇਹ ਇਸੀ ਕਰਕੇ ਜਲ ਰਹੇ ਨੇ ਕਿਉਂਕਿ ਇਹਨਾਂ ਨੇ ਨਾਮ ਤੋਂ ਬਿਨਾਂ ਬੋ ਕਰਮ ਕਮਾਵੇਂ ਕਰ ਰਹੇ ਹਨ। ਉੱਪਰ ਆ ਰਹੇ ਸੀ ਨਾ, ਬਿਨ ਨਾਵੇਂ ਸਭ ਦੁੱਖ ਸੰਸਾਰਾ। ਸੰਸਾਰ 'ਚ ਦੁੱਖ ਕਿਉਂ? ਕਿਉਂਕਿ ਨਾਮ ਨੂੰ ਨਹੀਂ ਫੋਲੋ ਕਰਕੇ ਚੱਲ ਰਹੇ। ਇਹ ਸਾਰੇ ਜਿਹੜੇ ਜੀ ਜੰਤ ਨੇ ਵਿਕਾਰ ਕਿਉਂ ਵੱਧ ਰਹੇ ਨੇ ਸਾਡੇ ਅੰਦਰ? ਕਿਉਂਕਿ ਅਸੀਂ ਕਰਮ ਤਾਂ ਕਰ ਰਹੇ ਹਾਂ, ਕਰਮ ਤਾਂ ਕਰਨਾ ਹੀ ਹੈ, ਲੇਕਿਨ ਨਾਮ ਦੇ ਕਰਮ ਨਹੀਂ ਕਰ ਰਹੇ। ਸਤਿਗੁਰੂ ਜੀ ਦੀ ਦੱਸੀ ਹੋਈ ਕਾਰ ਨਹੀਂ ਕਰ ਰਹੇ ਹਾਂ। ਸਤਿਗੁਰੂ ਜੀ ਜੋ ਕਹਿੰਦੇ ਹਨ ਉਹ ਅਸੀਂ ਨਹੀਂ ਕਰਦੇ ਹਾਂ। ਇਹ ਅਸੀਂ ਆਪਣਾ ਇੱਕ ਲੇਖਾ ਲਿਖਿਆ ਜਾਂਦਾ ਹੈ। ਇਟ ਮੀਨਸ ਸਾਨੂੰ ਸਤਿਗੁਰੂ ਜੀ ਤੋਂ ਸਾਨੂੰ ਦੁਰਮਤ ਪਸੰਦ ਆ ਰਹੀ ਹੈ, ਔਰ ਜੋ ਸਾਨੂੰ ਪਸੰਦ ਆ ਜਾਏਗੀ ਉਹ ਸਾਡਾ ਲੇਖਾ ਲਿਖਿਆ ਜਾਂਦਾ ਹੈ। ਕਹਿੰਦੇ ਨੇ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਹੁਣ ਪਿੱਛੇ ਕਹਿ ਰਹੇ ਨੇ, ਕਹਿੰਦੇ ਤੂੰ ਬੋ ਕਰਮ ਕਮਾਵੇਂ, ਕਮਾਉਂਦਾ ਤੂੰ ਰੋਜ਼ ਪਿਆ। ਅਸੀਂ ਰੋਜ਼ ਕਰਮ ਕਮਾਉਂਦੇ ਹਾਂ, ਪਲ ਪਲ ਕਰਮ ਕਮਾਉਂਦੇ ਹਾਂ, ਉਹੀ ਸਾਡੇ ਮੱਥੇ ਦੇ ਲੇਖ ਬਣਦੇ, ਲੇਕਿਨ ਕਰ ਕੀ ਰਹੇ ਹਾਂ? ਬਿਨ ਨਾਮ ਹੈ, ਬਿਨ ਨਾਮ ਤੋਂ ਬਿਨਾਂ ਵਾਲੇ ਕਰਮ ਕਰ ਰਹੇ। ਇਸੀ ਕਰਕੇ ਕਹਿੰਦੇ ਸੰਸਾਰ ਜਲ ਰਿਹਾ, ਅੰਦਰਲਾ ਸੰਸਾਰ। ਅੰਦਰਲਾ ਸੰਸਾਰ ਇਸੀ ਕਰਕੇ ਹੀ ਜਲ ਰਿਹਾ। ਤਨ ਨੂੰ ਸੰਸਾਰ ਆਖਿਆ ਜਾਂਦਾ ਹੈ। ਤਨ ਦਾ ਰੂਪੀ ਸੰਸਾਰ ਇਸੇ ਲਈ ਜਲ ਰਿਹਾ ਕਿ ਅਸੀਂ ਆਪਣਾ ਲੇਖਾ ਕਿਹੜਾ ਲਿਖਿਆ ਹੋਇਆ ਹੈ ਕਿ ਸਾਨੂੰ ਗੁਰੂ ਦੀ ਮੱਤ ਪਸੰਦ ਨਹੀਂ ਆਈ ਤੇ ਅਸੀਂ ਕਰਮ ਕਰ ਰਹੇ ਹਾਂ, ਬਟ ਕਰ ਕਿਹੜੇ ਰਹੇ ਹਾਂ? ਮਨ ਮਤ ਦੇ ਕਰਮ, ਦੁਰਮਤ ਦੇ ਕਰਮ। ਔਰ ਇਹ ਬਿਲਕੁਲ ਸਹਿਸਾ ਮੂਲ ਨਾ ਚੁੱਕਿਆ। ਜ਼ਰਾ ਜਿੰਨਾ ਵੀ ਕਹਿੰਦੇ ਨੇ ਸਹਿਮ ਡਰ ਸਾਡੇ ਅੰਦਰੋਂ, ਚਿੰਤਾਵਾਂ ਫਿਕਰ ਜਾ ਹੀ ਨਹੀਂ ਰਹੀ, ਸਗੋਂ ਵੱਧ ਰਹੀਆਂ। ਉਹ ਕਰਮ ਕਮਾਵੇ ਵਧੇ ਵਿਕਾਰਾ, ਚੁੱਕਣ ਦੀ ਗੱਲ ਤਾਂ ਦੂਰ, ਵੱਧ ਰਹੀਆਂ ਸਗੋਂ। ਇਸੇ ਦੇ ਨਾਲ ਰਿਲੇਟਡ ਸਤਿਗੁਰੂ ਜੀ ਨੇ ਗੁਰਬਾਣੀ 'ਚ ਇੱਕ ਦੋ ਤੁਕਾਂ ਹੋਰ ਵੀ ਸ਼ੇਅਰ ਕਰਦੇ ਨੇ। ਉਹ ਕਹਿੰਦੇ ਨੇ ਗਣਤੀ ਗਣੀ ਨਾ ਛੂਟੈ ਕਤ ਹੂੰ ਕਾਚੀ ਦੇ ਆਣੀ। ਇਹ ਹੁਣ ਜਿਹੜੇ ਜੀ ਜੰਤ ਨੇ ਨਾ, ਉਹ ਅਰਦਾਸਾਂ ਕਰਨੇ, ਕਹਿੰਦੇ ਦੇਖੋ ਅਸੀਂ ਲੇਖਾ ਲਿਖ ਲਿੱਤਾ ਹੈ, ਸਾਡੀ ਗਲਤ ਪਸੰਦ ਸੀ, ਅਸੀਂ ਗਲਤ ਚੀਜ਼ ਨੂੰ ਪਸੰਦ ਕਰਕੇ ਉਹਦੇ ਅਕੋਰਡਿੰਗ ਦਿਨ ਰਾਤ ਉਹ ਕੰਮ ਕਰਦੇ ਰਹੇ ਤੇ ਸਾਡਾ ਇਹ ਕੀ ਕਹਿੰਦੇ ਆ ਲੇਖਾ, ਸਹਿਸਾਂ ਦਾ ਲੇਖਾ, ਵਿਕਾਰਾਂ ਦਾ ਲੇਖਾ ਸਾਡੇ ਕੋਲ ਲਿਖਿਆ ਗਿਆ। ਕਹਿੰਦੇ ਨੇ ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਇਹਨੂੰ ਕਹਿੰਦੇ ਨੇ, ਉਸ ਦੀ ਅਗਲੀ ਤੁਕ ਕਹਿੰਦੇ ਨੇ, ਪਹਿਲੀ ਤੁਕ 'ਚ ਹੈ ਗਣਤੀ ਗਣੀ ਨਾ ਛੂਟੈ ਕਤ ਹੂੰ ਕਾਚੀ ਦੇ ਯਾਨੀ ਅੱਗੇ ਕਹਿੰਦੇ ਨੇ ਕਿਰਪਾ ਕਰੋ ਪ੍ਰਭ ਕਰਨਾ ਹਾਰੇ, ਤੇਰੀ ਬਖਸ਼ ਨਿਰਾਲੀ, ਤੇਰੀ ਬੜੀ ਨਿਰਾਲੀ ਬਖਸ਼ਿਸ਼ ਹੈ। ਕਿਉਂ? ਕਿਉਂਕਿ ਤੂੰ ਸਾਨੂੰ ਹੁਣ ਨਾਮ ਦੀ ਬਖਸ਼ਿਸ਼ ਕਰਕੇ, ਨਾਮ ਦੀ ਦਾਤ ਬਖਸ਼ਿਸ਼ ਕਰਕੇ, ਕਿਉਂਕਿ ਤੂੰ ਸੁਖ ਦਾਤਾ ਹੈ, ਤੂੰ ਨਾਮ ਰੂਪੀ ਸੁੱਖਾਂ ਦੀ ਦਾਤ ਸਾਨੂੰ ਦੇ ਕੇ ਸਾਡਾ ਇਹ ਲੇਖਾ ਮੁਕਾ ਸਕਦਾ ਹੈ, ਤੂੰ ਸਾਡੇ ਤੇ ਬਖਸ਼ਿਸ਼ ਕਰ। ਇਸੀ ਨੂੰ ਹੋਰ ਇੱਕ ਤੁਕ ਵਿੱਚ ਸਤਿਗੁਰੂ ਜੀ ਐਕਸਪਲੇਨ ਕਰਦੇ ਨੇ, ਕਹਿੰਦੇ ਨੇ ਲੇਖੈ ਕਤੈ ਨਾ ਛੂਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਨਾਨਕ ਗੁਰੂ ਜੀ ਤੁਸੀਂ ਆਪਣੀ ਸਮੱਤ ਦੇ ਕੇ ਸਾਡਾ ਇਹ ਲੇਖਾ ਕੱਟ ਦਿਓ, ਪਰ ਸਾਡਾ ਪੁਰਾਣਾ ਲੇਖਾ ਤੁਸੀਂ ਕਰਨਾ ਨਾ। ਇਹ ਅਰਦਾਸ ਕਰ ਰਹੇ ਨੇ, ਕਹਿੰਦੇ ਨੇ ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ, ਸਰੈਂਡਰ ਕਰ ਰਹੇ ਹਾਂ। ਜੇ ਸਾਨੂੰ ਪਤਾ ਅਸੀਂ ਹੁਣ ਗੱਲ ਤੁਸੀਂ ਸਾਨੂੰ ਸਮਝਾ ਦਿੱਤਾ ਹੈ, ਬੁਝਾ ਦਿੱਤਾ ਹੈ। ਪਿਛਲੇ ਬੰਦ ਵਿੱਚ ਵੀ ਆਇਆ ਸੀ ਨਾ, ਸਤਿਗੁਰੂ ਬੁਝਾ ਦਿੰਦੇ ਨੇ, ਕਹਿੰਦੇ ਨੇ ਤੁਸੀਂ ਸਾਨੂੰ ਬੁਝਾ ਦਿੱਤਾ ਕਿ ਸਾਡੇ ਅੰਦਰ ਪੰਜ ਚੋਰ ਵਸੇ ਹੋਏ ਨੇ, ਸਾਡਾ ਅੰਮ੍ਰਿਤ ਲੁੱਟ ਰਹੇ ਨੇ, ਸਾਨੂੰ ਸਮਝ ਆ ਗਈ। ਹੁਣ ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਲੇਖਾ ਖਤਮ ਕਰ ਦਿਓ, ਤੁਸੀਂ ਲੇਖਾ ਖਤਮ ਕਰ ਸਕਦੇ। ਫਿਰ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਨੇ ਤੁਸੀਂ ਲੇਖਾ ਵੀ ਆਪਣੀ ਪਸੰਦ ਕਰਕੇ ਲਿਖਿਆ ਸੀ, ਲੇਖਾ ਲਿਖਿਆ ਮਨ ਕਹਿ ਪਾਏ। ਕਹਿੰਦੇ ਹੁਣ ਤੁਸੀਂ ਗੁਰਮਤ ਨੂੰ ਪਸੰਦ ਕਰੋ, ਸਤਿਗੁਰੂ ਜੀ ਦੀ ਮੱਤ ਨੂੰ ਪਸੰਦ ਕਰੋ, ਤੁਹਾਡਾ ਲੇਖਾ ਪੁਰਾਣਾ ਖਤਮ ਹੋ ਜਾਏਗਾ। ਪਰ ਫਿਰ ਹੁਣ ਵੀ ਤੁਸੀਂ ਲੇਖਾ ਖਤਮ ਤੁਹਾਨੂੰ ਖੁਦ ਹੀ ਕਰਨਾ ਪਏਗਾ, ਸਤਿਗੁਰੂ ਜੀ ਦੀ ਮੱਤ ਨੂੰ ਪਸੰਦ ਕਰਕੇ, ਸਤਿਗੁਰੂ ਜੀ ਦੇ ਸਿਧਾਂਤਾਂ ਨੂੰ ਪਸੰਦ ਕਰਕੇ, ਅਪਣਾ ਕੇ। ਪਹਿਲਾਂ ਕਰਮ ਕਰਦੇ ਸੀ, ਦਿਨ ਰਾਤ ਕਮਾਏ ਦੋ ਕੱਢਦੇ, ਹੁਣ ਵੀ ਦਿਨ ਰਾਤ ਕਰਮ ਕਰੋ, ਪਰ ਕਰਮ ਹੁਣ ਕਿਹੜੇ ਕਰਨੇ ਹੈ? ਜੋ ਗੁਰ ਕਹੈ, ਜੋ ਗੁਰ ਕਹੈ ਸੋਈ ਭਲ ਮਾਨੋ, ਉਹ ਕਰਮ ਕਰਨੇ। ਜੋ ਗੁਰੂ ਕਹਿੰਦਾ ਸੀ ਉਹ ਕੰਮ ਕਰਨੇ ਨੇ, ਉਹਦੇ ਨਾਲ ਸਾਡਾ ਲੇਖਾ। ਇਹ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਗੁਰਬਾਣੀ ਦੇ ਅਨੁਸਾਰ ਕਿ ਲੇਖਾ ਮਨ ਤੁਸੀਂ ਜੋ ਅਸੀਂ ਪਸੰਦ ਕਰਾਂਗੇ ਸਾਡਾ ਉਹ ਲੇਖਾ ਲਿਖੋ। ਪਹਿਲਾਂ ਅਸੀਂ ਆਪਣਾ ਜੀਵਨ ਮਨ ਮਤ ਨੂੰ ਪਸੰਦ ਕਰਕੇ ਸਾਡੇ ਵਿਕਾਰਾਂ ਦਾ ਲੇਖਾ ਸਾਡੇ 'ਚ ਲਿਖਿਆ ਜਾਂਦਾ। ਹੁਣ ਅਸੀਂ ਆਪ ਹੀ, ਸਤਿਗੁਰੂ ਸਮਝਾਉਂਦੇ ਨੇ, ਸਿਰਫ ਸਤਿਗੁਰੂ ਕਹਿੰਦੇ ਨੇ, ਅਸੀਂ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਤੈਨੂੰ ਮੰਨਣਾ ਪਏਗਾ, ਅਮਲ ਤੈਨੂੰ ਕਰਨਾ ਪਏਗਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ। ਤੈਨੂੰ ਅਮਲ ਰੂਪੀ ਧਰਤੀ ਦੇ ਵਿੱਚ ਅਮਲ ਰੂਪੀ ਸ਼ਬਦ ਬੀਜ ਪਾਣੇ ਪੈਣੇ, ਸ਼ਬਦ ਤੇ ਅਮਲ ਕਰਨਾ ਪਏਗਾ। ਉਹਦੇ ਨਾਲ ਕੀ ਹੋਏਗਾ? ਆਪਾਂ ਕਈ ਵਾਰ ਇਹ ਸ਼ਬਦ ਸ਼ੇਅਰ ਕੀਤਾ ਨਾ,
ਖੋਟੇ ਸੱਚੀ ਦਰਗਾਹ ਸੱਟੀਆਂ। ਕਿਉਂ ਕਹਿੰਦੇ? ਕਿਉਂਕਿ ਖੋਟੇ ਕਰਮ ਕਰਦੇ ਸਨ। ਸੱਚਿਆਂ ਨੂੰ ਉੱਥੇ ਰੱਖ ਲਿਆ ਜਾਂਦਾ। ਫਿਰ ਖੋਟੇ ਕੀ ਕਰਨ? ਕਹਿੰਦੇ ਸਤਿਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਧ। ਸਤਿਗੁਰੂ ਦੀ ਜੋ ਕਾਰ ਕਰਨ ਨੂੰ ਕਹਿੰਦੇ ਨੇ ਉਹ ਕਾਰ ਕਰ, ਇਹ ਸ੍ਰੇਸ਼ਟ ਕਰਨੀ ਹੈ। ਕਹਿੰਦੇ ਫਿਰ ਕੀ ਹੋਏਗਾ? ਕੀਲੀ ਤੁਕ ਆਖਦੇ ਨੇ, ਕਹਿੰਦੇ ਗਣਤ ਤਿਨਾਂ ਦੀ ਕੋ ਕਿਆ ਕਰੇ, ਉਹਨਾਂ ਦਾ ਲੇਖਾ ਹੀ ਮੁੱਕ ਜਾਏਗਾ। ਜਿੱਥੇ ਉਰੇ ਆਖ ਰਹੇ ਨੇ, ਜਿਹੜੀ ਇਸ ਸ਼ਬਦ ਚ ਆਖ ਰਹੇ ਨੇ, ਗੁਰਮੁਖ ਹੋਵੈ। ਗੁਰੂ ਦੇ ਮੁਖ ਤੋਂ ਜੋ ਸ਼ਬਦ ਗੁਰਬਾਣੀ ਮੱਤ ਨਿਕਲਦੀ ਹੈ, ਗੁਰੂ ਜੋ ਮੱਤ ਦਿੰਦਾ ਹੈ, ਉਹ ਤੂੰ ਹੋ ਜਾ। ਗੁਰੂ ਦੇ ਨਿਕਲੇ ਮੁਖ ਤੋਂ ਨਿਕਲੇ ਹੋਏ ਸ਼ਬਦ ਤੂੰ ਸ਼ਬਦ ਰੂਪ ਹੋ ਜਾ, ਹੋਵੈ, ਤੂੰ ਹੋ ਜਾ। ਗੁਰੂ ਜੋ ਮੱਤ ਦਿੰਦੀ ਹੈ, ਤੂੰ ਉਸ ਮੱਤ ਚ ਸਮਾ ਜਾ, ਤੂੰ ਉਸ ਮੱਤ ਦਾ ਰੂਪ ਹੋ ਜਾ, ਤੂੰ ਉਸ ਵਿਚਾਰਧਾਰਾ ਦਾ ਸਰੂਪ ਹੋ ਜਾ, ਉਹ ਵਿਚਾਰਧਾਰਾ ਧਾਰਨ ਕਰ ਲੈ। ਕਹਿੰਦੇ ਫਾਇਦਾ ਕੀ ਹੋਏਗਾ? ਕਹਿੰਦੇ ਨੇ ਸੁਗਣਤ ਚੁਕਾਏ। ਜੋ ਗੁਰੂ ਸੱਚ ਬੋਲਦਾ ਮੁਖ ਤੋਂ, ਤੂੰ ਉਹ ਸੱਚ ਦਾ ਰੂਪ ਹੋ ਜਾ। ਹੋਏਗਾ ਕਿਵੇਂ? ਨਾਨਕ ਸੱਚ ਕਦੋਂ? ਧਿਆਇਨ ਸੱਚ। ਤੂੰ ਜਦ ਸਤਿਗੁਰੂ ਜੋ ਤੈਨੂੰ ਸੱਚ ਧਿਆਨ ਨੂੰ ਆਖਦੇ ਨੇ, ਤੂੰ ਸੱਚ ਨੂੰ ਧਿਆ, ਸੱਚ ਤੇ ਅਮਲ ਕਰ, ਤੂੰ ਸੱਚ ਦਾ ਸਰੂਪ ਹੋ ਜਾਏਗਾ। ਇਸ ਨੂੰ ਕਹਿੰਦੇ ਨੇ ਗੁਰਮੁਖ ਹੋਵੈ। ਗੁਰੂ ਦੇ ਮੁਖ ਤੋਂ ਨਿਕਲਿਆ ਜਿਹੜਾ ਸੱਚ ਹੈ, ਤੂੰ ਸੱਚ ਤੇ ਅਮਲ ਕਰੇਗਾ, ਤੂੰ ਹੋ ਜਾਏਗਾ ਸੱਚ ਸਰੂਪ। ਇਹਦੇ ਨਾਲ ਫਾਇਦਾ ਕੀ ਹੋਏਗਾ? ਕਹਿੰਦਾ ਤੇਰਾ ਪੁਰਾਣਾ ਜਿਹੜਾ ਸਹਿਸਾ ਵਿਕਾਰਾਂ ਦਾ ਲੇਖਾ, ਜਿਸ ਕਰਕੇ ਤੇਰਾ ਅੰਦਰਲਾ ਸੰਸਾਰ ਜਲ ਰਿਹਾ ਹੈ ਨਾ, ਕਹਿੰਦਾ ਉਹ ਗਣਤ ਚੁਕਾਏ, ਉਹ ਲੇਖਾ ਖਤਮ ਹੋ ਜਾਏਗਾ। ਇਸ ਨੂੰ ਕਹਿੰਦੇ ਨੇ ਗਣਤ ਤਿਨਾਂ ਦੀ ਜੋ ਕੋ ਕਿਆ ਕਰੇ, ਜੇ ਆਪ ਬਖਸ਼ੇ ਕਰਤਾਰ। ਇਸ ਤਰ੍ਹਾਂ ਸਾਡਾ ਮਨ ਜਦੋਂ ਗੁਰਮੁਖ ਹੁੰਦਾ, ਭਾਵ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਸੱਚ ਦਾ ਸਰੂਪ ਹੋ ਜਾਂਦਾ, ਸੱਚ ਨੂੰ ਧਿਆਨ ਕਰਕੇ ਫਿਰ ਆਪਣਾ ਲੇਖਾ ਖਤਮ ਕਰ ਲੈਂਦਾ ਹੈ, ਭਾਵ ਇਹਦਾ ਲੇਖਾ ਬਦਲ ਜਾਂਦਾ। ਹੁਣ ਇਹਦੀ ਪਸੰਦ ਕੀ ਹੋ ਗਈ? ਲੇਖਾ ਲਿਖੀ ਹੈ, ਮੰਨ ਕੇ ਭਾਈ ਇਹਦੀ ਪਸੰਦ ਹੋ ਗਈ ਸੱਚ, ਹੁਣ ਇਹ ਸੱਚ ਸਮਾਏਗਾ, ਇਹ ਇਹਦਾ ਲੇਖਾ ਲਿਖਿਆ ਜਾਏਗਾ ਵੀ ਇਸ ਨੂੰ ਸੱਚ 'ਚ ਜ਼ਰੂਰ ਸਮਾਏਗਾ, ਔਰ ਇਹ ਸਮਾਉਂਦਾ ਹੀ ਹੈ। ਇਹ ਆਪਣਾ ਲੇਖਾ ਖਤਮ ਕਰਕੇ ਫਿਰ ਆਪਣੇ ਸੰਸਾਰ ਦੇ ਜੀਆਂ ਜਨਤਾ ਦਾ ਲੇਖਾ ਵੀ ਉਹਨਾਂ ਨੂੰ ਇਸ ਤਰ੍ਹਾਂ ਦਾਤ ਦੇ ਕੇ, ਸੁੱਖ ਦੀ ਦਾਤ ਦੇ ਕੇ, ਇਹ ਸੱਚ ਦੀ ਦਾਤ ਦੇ ਕੇ ਉਹਨਾਂ ਨੂੰ ਵੀ ਲੇਖਾ ਬੁਝਾਉਂਦਾ ਹੈ ਤੇ ਉਹਨਾਂ ਦਾ ਵੀ ਲੇਖਾ ਖਤਮ ਕਰਦਾ ਹੈ। ਇਹ ਸੱਚ ਫਿਰ ਅੱਗੇ ਦਿੰਦਾ ਹੈ। ਅਗਲੀ ਤੁਕ ਚਾਹੇਗਾ ਜੇ ਸੱਚ ਦੇ ਤਾਂ ਪਾਏ ਕੋਈ। ਇਹ ਹੁਣ ਸੱਚ ਪ੍ਰਾਪਤ, ਸੱਚੇ ਸੱਚ ਸਮਾ ਕੇ ਹੁਣ ਇਹ ਵੰਡਦਾ ਹੈ, ਕਿਉਂਕਿ ਇਹ ਦਾਤਾ ਬਣਦਾ ਹੈ ਬਾਅਦ ਜੋ ਇਸ ਨੂੰ ਪ੍ਰਾਪਤ ਹੋਏਗਾ ਇਹ ਉਹੀ ਵੰਡੇਗਾ। ਇਸ ਤਰ੍ਹਾਂ ਸਤਿਗੁਰੂ ਸਾਨੂੰ ਕਹਿੰਦੇ ਨੇ ਅਗਰ ਅਸੀਂ ਵੀ ਆਪਣਾ ਲੇਖਾ ਦੁੱਖਾਂ ਦਾ, ਵਿਕਾਰਾਂ ਦਾ, ਡਿਪਰੈਸ਼ਨ ਜਾਂ ਹੋਰ ਰੋਗਾਂ ਦਾ ਲੇਖਾ ਮੁਕਾਉਣਾ ਚਾਹੁੰਦੇ ਹਾਂ, ਅਸੀਂ ਆਪਣੀ ਪਸੰਦ ਨੂੰ ਬਦਲੀਏ। ਸਾਨੂੰ ਸਤਿਗੁਰੂ ਦੀ ਮੱਤ, ਸਤਿਗੁਰੂ ਦੇ ਸਿਧਾਂਤ ਪਸੰਦ ਆ ਜਾਣਗੇ ਤਾਂ ਸਾਡਾ ਲੇਖਾ ਵੀ ਅੰਦਰੋਂ ਬਦਲਿਆ। ਅਸੀਂ ਆਪਣਾ ਲੇਖਾ ਬਦਲ ਸਕਦੇ ਹਾਂ, ਲੇਕਿਨ ਤਰੀਕਾ ਇੱਕੋ ਹੈ, ਲੇਖਾ ਲਿਖੀਏ ਮਨ ਕਹਿ ਪਾਏ। ਉਹ ਕੰਮ ਕਰੀਏ ਦਿਨ ਰਾਤ ਕਮਾਇੜੋ ਸੋ ਆਇਓ ਮਾਤਾ। ਕੰਮ ਉਹ ਕਰੀਏ ਜੋ ਗੁਰੂ ਆਖਦਾ ਹੈ। ਜੋ ਗੁਰੂ ਆਖਦਾ ਪਹਿਲਾਂ ਉਸ ਨੂੰ ਸੁਣ ਕੇ ਮੰਨੀਏ, ਫਿਰ ਉਸ ਤੇ ਅਮਲ ਕਰੀਏ, ਸਾਡਾ ਲੇਖਾ ਬਦਲ ਜਾਏਗਾ। ਹਾਂਜੀ, ਧੰਨਵਾਦ ਵੀਰ ਜੀ, ਬੜੇ ਖੂਬਸੂਰਤੀ ਨਾਲ ਆਪ ਜੀ ਸਮਝਾਣਾ ਕਰਦੇ ਹੋ, ਬੜੀ ਡਿਟੇਲ ਵਿੱਚ। ਬਿਨ ਸਹਿਜੇ ਸਹਿਸਾ ਨਾ ਜਾਏ। ਸਹਿਜ ਨੂੰ ਵੀ ਨਾਲ ਦੇ ਨਾਲ ਥੋੜਾ ਥੋੜਾ ਖੋਲਦੇ ਰਿਹਾ ਕਰੋ, ਜਿਸ ਦੇ ਨਾਲ ਪਕੜ ਵਿੱਚ ਆ ਜਾਏ ਸਾਰਿਆਂ ਦੀ। ਸਹਿਜ ਵਾਲਾ ਜੀਵਨ ਵਸ ਹੈ। ਸਹਿਜ ਵਿੱਚ ਕਿਸ ਤਰ੍ਹਾਂ ਜਾਣਾ ਹੈ ਉਹ ਰੋਜ਼ਾਨਾ ਗੱਲ ਹੁੰਦੀ ਹੈ, ਡਿਟੇਲ ਵਿੱਚ ਗੱਲ ਹੁੰਦੀ ਹੈ ਜੀ। ਸਹਿਜ ਵਿੱਚ ਨਾ ਗੁਰਬਾਣੀ ਚ ਆਖਿਆ, ਆਨੰਦ ਸਾਹਿਬ ਚ ਆਖਦੇ ਨੇ, ਕਹਿੰਦੇ ਨੇ ਅਸੀਂ ਸਹਿਜ ਵਿੱਚ ਜਾ ਨਹੀਂ ਸਕਦੇ, ਅਸੀਂ ਸਤਿਗੁਰੂ ਦੀ ਜਦੋਂ ਮੱਤ ਲਵਾਂਗੇ ਨਾ, ਜਿਸ ਨੂੰ ਗੁਰਬਾਣੀ ਆਖਦੀ ਹੈ ਸਤਿਗੁਰੂ ਮੈਂ ਪਾਇਆ। ਜਦੋਂ ਅਸੀਂ ਸਤਿਗੁਰੂ ਜੀ ਦੀ ਮੱਤ ਭਾਵ ਸੱਚ ਨੂੰ ਪਾ ਲੈਂਦੇ ਹਾਂ, ਸੱਚ ਚ ਸਮਾ ਜਾਂਦੇ ਹਾਂ, ਤਾਂ ਕਹਿੰਦੇ ਨੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਤਿਗੁਰੂ ਦੀ ਮੱਤ ਸਹਿਜ ਤੋਂ ਇਲਾਵਾ, ਸਹਿਜ ਤੋਂ ਅਲੱਗ ਨਹੀਂ ਪਾ ਸਕਦੀ। ਸਤਿਗੁਰੂ ਦੀ ਮੱਤ ਦੇ ਨਾਲ ਹੀ ਸਹਿਜ ਵਾਲਾ ਜੀਵਨ ਨਾਲ ਹੀ ਆਉਂਦਾ ਹੈ, ਉਹ ਬਣ ਹੀ ਜਾਂਦਾ ਹੈ। ਸਤਿਗੁਰੂ ਦੇ ਮੱਤ ਦੇ ਨਾਲ ਹੀ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਤੋਂ ਬਿਨਾਂ ਸਤਿਗੁਰੂ ਦੀ ਮੱਤ ਨਹੀਂ ਪ੍ਰਾਪਤ ਹੁੰਦੀ। ਸਤਿਗੁਰੂ ਦੀ ਮੱਤ ਦੇ ਵਿੱਚ ਹੀ ਸਹਿਜ ਹੈ, ਇਹ ਕੋਈ ਅਲੱਗ ਚੀਜ਼ ਨਹੀਂ। ਸਤਿਗੁਰੂ ਦੀ ਮੱਤ ਪਾਵਾਂਗੇ, ਸੱਚ ਪ੍ਰਾਪਤ ਕਰਾਂਗੇ, ਇਹਦੇ ਵਿੱਚ ਹੀ ਸਹਿਜ ਹੈ। ਹਾਂਜੀ, ਬਿਲਕੁਲ ਬਿਲਕੁਲ। ਉਹ ਸੱਚ ਜਿਹੜਾ ਸਾਡੇ ਸੁਭਾਅ ਵਿੱਚ ਆ ਜਾਏ, ਅਸੀਂ ਇਹਨੂੰ ਸਹਿਜ ਇਸ ਮੁਤਾਬਿਕ ਸਮਝ ਲਈਏ। ਉਹ ਸੱਚ ਜਿਹੜਾ ਸਾਡੇ ਸੁਭਾਅ ਵਿੱਚ ਆ ਜਾਏ, ਜਦੋਂ ਸਾਡਾ ਸੁਭਾਅ ਵੀ ਸੱਚ ਵਾਲਾ ਬਣ ਗਿਆ ਤੇ ਸਹਿਜ ਅਵਸਥਾ ਬਣ ਗਈ। ਸਾਨੂੰ ਜ਼ੋਰ ਨਹੀਂ ਲਾਣਾ ਪਵੇ ਸੱਚ ਬੋਲਣ ਲਈ, ਸਾਨੂੰ ਜ਼ੋਰ ਨਾ ਲਾਣਾ ਪਵੇ ਵਿਕਾਰਾਂ ਤੋਂ ਛੱਡਣ ਲਈ, ਸਾਨੂੰ ਜ਼ੋਰ ਨਾ ਲਾਣਾ ਪਵੇ ਸੱਚ ਦੀ ਰਾਹ ਤੇ ਤੁਰਨ ਲਈ। ਸਹਿਜ ਹੋ ਗਿਆ। ਰੋਜ਼ਾਨਾ ਐਸੀ ਬਾਬਤ ਦੀ ਗੱਲ ਹੁੰਦੀ ਹੈ, ਜਦੋਂ ਸਹਿਜ ਅੱਖਰ ਆ ਜਾਂਦਾ ਤੇ ਅਸੀਂ ਕਈ ਵਾਰੀ ਸੋਚ ਵਿੱਚ ਪੈ ਜਾਂਦੇ ਹਾਂ ਕਿ ਸਹਿਜ ਅਵਸਥਾ ਕਿਹੜੀ ਅਵਸਥਾ ਹੈ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ, ਜੀ ਆਇਆਂ ਨੂੰ ਵੀਰ ਜੀ। ਪਲੀਜ਼ ਆਪਣੀ
ਵਿਚਾਰ ਦੇ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂਜੀ, ਇਹ ਜਿਹੜਾ 9ਵਾਂ ਪਦਾ ਚੱਲ ਰਿਹਾ ਹੈ, ਇਸ ਨੂੰ ਅਸੀਂ ਪਹਿਲਾਂ ਇੱਥੋਂ ਇਹ ਸਮਝੀਏ ਕਿ ਪਿੱਛੋਂ ਜਿਹੜਾ ਮਨ ਸੱਚ ਨੂੰ ਸਮਝਦਾ ਆ ਰਿਹਾ ਹੈ ਔਰ ਇੱਕ ਮਿਕ ਹੈ ਔਰ ਆਪਣੀ ਸ੍ਰਿਸ਼ਟੀ ਸਾਜਣ ਯੋਗ ਹੈ, ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਪੂਰੀ ਤਰ੍ਹਾਂ ਵਿਜ਼ਡਮ ਟ੍ਰਾਂਸਮਿਟ ਕਰ ਰਿਹਾ ਹੈ ਭਗਤ ਅਵਸਥਾ 'ਚ। ਸੰਸਾਰਾ ਲਫ਼ਜ਼ ਅਸੀਂ ਪਹਿਲਾਂ ਆਪਣੇ ਤੇ ਟੁਕਾਵਾਂਗੇ ਤਾਂ ਕਿ ਉਹ ਵਾਲੇ ਮਨ ਦੀ ਉਹ ਵਾਲੀ ਗੱਲ ਸਾਨੂੰ ਕਲੀਅਰ ਹੋ ਜਾਏ। ਸੰਸਾਰਾ ਦਾ ਮਤਲਬ ਹੁੰਦਾ ਹੈ ਸਾਡੇ ਅੰਦਰ ਦਾ ਜਿਹੜਾ ਥਾਟ ਪ੍ਰੋਸੈਸ, ਉਹਨੂੰ ਜਗ ਵੀ ਕਹਿੰਦੇ ਨੇ, ਜਗਤ ਵੀ ਕਹਿੰਦੇ ਨੇ। ਅਤੇ ਜੈਸਾ ਮੇਰਾ ਸੰਸਾਰ, ਜੈਸਾ ਮੇਰਾ ਅੰਦਰ ਦਾ ਜਗਤ ਹੈ ਨਾ, ਵੈਸਾ ਮੇਰਾ ਯੁੱਗ ਬਣਦਾ ਹੈ। ਸੋ ਜੋ ਮੇਰਾ ਯੁੱਗ ਥਾਟ ਪ੍ਰੋਸੈਸ ਤੋਂ ਲੈ ਕੇ ਸਾਰਾ ਮੇਰਾ ਅੰਦਰ ਦਾ ਇੱਕ ਸਾਰੀ ਸ੍ਰਿਸ਼ਟੀ ਦਾ, ਉਹ ਸਾਰਿਆਂ ਨੂੰ ਇਹ ਗੱਲ ਬਹੁਤ ਅੱਛੀ ਤਰ੍ਹਾਂ ਸਮਝ ਆ ਗਈ ਹੈ ਕਿ ਅਸੀਂ ਆਪਣੇ ਇਹ ਮਨ ਦੇ ਜਿਹੜੇ ਸੁਖਦਾਤਾ ਜੀ ਨੇ ਸਾਡੇ, ਇਹਨਾਂ ਦੀ ਮੰਨਣੀ ਹੈ। ਜੇ ਅਸੀਂ ਵਿਕਾਰੀ ਸੋਚ ਵਿੱਚ ਆਉਂਦੇ ਹਾਂ ਤਾਂ ਉਹਦੇ ਨਾਲ ਇਹ ਗਣਤ ਗਣੈ ਵਾਲੇ ਜਿਤਨੇ ਵੀ ਲਫ਼ਜ਼ ਆਉਂਦੇ ਨੇ, ਇਹਨਾਂ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੇ ਨਾਲ ਚਿੰਤਾ ਫਿਕਰ ਸ਼ੁਰੂ ਹੁੰਦਾ ਹੈ। ਚਿੰਤਾ ਫਿਕਰ ਡਰ ਸ਼ੱਕੀ ਸੁਭਾਅ, ਸੋ ਉਹਦੇ ਅੰਦਰ ਸੜਕਨ ਹੈ। ਸੋ ਇਹ ਕਲੈਰਿਟੀ ਹੁੰਦੀ ਹੈ, ਉਹਨਾਂ ਨੂੰ ਕੌਨਫੀਡੈਂਸ ਹੁੰਦਾ ਹੈ ਕਿ ਅਸੀਂ ਠੀਕ ਗਾਈਡ ਨੂੰ ਫੋਲੋ ਕਰ ਰਹੇ ਹਾਂ। ਗਣਤ ਗਣੈ ਸੋ ਜਲੈ ਸੰਸਾਰਾ, ਸੋ ਉਹਦੇ 'ਚ ਸੜਨਾ ਪੈਂਦਾ, ਸਾਰਾ ਸੰਸਾਰ ਅੰਦਰ ਦਾ ਸੜਦਾ ਰਹਿੰਦਾ ਹੈ। ਸਹਿਸਾ ਮੂਲ ਨਾ ਚੁੱਕੈ ਵਿਕਾਰਾ। ਅੱਛਾ, ਮੈਂ ਇਹ ਸੰਸਾਰ ਲਫ਼ਜ਼ ਇਸ ਕਰਕੇ ਵੀ ਡਿਸਕਸ ਕੀਤਾ ਕਿ ਬੜੇ ਸਾਰੇ ਲੋਕ ਨੇ ਜਿਹੜੇ ਗਿਣਤੀਆਂ ਮਿਣਤੀਆਂ ਦੇ ਪਾਠ ਕਰਦੇ ਨੇ ਔਰ ਉਹ ਸੋਚ ਰਹੇ ਨੇ ਮੇਰਾ ਤੇ ਪਾਠ ਕਰਕੇ ਮੇਰਾ ਜੀਵਨ ਸੁਖੀ ਹੋ ਗਿਆ। ਉਹ ਤੇ ਆਪਣੇ ਆਪ ਨੂੰ ਜੱਲੇ ਸੰਸਾਰਾ ਸਮਝ ਵੀ ਨਹੀਂ ਰਹੇ ਨੇ ਔਰ ਉਹ ਗਿਣਤੀਆਂ ਮਿਣਤੀਆਂ ਦੇ ਪਾਠ ਕਰਕੇ ਉਹ ਤੇ ਕਹਿ ਰਹੇ ਨੇ ਲੋ ਜੀ ਬਾਣੀ 'ਚ ਸਿਖਾਇਆ ਪਾਠ ਕਰੀ ਜਾਓ, ਤੀਨੇ ਤਾਪ ਨਿਵਾਰਣ ਆਰਾ ਦੁਖੰਤਾ ਸੁਖਰਾਸ ਤਾਂ ਕੋ ਨਾ ਕੋ ਲਾਗੇ ਜਾ ਕੀ ਪ੍ਰਭ ਗਿਰਦਾਸ। ਮੈਂ ਤੇ ਅਰਦਾਸ ਵੀ ਕਰਦਾ, ਪਰ ਅੰਦਰ ਦਾ ਜਿਹੜਾ ਸੰਸਾਰ ਹੈ ਨਾ, ਉਹ ਸੜਨ ਬਾਰੇ ਨੌਲੇਜ ਨਹੀਂ ਹੋ ਪਾਉਂਦੀ ਹੈ। ਤੋ ਜਦੋਂ ਇੱਕ ਮਨੁੱਖ ਦੇਖ ਲਵੇ ਕਿ ਬਈ ਮੈਂ ਸੱਚ ਨੂੰ ਫੋਲੋ ਕਰਦਾ ਤੇ ਮੇਰੀ ਸੜਕਨ ਖਤਮ ਹੁੰਦੀ ਹੈ, ਤੇ ਉਹਦੇ ਸਾਰੇ ਇੰਦਰੀ ਗਿਆਨ ਇੰਦਰੀ ਰਿਅਲਾਈਜ਼ ਕਰਦੇ ਨੇ। ਸਹਿਸਾ ਮੂਲ ਨਾ ਚੁੱਕੈ ਵਿਕਾਰਾ, ਜੇ ਬਿਲਕੁਲ ਵੀ ਸਾਡਾ ਡਰ ਫਿਕਰ ਤੌਖਲਾ ਚਿੰਤਾ ਨਹੀਂ ਜਾਏਗਾ, ਜੇ ਅਸੀਂ ਵਿਕਾਰੀ ਸੋਚ ਰੱਖਾਂਗੇ, ਅੰਦਰ ਸੰਸਾਰ ਸੜਦਾ ਰਹੇਗਾ। ਸਾਨੂੰ ਗਣਤੀ ਗਣੇ ਦਾ ਮਤਲਬ ਅਸੀਂ ਚਿੰਤਾ ਫਿਕਰ ਵਾਲੀ ਸੋਚ ਵਿੱਚ ਨਹੀਂ ਰਹਿਣਾ ਹੈ, ਡਰ ਵਾਲੀ ਸੋਚ ਨਹੀਂ। ਇਹ ਸਾਰੇ ਵਿਕਾਰ ਹਨ। ਸੋ ਜਿਸ ਸਾਡੇ ਮਨ ਨੇ ਗੁਰੂ ਦੇ ਮੁਖ ਤੋਂ ਨਿਕਲੀ ਬਾਤ ਨੂੰ ਸੁਣ ਲਿਆ, ਉਹ ਇਸ ਚਿੰਤਾ ਫਿਕਰ ਤੌਖਲੇ ਵਾਲੇ ਡਰ ਵਾਲੇ ਖਿਆਲਾਂ ਤੋਂ ਆਪ ਛੁੱਟ ਚੁੱਕਾ ਹੈ, ਸੱਚ ਨਾਲ ਸਮਾਇਆ ਹੈ। ਉਹ ਸਾਨੂੰ ਹੀ ਉਸ ਪਾਸੇ ਪਾਉਂਦਾ ਹੈ, ਸਾਨੂੰ ਫੋਲੋ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਵੀ ਵਿਕਾਰ ਚੁੱਕ ਜਾਣ। ਸੋ ਗੁਰੂ ਸਾਹਿਬ ਅਲਟੀਮੇਟਲੀ ਸਾਡੇ ਜਿਹੜੇ ਇੰਦਰੀ ਗਿਆਨ ਇੰਦਰੀ ਨੇ ਨਾ, ਉਹਨਾਂ ਨੂੰ ਫਿਕਸਅਪ ਕਰਨ ਦੀ ਬਜਾਏ ਮਨ ਨੂੰ ਫਿਕਸਅਪ ਕਰਦੇ ਨੇ ਤਾਂ ਕਿ ਮਨ ਦਾ ਜਲਦਾ ਸੰਸਾਰ, ਕਿਉਂਕਿ ਮਨ ਨੂੰ ਇਹ ਸਮਝਾਇਆ ਹੈ ਹਰ ਬਿਨ ਜੀਉ ਇਫ ਆਈ ਲਿਵ ਵਿਦਾਊਟ ਵਿਜ਼ਡਮ, ਹਰ ਬਿਨ ਜੀਉ ਜਲ ਬਲ ਜਾਉ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀਂ ਥਾਉ। ਆਪ ਹੀ ਸੜਦਾ ਹੈ ਔਰ ਆਪਣੀ ਸਾਰੀ ਸ੍ਰਿਸ਼ਟੀ ਨੂੰ ਵੀ ਸੜਦਾ ਹੈ। ਪਰ ਉਹ ਤੇ ਅਸੀਂ ਇੱਥੇ ਸਮਝ ਰਹੇ ਹਾਂ ਕਿ ਉਹ ਮਨ ਤੇ ਸਤਿਗੁਰ ਦੀ ਮੱਤ ਬੜੇ ਚੰਗੇ ਢੰਗ ਦੇ ਨਾਲ ਲੈ ਚੁੱਕਾ ਹੋਇਆ ਹੈ ਔਰ ਉਸਨੂੰ ਫੋਲੋ ਕਰ ਰਿਹਾ ਹੈ। ਸੋ ਇਹ ਬੜੀ ਅੱਛੀ ਅਵਸਥਾ ਹੈ ਕਿ ਉਹਨਾਂ ਨੂੰ ਸ਼ੋਰ ਹੋ ਗਿਆ ਕਿ ਅਸੀਂ ਇਸ ਨੂੰ ਫੋਲੋ ਕਰਾਂਗੇ ਤਾਂ ਠੀਕ, ਵਰਨਾ ਅਸੀਂ ਵਿਕਾਰਾਂ ਤੋਂ ਬਚ ਨਹੀਂ ਸਕਦੇ। ਹਾਂਜੀ, ਤਜਿੰਦਰ ਵੀਰ ਜੀ। ਜੀ ਤਜਿੰਦਰ ਵੀਰ ਜੀ, ਇਹ ਆਪਣਾ ਅਮਰ ਆਨੰਦ ਵੀਰ ਜੀ ਨਾ ਬਹੁਤ ਦਿਨਾਂ ਤੋਂ ਕੁਝ ਨਾ ਸ਼ੇਅਰ ਕਰਨਾ ਚਾਹ ਰਹੇ ਵੀਰ ਜੀ। ਕੁਐਸਚਨ ਆਨਸਰ ਵੀਰ ਜੀ ਲੇਟਰ ਔਨ ਨਹੀਂ ਵੀਰ ਜੀ, ਉਹ ਨਾ ਮੇਰੇ ਖਿਆਲ ਨਾਲ ਤੁਸੀਂ ਕੈਰੀ ਔਨ ਵੀਰ ਜੀ। ਆਈ ਨੋ ਇਟ ਪਲੀਜ਼ ਵੀਰ ਜੀ। ਤਜਿੰਦਰ ਵੀਰ ਜੀ ਇੱਕ ਸੈਕਿੰਡ ਸੁਣੋ। ਤਜਿੰਦਰ ਵੀਰ ਜੀ, ਮੇਰੇ ਖਿਆਲ ਨਾਲ ਆਪਾਂ ਜੋ ਡਿਸਕਸ ਕਰ ਰਹੇ ਨਾ ਉਹਦੇ ਰਿਲੇਟਡ ਉਹ ਕੁਝ ਬੋਲਣਾ ਚਾਹ ਰਹੇ ਹਾਂ। ਅਸੀਂ ਲੈ ਲਾਂਗੇ ਕੁਐਸਚਨ, ਲੇਕਿਨ ਕੁਐਸਚਨ ਆਪਾਂ ਉਹਨਾਂ ਨੂੰ ਵੀ ਬੋਲਣਾ ਦਈਏ ਕਿਉਂਕਿ ਬਹੁਤ ਚਿਰ ਹੋ ਗਿਆ ਔਰ ਬਹੁਤ ਦਿਨਾਂ ਤੋਂ ਨਾ ਉਹ ਵਿਚਾਰ ਹੋ ਚੁੱਕੀ ਹੈ। ਕੋਈ ਗੱਲ ਨਹੀਂ ਵੀਰ ਜੀ, ਵੀ ਵਿਲ ਟੇਕ ਇਟ ਆਫਟਰ ਇਨ ਕੁਐਸਚਨ ਆਨਸਰ ਸੈਸ਼ਨ। ਸੋ ਵੀਰ ਜੀ ਯੂ ਕੈਰੀ ਔਨ। ਜੀ ਭੁਪਿੰਦਰ ਜੀ, ਆਪ ਜੀ ਦਾ ਧੰਨਵਾਦ। ਬੜੇ ਪਿਆਰ ਨਾਲ ਆਪ ਜੀ ਬੜਾ ਸਮਝਾਣਾ ਕਰਦੇ। ਥੈਂਕ ਯੂ।
जे सच दे ता पाए कोई, गुर प्रसादी प्रगट होई। सच नाम सालाहे रंग राता, गुर कृपा ते सुख पाइंदा। जे सच दे ता पाए कोई। है ता कर भी आया है, मैं कन्ने नाल ही उच्चारण करना, ता हल्का जिहा ही उच्चारण करना, क्योंकि कन्ना नाल नहीं लग्या। जे सच दे तो पाए कोई, जदे अर्थ ਇਹ ਕਰਾਂਗੇ ਨਾ ਕਿ ਜੇਕਰ ਉਹ ਸੱਚ ਦੇਗਾ ਤੇ ਉਸੇ ਨੂੰ ਪ੍ਰਾਪਤ ਹੋਏਗਾ, ਤੇ ਕਿਧਰੇ ਨਾ ਕਿਧਰੇ ਅਸੀਂ ਭੁਲੇਖੇ ਵਿੱਚ ਖਾ ਜਾਾਂਗੇ। ਫਿਰ ਤੇ ਪ੍ਰਮਾਤਮਾ ਨਿਰਵੈਰ ਨਾ ਹੋਇਆ, ਕਿਸੇ ਨੂੰ ਸੱਚ ਦੇ ਦਿੰਦਾ ਹੈ, ਕਿਸੇ ਨੂੰ ਨਹੀਂ ਦਿੰਦਾ। ਫਿਰ ਗੁਰ ਪ੍ਰਸਾਦੀ ਪ੍ਰਗਟ ਹੋਈ, ਗੁਰੂ ਦੀ ਕਿਰਪਾ ਦੁਆਰਾ ਪ੍ਰਗਟ ਹੁੰਦਾ। ਇਹਨੂੰ ਅਸੀਂ ਇਸ ਤਰੀਕੇ ਨਾਲ ਸਮਝਣਾ ਕਰੀਏ ਨਾ, ਗਿਵ ਐਂਡ ਟੇਕ ਬਾਰੇ ਪਹਿਲਾਂ ਵੀ ਇੱਕ ਵਾਰੀ ਸਾਂਝ ਬਣੀ ਸੀ। ਗਿਵ ਐਂਡ ਟੇਕ, ਜਦੋਂ ਦੇਣ ਵਾਲਾ ਵੀ ਰਾਜ਼ੀ ਹੋਏ, ਲੈਣ ਵਾਲਾ ਵੀ ਰਾਜ਼ੀ ਹੋਏ, ਤਾਂ ਹੀ ਉਹ ਪ੍ਰੋਸੈਸ ਕੰਪਲੀਟ ਹੁੰਦੀ। ਜੇ ਦੇਣ ਵਾਲਾ ਮਨਾ ਕਰਦੇ ਮੈਂ ਨਹੀਂ ਦੇ ਰਿਹਾ, ਜਾਂ ਲੈਣ ਵਾਲਾ ਮਨਾ ਕਰਦੇ ਕਿ ਮੈਂ ਨਹੀਂ ਲੈ ਰਿਹਾ, ਤਾਂ ਪ੍ਰੋਸੈਸ ਕੰਪਲੀਟ ਨਹੀਂ ਹੁੰਦੀ। ਇੱਥੇ ਪ੍ਰਮਾਤਮਾ ਗੁਰੂ ਸਾਨੂੰ ਦੇਣ ਲਈ ਤਿਆਰ ਹੈ, ਹਮੇਸ਼ਾ ਦੇ ਰਿਹਾ ਹੈ, ਸਾਡੇ ਤੇ ਹਮੇਸ਼ਾ ਬਖਸ਼ਿਸ਼ ਕਰ ਰਿਹਾ ਹੈ। ਅਸੀਂ ਨਹੀਂ ਲੈ ਰਹੇ, ਇਸ ਲਈ ਪ੍ਰੋਸੈਸ ਕੰਪਲੀਟ ਨਹੀਂ ਹੋ ਰਹੀ। ਤੇ ਇਹਨੂੰ ਇਹ ਸਮਝੀਏ, ਪ੍ਰਮਾਤਮਾ ਨੇ ਹੁਕਮ ਨਿਯਮ ਇਸ ਤਰੀਕੇ ਦੇ ਨਾਲ ਬਣਾਇਆ ਹੋਇਆ ਕਿ ਜਦੋਂ ਵੀ ਅਸੀਂ ਗੁਰੂ ਦੀ ਦਸੀ ਰਾਹ ਦੇ ਮੁਤਾਬਿਕ ਕਾਰ ਵਿਹਾਰ ਕਰਨਾ ਕਰਦੇ ਹਾਂ, ਤੇ ਸੱਚ ਨਾਲ ਸਾਡੀ ਸਾਂਝ ਬਣ ਜਾਂਦੀ ਹੈ। ਜੇ ਇਹਨੂੰ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝਣਾ ਕਰੀਏ, ਗੁਰੂ ਨੇ ਤਾਂ ਕਿਰਪਾ ਕੀਤੀ ਹੋਈ ਹੈ, ਅਸੀਂ ਕਿਰਪਾ ਭਾਂਡਾ ਉਲਟਾ ਕਰਕੇ ਬੈਠੇ ਹਾਂ, ਜਾਂ ਅਸੀਂ ਕਿਧਰੇ ਨਾ ਕਿਧਰੇ ਸਮਝ ਵਿੱਚ ਭੁੱਲ ਕਰ ਰਹੇ ਹਾਂ, ਜਿਸ ਵਜ੍ਹਾ ਕਰਕੇ ਅਸੀਂ ਸਾਂਝ ਨਹੀਂ ਬਣਾ ਪਾ ਰਹੇ। ਜੇ ਸੱਚ ਦੇ ਤਾਂ ਪਾਏ ਕੋਈ, ਗੁਰ ਪ੍ਰਸਾਦੀ ਪ੍ਰਗਟ ਹੋਈ। ਗੁਰੂ ਦੀ ਗਾਈਡੈਂਸ ਵਿੱਚ ਤੁਰਿਆ, ਹਿਰਦੇ ਵਿੱਚੋਂ ਗੁਰੂ ਦੇ ਗੁਣ ਪ੍ਰਗਟ ਹੋ ਜਾਂਦੇ। ਗੁਰੂ ਬਖਸ਼ਿਸ਼ ਕਰ ਰਿਹਾ, ਅਸੀਂ ਬਖਸ਼ਿਸ਼ ਦੇ ਉੱਤੇ ਤੁਰਨਾ ਆਰੰਭ ਕਰ ਦਈਏ, ਤੇ ਹਿਰਦੇ ਵਿੱਚ ਸਾਂਝ ਬਣ ਜਾਏਗੀ। ਸੱਚ ਨਾਮ ਸਾਲਾਹੇ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਇੰਦਾ। ਕਹਿੰਦੇ ਜਦੋਂ ਹਿਰਦੇ ਵਿੱਚ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੇ ਬੋਲ ਹਿਰਦੇ ਵਿੱਚ ਪ੍ਰਗਟ ਹੋ ਜਾਣ, ਫਿਰ ਉਸਦਾ ਜੀਵਨ ਕਿਹੋ ਜਿਹਾ ਬਣਦਾ ਹੈ। ਸੱਚ ਨਾਮ ਸਾਲਾ ਹੈ, ਕਹਿੰਦੇ ਫਿਰ ਸੱਚ ਨਾਮ ਸਾਲਾ ਹੈ, ਸਿਫਤ ਸਲਾਜ਼ਮ, ਕੇਵਲ ਜ਼ਬਾਨੀ ਨਹੀਂ, ਕਰਮਾਂ ਦੇ ਰਾਹੀਂ ਵੀ ਸੱਚ ਨਾਮ ਨੂੰ ਸਲਾਉਂਦਾ ਰਹਿੰਦਾ। ਸੱਚ ਨਾਮ ਸਾਲਾ ਹੈ, ਕਿਸ ਤਰ੍ਹਾਂ ਸਲਾਉਂਦਾ? ਰੰਗ ਰਾਤਾ, ਰੰਗ ਵਿੱਚ ਭਿੱਜਿਆ ਹੋਇਆ, ਪ੍ਰੇਮ ਰੰਗ ਵਿੱਚ ਭਿੱਜਿਆ ਹੋਇਆ, ਪ੍ਰੇਮ ਦੇ ਰੰਗ ਵਿੱਚ ਭਿੱਜ ਕੇ ਸੱਚ ਦੇ ਬੋਲ ਕੇਵਲ ਜ਼ਬਾਨੀ ਹੀ ਨਹੀਂ, ਕਰਮਾਂ ਦੇ ਰਾਹੀਂ ਵੀ ਹਮੇਸ਼ਾ ਪਰਮਾਤਮਾ ਦੇ ਬੋਲ ਜਿਹੜਾ ਸਲਾਉਂਦਾ ਰਹਿੰਦਾ ਹੈ। ਗੁਰ ਕਿਰਪਾ ਤੇ ਸੁਖ ਪਾਇੰਦਾ, ਗੁਰੂ ਦੀ ਕਿਰਪਾ ਦੇ ਨਾਲ ਸਾਥ ਬਣਾ ਕੇ ਉਹ ਆਨੰਦ ਨੂੰ ਪ੍ਰਾਪਤ ਹੋ ਜਾਂਦਾ। ਦੇਖੋ ਸੁਖ ਅੱਖਰ ਆਇਆ ਨਾ, ਸੁਖ ਅੱਖਰ ਨੂੰ ਵੀ ਅਸੀਂ ਸਮਝਣਾ ਕਰ ਲਈਏ, ਦੁੱਖ ਨੂੰ ਵੀ ਸਮਝਣਾ ਕਰ ਲਈਏ। ਜਦੋਂ ਦੁੱਖ ਅੱਖਰ ਆਉਂਦਾ ਹੈ, ਅਸੀਂ ਬੜੇ ਨਿੱਕੇ ਨਿੱਕੇ ਆਪਣੇ ਦੁੱਖਾਂ ਵੱਲ ਧਿਆਨ ਚਲਾ ਜਾਂਦਾ। ਮੇਰੇ ਪੇਟ ਵਿੱਚ ਦਰਦ ਹੈ, ਮੇਰੇ ਬੱਚੇ ਨੂੰ ਨੌਕਰੀ ਨਹੀਂ ਮਿਲੀ, ਮੈਨੂੰ ਮਾਇਆ ਦਾ ਥੋੜਾ ਘਾਟ ਹੈ, ਮੈਨੂੰ ਨੌਕਰੀ ਚਾਹੀਦੀ ਹੈ, ਮੇਰੇ ਬੱਚੇ ਦਾ ਵਿਆਹ, ਬੜੇ ਛੋਟੇ ਛੋਟੇ ਅਸੀਂ ਦੁੱਖਾਂ ਨੂੰ ਤੱਕੀਏ ਨਾ, ਬੜੇ ਨਿੱਕੇ ਨਿੱਕੇ ਦੁੱਖ ਹਨ। ਐਂ ਸਮਝੀਏ ਇੱਕ ਪੇੜ ਹੈ, ਪੇੜ ਦੇ ਉੱਤੇ ਲੱਖਾਂ ਕਰੋੜਾਂ ਅਣਗਿਣਤ ਪੱਤੇ ਲੱਗੇ ਹਨ, ਤੇ ਉਹਨਾਂ ਵਿੱਚੋਂ 2 ਪੱਤੇ 4 ਪੱਤੇ ਹਨ। ਅਸੀਂ ਗਿਣਤੀ ਦੁੱਖਾਂ ਦੀ ਕਰੀਏ ਨਾ, ਆਪਣੇ ਸਰੀਰਕ ਦੁੱਖਾਂ ਦੀ, ਤੇ 4 6 ਦੇ ਬਾਅਦ ਸਾਨੂੰ ਗਿਣਨਾ ਥੋੜਾ ਜਿਹਾ ਹੋ ਜਾਏਗਾ ਕਿ ਅਗਲੀ ਗਿਣਤੀ ਕਿਹੜੀ ਕਰੀਏ। ਇਹ ਉਸ ਵ੍ਰਿਕਸ਼ ਦੇ 6 ਪੱਤੇ 8 ਪੱਤੇ 10 ਪੱਤੇ ਹੀ ਹਨ, ਪਰ ਗੁਰੂ ਉਹ ਦੁੱਖਾਂ ਦੀ ਜੜ ਹੀ ਪੱਟ ਦਿੰਦਾ। ਜਦੋਂ ਗੁਰੂ ਦੁੱਖਾਂ ਦਾ ਜ਼ਿਕਰ ਕਰਦਾ ਹੈ ਨਾ, ਜਦੋਂ ਆ ਤੈਨੂੰ ਮੈਂ ਸੁੱਖ ਦੱਸਾਂ ਕਿਹੜਾ ਸੁੱਖ ਹੈ, ਜਦੋਂ ਉਹ ਸੁੱਖ ਨਾਲ ਸਾਂਝ ਬਣ ਜਾਏਗੀ, ਆਤਮਕ ਆਨੰਦ ਨਾਲ ਸਾਂਝ ਬਣ ਜਾਏਗੀ, ਉਹ ਦੁੱਖਾਂ ਦਾ ਵ੍ਰਿਕਸ਼ ਹੀ ਪੱਟਿਆ ਜਾਏਗਾ ਪੂਰੇ ਦਾ ਪੂਰਾ। ਅਸੀਂ ਜਿਹੜਾ ਸਾਨੂੰ ਗੁਰੂ ਕੋਲੋਂ ਦਾਤਾਂ ਮੰਗਣੀਆਂ ਆਉਂਦੀਆਂ ਨਹੀਂ, ਅਸੀਂ ਗੁਰੂ ਕੋਲੋਂ ਦਾਤ ਵੀ ਮੰਗਦੇ ਹਨ, ਨੌਕਰੀ ਦੇ ਦੇ, ਧਨ ਦੌਲਤ ਦੇ ਤੇ ਦਾਤ ਮੰਗਣੀ ਆਉਂਦੀ ਨਹੀਂ। ਗੁਰੂ ਕਹਿੰਦਾ ਆ ਤੈਨੂੰ ਮੈਂ ਐਸਾ ਆਨੰਦ ਦਵਾਂ ਕਿ ਹਰ ਹਾਲਾਤ ਵਿੱਚ, ਜੇ ਤੇਰੇ ਕੋਲ ਧਨ ਦੌਲਤ ਘੱਟ ਹੋਏ ਵੱਧ ਹੋਏ, ਤੂੰ ਆਨੰਦ ਵਿੱਚ ਹੀ ਰਹੇਗਾ। ਹਰ ਵਕਤ ਕਿਸੇ ਵੀ ਥਾਂ ਤੇ, ਧੁੱਪ ਵਿੱਚ ਛਾਂ ਵਿੱਚ, ਤੂੰ ਆਨੰਦ ਵਿੱਚ ਰਹੇਗਾ। ਜ਼ਿੰਦਗੀ ਦੇ ਕਿਸੇ ਵੀ ਮੋੜ ਵਿੱਚ ਤੈਨੂੰ ਦੁੱਖ ਆਏਗਾ ਹੀ ਨਹੀਂ, ਪਰ ਸਾਨੂੰ ਦਾਤ ਮੰਗਣੀ ਨਹੀਂ ਆਉਂਦੀ। ਗੁਰੂ ਅਸਲ ਸਾਨੂੰ ਉਹ ਆਨੰਦ ਦੇ ਰਿਹਾ ਹੈ ਜਿਸ ਆਨੰਦ ਵਿੱਚ ਹਮੇਸ਼ਾ ਖੇੜਾ ਹੀ ਖੇੜਾ ਹੈ, ਸੁੱਖ ਹੀ ਸੁੱਖ ਹੈ, ਜਿੱਥੇ ਦੁੱਖ ਦਾ ਝਲਕਾਰਾ ਵੀ ਸਾਨੂੰ ਪ੍ਰਭਾਵਿਤ ਨਹੀਂ ਕਰ ਪਾਉਂਦਾ। ਤੇ ਗੁਰੂ ਸਾਹਿਬ ਇੱਥੇ ਵੀ ਸਮਝਾਣਾ ਕਰ ਰਹੇ ਹਨ, ਗੁਰ ਕਿਰਪਾ ਤੇ ਸੁਖ ਪਾਇੰਦਾ,
ਇਹ ਉਹਨਾਂ ਸੁੱਖਾਂ ਦਾ ਜ਼ਿਕਰ ਕਰ ਰਹੇ ਹਨ, ਉਸ ਆਨੰਦ ਦਾ ਜ਼ਿਕਰ ਕਰ ਰਹੇ ਹਨ ਜੋ ਕਦੀ ਮੁੱਕਦਾ ਹੀ ਨਹੀਂ, ਜੋ ਜ਼ਿੰਦਗੀ ਦੇ ਹਰ ਹਾਲਾਤ ਵਿੱਚ ਆਨੰਦ ਦੇਣ ਵਾਲਾ ਹੈ। ਅਸੀਂ ਦੁਨਿਆਵੀ ਸੁੱਖਾਂ ਦੀ ਲਿਸਟਾਂ ਲੈ ਕੇ ਗੁਰੂ ਕੋਲ ਜਾਂਦੇ ਹਾਂ, ਅਸਲ ਆਨੰਦ ਦੀ ਦਾਤ ਮੰਗੀਏ ਗੁਰੂ ਕੋਲੋਂ ਕਿ ਸਾਡੀ ਜ਼ਿੰਦਗੀ ਵਿੱਚ ਸਦੀਵ ਦਾ ਆਨੰਦ ਵਸ ਸਕੇ। ਜੀ ਹਰਮਿੰਦਰ ਵੀਰ ਜੀ। ਜਿਹੜੀ ਪਹਿਲਾਂ ਜਿਹੜੀ ਇਸ ਤੋਂ ਪਹਿਲੇ ਪਦੇ ਵਾਲੀ ਜਿਹੜੀ ਗੱਲ ਚੱਲਦੀ ਸੀ ਸਾਡੀ ਵੀ ਉਹ ਗਣਤ ਦੀ, ਸਹਿਸੇ ਦੀ, ਅਸੀਂ ਜੋ ਜਿਨ੍ਹਾਂ ਗਿਣਤੀਆਂ ਮਿੰਤੀਆਂ ਵਿੱਚ ਕੌਨਸਟੈਂਟ ਸਟ੍ਰੈਸ ਵਿੱਚ ਪਏ ਹੋਏ ਹਾਂ, ਇਸ ਤੋਂ ਛੁਟਕਾਰਾ ਕਿਵੇਂ ਮਿਲ ਸਕਦਾ ਹੈ? ਕਹਿੰਦੇ ਜੇ ਸੱਚ ਇੱਥੇ ਐਡਜੈਕਟਿਵ ਫॉर ਗॉड ਕਹਿ ਲਓ, ਨਾਮ ਕਹਿ ਲਓ, ਵੀ ਇਹ ਦਾਤ ਗੁਰੂ ਤੋਂ ਬਿਨਾ ਜ਼ਿੰਦਗੀ, ਗੁਰੂ ਕੋਲੋਂ ਨਾਮ ਹਾਸਲ ਕਰਨ ਤੋਂ ਬਿਨਾ ਇਹ ਤੁਹਾਡੀ ਜ਼ਿੰਦਗੀ ਵਿੱਚੋਂ ਇਹ ਗਣਤ, ਚਿੰਤਾ, ਫਿਕਰ, ਸਟ੍ਰੈਸ ਇਹ ਖਤਮ ਨਹੀਂ ਹੋ ਸਕਦੇ ਜੇ ਸੱਚ ਦੇ। ਹੁਣ ਸੱਚ ਜਿਹੜਾ ਹੈ ਉਹ ਐਡਜੈਕਟਿਵ ਫॉर गॉड ਵੀ ਹੈ। ਰੱਬ ਕਿਕਨ ਵਰਤਦਾ ਹੈ? ਰੱਬ ਆਪਣੇ ਗੁਣਾਂ ਵਿੱਚੋਂ ਵਰਤਦਾ ਹੈ, ਰੱਬ ਆਪਣੇ ਨਾਮ ਵਿੱਚ ਵਰਤਦਾ ਹੈ, ਨਾਮੇ ਰਿਹਾ ਸਮਾਈ ਹੈ। ਤੇ ਜਦੋਂ ਇਹ ਜਦ ਤੱਕ ਜ਼ਿੰਦਗੀ ਸਾਡੇ ਨਾਮ ਨਹੀਂ ਆਏਗਾ ਨਾ, ਕਹਿੰਦੇ ਵੀ ਜੇ ਸੱਚ ਦੇ, ਜਿਸ ਨੂੰ ਵੀ ਇਹ ਦਾਤ ਮਿਲਦੀ ਨਾ ਉਹ ਨਾਮ ਦੇ ਰਾਹੀਂ ਹੀ ਮਿਲਦੀ ਹੈ। ਜੇ ਸੱਚ ਦੇ ਤਾਂ ਪਾਏ ਕੋਈ, ਬਾਣੀ ਤੋਂ ਬਿਨਾ, ਨਾਮ ਤੋਂ ਬਿਨਾ, ਰੱਬ ਨਾਲ ਜੁੜਨ ਤੋਂ ਬਿਨਾ ਸਾਡੇ ਜਿਹੜੀ ਇਹ ਬੇਫਿਕਰੀ ਹੈ ਨਾ, ਵੀ ਜੋ ਅਸੀਂ ਬੇਪਰਵਾਹ, ਦੋ ਵਰਡ ਯੂਜ਼ ਕਰਨੇ ਆ ਵੀ ਉਹ ਬੇਪਰਵਾਹ ਤੇ ਲਾਪਰਵਾਹੀ ਜਿਹੜੀ ਉਹ ਮਾੜਾ ਹੈ, ਲੇਕਿਨ ਬੇਪਰਵਾਹੀ ਜਿਹੜੀ ਹੈ ਨਾ, ਅਸੀਂ ਕਰਨਾ, ਅਸੀਂ ਸਭ ਕੁਝ ਚੰਗਾ ਕਰਨਾ, ਅਸੀਂ ਸਭ ਕੁਝ ਜਿਕਨ ਗੁਰੂ ਕਹਿੰਦਾ ਉਕਨ ਕਰਨਾ, ਲੇਕਿਨ ਉਹ ਕਰਦੇ ਆ ਆਪਣੇ ਜ਼ਿੰਦਗੀ ਵਿੱਚ ਇਹ ਗਣਤ ਨਹੀਂ ਬਣਾਈ ਰੱਖ, ਚਿੰਤਾ, ਫਿਕਰ, ਤੋਖਲਾ, ਡਰ ਜਿਹੜਾ ਹੈ ਨਾ, ਉਹ ਅਸੀਂ ਜਿਹੜਾ ਨਾ ਉਹ ਨਹੀਂ ਬਣਾਈ ਰੱਖਦਾ। ਤੇ ਜਿਹੜਾ ਗੁਰੂ ਕਹਿ ਰਿਹਾ ਕਿ ਵੀ ਜਿਹੜਾ ਇਹ ਵਾਲੀ ਜਿਹੜੀ ਬੇਫਿਕਰੀ ਹੈ ਨਾ ਤੇਰੇ ਜੀਵਨ ਵਿੱਚ, ਗੁਰੂ ਕਹਿੰਦਾ ਵੀ ਇਸ ਤੋਂ ਪਹਿਲਾਂ ਕਹਿੰਦਾ ਵੀ ਗਣਤ ਗਣੈ ਸੋ ਜਲੈ ਸੰਸਾਰਾ, ਜਿਹੜਾ ਸਾਰਾ ਸੰਸਾਰ ਹੈ ਉਹ ਗਿਣਤੀ ਮਿੰਟੀ ਦੇ ਚੱਕਰਾਂ ਵਿੱਚ ਜਲਦਾ ਪਿਆ। ਹੁਣ ਇਹ ਬੇਫਿਕਰੀ ਮਿਲੇਗੀ ਕਿੱਥੋਂ ਦੀ? ਇਹ ਸਾਨੂੰ ਕੇਵਲ ਤੇ ਕੇਵਲ ਬਾਣੀ, ਗੁਰੂ, ਇਹ ਰੱਬ ਦੇ ਨਾਲ ਜੁੜਿਆ ਹੀ ਸਾਨੂੰ ਬਾਣੀ ਕਹੇਗੀ ਨਾ, ਸਾਨੂੰ ਬਾਣੀ ਜੋ ਬਾਣੀ ਕਹੇਗੀ, ਗੁਰ ਕਿਹਾ ਜੋ ਹੋਏ ਸੋ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਰਹਤੇ, ਜਾਂ ਮਤਾ ਕਰੇ ਪੱਛਮ ਕੇ ਤਾਹੀਂ ਪੂਰਬ ਹੀ ਲੈ ਜਾਤ। ਵੀ ਜਿਹੜਾ ਸਾਰਾ ਵੀ ਉਹ ਜਿਹੜਾ ਜਦੋਂ ਬਾਣੀ ਤੁਹਾਨੂੰ ਕਹਿ ਦੇਗੀ ਨਾ ਵੀ ਰੱਬ ਜਿਹੜਾ ਹੈ ਨਾ, ਤੇਰੀ ਚਿੰਤਾ ਫਿਕਰ ਕੀਤਿਆਂ ਕੋਈ ਹੋਣ ਵਾਲਾ ਨਹੀਂ ਹੈ, ਤੂੰ ਕੰਮ ਜ਼ਰੂਰ ਕਰਨੇ ਨੇ ਚੰਗੇ, ਲੇਕਿਨ ਕੰਮਾਂ ਦਾ ਨਤੀਜਾ ਤੇਰੇ ਹੱਥ ਵਿੱਚ ਨਹੀਂ ਹੈ। ਤੂੰ ਉਹਦੀ ਗਿਣਤੀ ਮਿੰਤੀ ਵਿੱਚ ਪੈ ਕੇ ਨਾ ਉਲਟਾ ਆਪਣਾ ਕੁਝ ਵਿਗਾੜ ਲੇਂਗਾ, ਤੂੰ ਉਲਟਾ ਆਪਣੇ ਸਰੀਰ ਤੋਂ ਜਾਂ ਕੋਈ ਚਿੰਤਾ ਬਹੁਤ ਵਾਲਾ ਕੰਮ ਕਰਕੇ ਨਾ, ਦੇਹੀ ਵਿਆਪੇ ਰੋਗ, ਤੂੰ ਅੱਛੇ ਕੰਮ ਜ਼ਰੂਰ ਕਰ, ਅੱਛਾ ਕੰਮ ਤੂੰ ਸਾਰੇ ਕਰਨੇ ਨੇ, ਲੇਕਿਨ ਉਹ ਕਰਮ ਕਰਤ ਹੋਵੇ ਨਹਿ ਕਰਮ, ਕੰਸੈਪਟ ਸੇਮ ਚੱਲੀ ਜਾਂਦਾ ਪਿਆ। ਕਰਮ ਜ਼ਰੂਰ ਚੰਗੇ ਕਰਨੇ ਨੇ, ਆਪਨ ਹੱਥੀ ਆਪ ਨਾ ਆਪੇ ਹੀ ਕਾਜ ਸਵਾਰੀਏ, ਬਿਲਕੁਲ ਗੁਰਮਤ ਹੈ, ਲੇਕਿਨ ਟੇਕ ਕਿਸ ਤੇ ਰੱਖਣੀ ਹੈ ਕਿ ਮੇਰੇ ਤੇ ਕੁਝ ਹੋਣ ਵਾਲਾ ਨਹੀਂ, ਹਮ ਤੇ ਕਛੂ ਨਾ ਹੋਵੇ ਮੇਰੇ ਸੁਆਮੀ। ਕਰਨੇ ਅੱਛੇ ਕੰਮ ਨੇ, ਉਹ ਉਦਮ ਵੀ ਕਰਨਾ ਹੈ, ਉਦਮ ਕਰਨ ਦਿਆ ਜੀਓ ਉਹ ਵੀ ਕਰਨਾ ਹੈ, ਲੇਕਿਨ ਉਹ ਕਹਿੰਦਾ ਪ੍ਰਭ ਡੋਰੀ ਹਾਥ ਤੁਮਾਰੇ, ਮਨ ਕਿੱਥੇ ਟਿਕਿਆ ਰਵੇ, ਮਨ ਮੈਂ ਕਰਨਾ ਪਿਆ। ਉਹ ਕਹਿੰਦੇ ਇਹ ਵਾਲੀ ਜਿਹੜੀ ਜੀਵਨ ਜਾ ਰਿਹਾ ਨਾ, ਕਹਿੰਦਾ ਹਰ ਬਿਨ ਕੋਈ ਮਾਰ ਜਵਾਲ ਨਾ ਸਕੇ ਤਾਂ ਮੇਰੇ ਮਨ ਕਾਇਦ ਕੜਈਏ। ਦੇਖੋ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਵੱਡੇ ਵੱਡੇ ਸਟੈਪਸ ਚੁੱਕੇ ਨੇ ਨਾ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕ੍ਰਾਂਤੀ ਲੈ ਕੇ ਆਂਦੀ ਹੈ, ਉਹਨਾਂ ਨੇ ਬੜੇ ਔਖੇ ਕਹਿ ਲਓ ਨਾ ਵੀ ਔਖੇ ਹਾਲਾਤਾਂ ਦੇ ਵਿਚਕਾਰ ਵੀ ਕੰਮ ਕੀਤਾ ਹੈ। ਉਹ ਤਾਂ ਸੀਮਿੰਗਲੀ ਐਕਨ ਸੀ ਕਿ ਬਈ ਉਹ ਮੇਰਾ ਕੰਮ ਹੋਣ ਵਾਲਾ ਨਹੀਂ, ਸਾਰੀ ਦੁਨੀਆ ਮੇਰੇ ਪਿੱਛੇ ਪਈ ਹੋਈ। ਔਰ ਇਹ ਤਕਰੀਬਨ ਇਹ ਮਤਲਬ ਸਿਰਫ ਸਿੱਖ ਜਗਤ ਨਹੀਂ ਹੈ ਵੀ ਜੇ ਅਸੀਂ ਕਹਿੰਦੇ ਵੀ ਸੋਕਰੇਟਸ ਸੀ, ਉਹਨੂੰ ਜ਼ਹਿਰ ਨੂੰ, ਸੁਖਰਾਤ ਜਿਹਨੂੰ ਕਹਿੰਦੇ ਨਾਰਮਲੀ ਅਸੀਂ, ਉਹਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਜਿਤਨੇ ਵੱਡੇ ਅੱਛੇ ਜਿਨ੍ਹਾਂ ਨੇ ਫਲਸਫੇ ਦਿੱਤੇ ਨੇ ਨਾ, ਜਿਨ੍ਹਾਂ ਦੇ ਫਲਸਫੇ ਅੱਜ ਦੁਨੀਆ ਮੰਨਦੀ ਹੈ, ਉਹਨਾਂ ਨੂੰ ਵੀ ਬੜੇ ਔਖੇ ਕਠਿਨ ਹਾਲਾਤ ਪਰਿਸਥਿਤੀਆਂ ਤੋਂ ਉਹਨਾਂ ਨੂੰ ਨਿਕਲਣਾ ਪਿਆ, ਤੇ ਤੱਕ ਕਿ ਉਹਨਾਂ ਨੂੰ ਆਪਣੀਆਂ ਜਾਨਾਂ ਮਾਰਨੀਆਂ ਪਈ, ਲੇਕਿਨ ਉਹਨਾਂ ਦੇ ਮਨ ਵਿੱਚ ਜੋ ਭਰੋਸਾ ਸੀ ਕਿ ਨਹੀਂ, ਉਹ ਜੋ ਮਾਲਕ ਹੈ ਨਾ, ਕਹਿੰਦੇ ਇਹ ਭਰੋਸਾ ਮਿਲਦਾ ਕਿੱਥੋਂ? ਕਹਿੰਦਾ ਇਹ ਕੇਵਲ ਤੇ ਕੇਵਲ ਸੱਚ ਕੋਲੋਂ ਜਾਂ ਬਾਣੀ ਕੋਲੋਂ ਜਾਂ ਸੱਚੇ ਸਿਧਾਂਤਾਂ ਕੋਲੋਂ ਮਿਲਦਾ ਹੈ। ਕਹਿੰਦੇ ਫਿਰ ਗੁਰ ਪ੍ਰਸਾਦੀ ਪ੍ਰਗਟ ਹੋਈ, ਫਿਰ ਗੁਰੂ ਦੀ ਕਿਰਪਾ ਸਦਕਾ ਤੇਰੇ ਜੀਵਨ ਵਿੱਚੋਂ ਇਹ ਬੇਫਿਕਰੀ ਜਿਹੜੀ ਨਾ ਉਹ ਪ੍ਰਗਟ ਹੋ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਮੇਰੇ ਵੀ 1.25 ਲੱਖ ਤੇ ਇੱਕ ਲੜਾਉ ਵੀ ਕਿਉਂ ਕਿਤੋਂ ਹੋ ਰਹੀ, ਬਸ ਅਸੀਂ ਕਹਿ ਰਹੇ ਹਾਂ ਵੀ ਸਾਡੇ ਦੇ ਕੋਲ ਜਿਹੜੇ ਅੱਜ ਬਾਰਡਰ ਦੇ ਜਿਹੜਾ ਇੱਕ ਨਾਰਮਲ ਜਿਹੜਾ ਸਿਪਾਹੀਆਂ ਵਿੱਚੋਂ ਇੱਕ ਅਸੀਂ ਕਹਿੰਦੇ ਵੀ ਜਿਹਦੇ ਜੀਵਨ ਵਿੱਚ ਗੁਰਮਤ ਥੋੜੀ ਕੁੱਟ ਕੇ ਭਰੀ ਗਈ, ਉਹ ਕਿਉਂ ਨਾ ਬੇਫਿਕਰੀ ਦੇ ਨਾਲ ਅੱਗੇ ਜਾ ਰਿਹਾ? ਕਿਤੇ ਨਾ ਕਿਤੇ ਕੁੱਟ ਕੇ ਅੰਦਰ ਪਾ ਦਿੱਤਾ ਗਿਆ ਕਿ ਨਹੀਂ ਵੀ ਤੂੰ ਜੇ ਮਾਲਕ ਨਹੀਂ ਚਾਹੇਗਾ ਨਾ ਤੇ ਕੁਝ ਨਹੀਂ ਹੋ ਸਕਦਾ, ਵੀ ਵਿੱਚ ਕਰਤਾ ਪੁਰਖ ਲੋਵਾ ਵਾਲ ਨਾ ਵਿੰਗਾ ਹੋਵਾ। ਇਹ ਬੇਫਿਕਰੀ ਜਿਹੜੀ ਹੈ ਨਾ, ਗੁਰੂ ਦੀ ਕਿਰਪਾ ਸਦਕਾ ਤੁਹਾਡੇ ਜੀਵਨ ਵਿੱਚ ਇੱਕ ਸੰਸਕ੍ਰਿਤ ਦੇ ਸ਼ਲੋਕਾਂ ਵਿੱਚ ਕਹਿੰਦਾ ਹੈ, ਕਹਿੰਦਾ ਮ੍ਰਿਗੀ ਪੇਖੰਤ ਬਦਿਕ ਪ੍ਰਹਾਰਣੇਨ ਲਖ ਆਵਧਾ ਅਹੋ ਜस्य ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛਿਦਰਤੇ।
ਵੀ शिकारी ने शिकार ਨੂੰ ਦੇਖਿਆ, ਉਹਨੇ ਆਪਣੇ ਸ਼ਸਤਰ ਤਿਆਰ ਕੀਤੇ, ਕਹਿੰਦਾ ਜੇ ਰੱਬ ਨਹੀਂ ਜਾਏਗਾ ਨਾ, ਉਹ ਜस्य ਰੱਖੇਣ ਗੋਪਾਲ ਹੈ, ਨਾਨਕ ਰੋਮ ਨਾ ਛਿਦਰਤੇ। ਗੁਰੂ ਸਾਨੂੰ ਇਹ ਭਰੋਸਾ ਦਿੰਦਾ ਪਿਆ, ਤੇਰਾ ਕੋਈ, ਅਸੀਂ ਜ਼ਿੰਦਗੀ ਦੇ ਵੱਡੇ ਵੱਡੇ ਜਿਹੜੇ ਕਾਰਜ ਨੇ, ਬੰਦਾ ਜ਼ਿੰਦਗੀ ਉਸ ਪਾਸੇ ਟੁਰਦਾ ਕਿਉਂ ਹੈ? ਕਿ ਗੁਰੂ ਤੁਹਾਨੂੰ ਭਰੋਸਾ ਦਿੰਦਾ ਪਿਆ। ਅਸੀਂ ਜਿਹੜਾ ਸਾਡਾ ਇਤਿਹਾਸ ਵੀ ਦੇਖਾਂਗੇ ਨਾ, ਵੀ ਦੇਖੋ ਅੱਜ ਕੁਝ ਕੀ ਗਿਣਤੀ ਸੀ ਸਿੱਖਾਂ ਦੀ, ਜਦੋਂ ਸਿੱਖ ਰਾਜ ਜਦੋਂ ਸਥਾਪਿਤ ਹੋਇਆ, ਸਿੱਖਾਂ ਦੀ ਗਿਣਤੀ ਤੇ ਬਹੁਤ ਥੋੜੀ ਸੀ, ਲੇਕਿਨ ਗੁਰੂ ਨੇ ਕਿੱਥੇ, ਇਹ ਸਿਧਾਂਤ ਨੇ ਸਾਡੇ ਕਿੱਥੇ ਵਿੱਚ ਇਹ ਭਰੋਸਾ, ਇਹ ਗੁਰੂ ਪ੍ਰਸਾਦੀ ਪ੍ਰਗਟ ਹੋਈ, ਇਹ ਬੇਫਿਕਰੀ ਜਿਹੜੀ ਹੈ ਨਾ, ਵੀ ਭਾਵੇਂ ਅੱਗੇ ਬੜੀ ਵੱਡੀ ਗਿਣਤੀ ਦੇ ਬੰਦੇ ਨੇ, ਲੇਕਿਨ ਇਹ ਬੇਫਿਕਰੀ ਕਿ ਨਹੀਂ ਵੀ ਜੋ ਹੋਏ ਸੋ ਪ੍ਰਭ ਤੇ, ਇਹਦੇ ਨਾਲ ਜਿਹੜਾ ਨਾ ਵੀ ਉਹ ਕਹਿੰਦੇ ਸੱਚ ਨਾਮ ਸਲਾਹੇ ਰੰਗ ਰਾਤ, ਉਹ ਕੇਵਲ ਤੇ ਕੇਵਲ ਜਿਹੜਾ ਪਰਮਾਤਮਾ ਦਾ ਨਾਮ ਹੈ, ਉਹਦੀ ਸਿਫਤ ਸਲਾਹ ਵਿੱਚ ਲੱਗੇ ਰਹਿੰਦੇ ਨੇ, ਉਹਦੀਆਂ ਵਡਿਆਈਆਂ, ਉਹਨੂੰ ਹੀ ਆਪਣੇ ਜੀਵਨ ਵਿੱਚ ਉਹਨੂੰ ਮੰਨਦੇ ਸੁਣਦੇ ਨੇ, ਉਹਦੀਆਂ ਸਿਫਤਾਂ ਵੀ ਕਰਦੇ ਨੇ। ਕਹਿੰਦੇ ਗੁਰ ਕਿਰਪਾ ਤੇ ਸੁਖ ਪਾਇੰਦਾ। ਅਸੀਂ ਕੱਲ ਜਿਹੜਾ ਕਰਕੇ ਕਹਿੰਦੇ ਨੇ ਬਿਨ ਨਾਮ ਹੈ ਦੁੱਖ ਪਾਇੰਦਾ, ਇੱਥੇ ਆਂਦਾ ਪੈਂਦਾ ਗੁਰ ਕਿਰਪਾ ਤੇ, ਗੁਰੂ ਕੋਲੋਂ ਨਾਮ ਮਿਲਣਾ, ਤੇ ਬਿਨ ਨਾਮ ਹੈ ਦੁੱਖ ਪਾਇੰਦਾ। ਜਿਹਨੂੰ ਗੁਰੂ ਕੋਲੋਂ ਨਾਮ ਮਿਲ ਜਾਵੇ, ਕਹਿੰਦਾ ਫਿਰ ਗੁਰ ਕਿਰਪਾ ਤੇ ਉਹਦਾ ਜੀਵਨ ਜਿਹੜਾ ਨਾ, ਉਹ ਬੇਗਮਪੁਰਾ ਸ਼ਹਿਰ ਕੋ ਨਾਮ। ਇਹ ਨਹੀਂ ਕਿ ਜਿਹੜਾ ਭੁਪਿੰਦਰ ਜੀ ਨੇ ਬਹੁਤ ਅੱਛੀ ਤਰ੍ਹਾਂ ਕਿਹਾ ਸੀ ਵੀ ਸ਼ਿਪਸ ਆਰ ਨਾਟ ਮੇਡ ਫॉर ਹਾਰਬਰਸ, ਇਹ ਤਕਲੀਫਾਂ ਤੇ ਆਨੀਆਂ ਹੀ ਆਨੀਆਂ ਨੇ, ਲੇਕਿਨ ਉਹਨਾਂ ਨੂੰ ਕਿਵੇਂ ਅੱਛੀ ਤਰ੍ਹਾਂ ਵੀ ਉਹਨਾਂ ਨੂੰ ਕਿਵੇਂ ਉਹ ਕਹਿੰਦੇ ਬੇੜੇ ਨੂੰ ਕੱਪਰ ਕਿਆ ਕਰੇ, ਜੋ ਪਾਟਨ ਰਹੇ ਸੁਚੇਤ। ਕੱਪਰ ਪਾਓ ਤੂਫਾਨ, ਕਹਿੰਦੇ ਉਸ ਬੇੜੇ ਨੂੰ ਤੂਫਾਨ ਉਹਦਾ ਕੁਝ ਵਿਗਾੜ ਨਹੀਂ ਸਕਦੇ। ਕਿਦਾਂ? ਕਹਿੰਦਾ ਜਾਂ ਪਾਟਨ, ਜਿੱਦਾਂ ਮਲਾਹਾ ਜਿਹੜਾ ਸ਼ਿਪ ਦਾ ਜਿਹੜਾ ਕੈਪਟਨ ਹੈ ਨਾ, ਜਿਹੜਾ ਸੁਚੇਤ ਰਹੇ ਨਾ, ਕਹਿੰਦਾ ਬੇੜੇ ਕੋ ਕੱਪਰ ਕਿਆ ਕਰੇ, ਜੋ ਪਾਟਨ ਜਿਹਦਾ ਜਿਸ ਬੇੜੀ ਦਾ ਮਤਲਬ, ਜੇ ਸਾਡੇ ਜੀਵਨ ਸਾਡਾ ਬੇੜਾ ਜਿਹੜਾ ਹੈ, ਉਹਦਾ ਮਲਾਹ ਜਿਹੜਾ ਗੁਰੂ ਹੈ, ਜਦੋਂ ਉਹ ਸਾਡੇ ਜੀਵਨ ਨੂੰ ਡਰਾਈਵ ਕਰਦਾ ਰਹੇਗਾ, ਫਿਰ ਸਾਨੂੰ ਕਿਸੇ ਕੱਪਰ ਤੋਂ ਡਰਨ ਦੀ ਕੋਈ ਲੋੜ ਨਹੀਂ। ਹਾਂਜੀ ਵੀਰ जी जी ਵੀਰ ਜੀ, आपने इतिहास ਨਾਲ जोड़ के थोड़ा ਜਿਹਾ एक्सप्लेन करना ਕੀਤਾ कि जीवन ਵਿੱਚ किस तरह बदलाव आंदा। आप जी ने 1.25 लाख से एकड़ों ਵੀ ਕਿਹਾ, सिर्फ 1.25 लाख फौजां ਨਾਲ नहीं, ਅਸੀਂ ਇਹਨੂੰ 1.25 लाख फौज ਨਾ ਗਿਣ ਲਈਏ, ਕੇਵਲ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਪਰੇਸ਼ਾਨੀਆਂ ਆਉਂਦੀਆਂ, ਜਿਸਦੇ ਅੰਦਰ ਸੱਚ ਵਸ ਜਾਏ ਨਾ, ਉਹ ਫਿਰ ਡਿਪਰੈਸ਼ਨ ਵਾਲੀ ਸਾਈਡ ਤੇ, ਸੁਸਾਈਡਲ ਥਾਟਸ ਵਾਲੀ ਸਾਈਡ ਤੇ ਨਹੀਂ ਜਾਂਦਾ। ਜ਼ਿੰਦਗੀ ਦੀ ਹਰ ਪਰੇਸ਼ਾਨੀ ਜਿਹੜੀ ਹੈ, ਸੱਚ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨਾਲ ਜੂਝਦਾ, ਉਹਨਾਂ ਨਾਲ ਲੜਦਾ। ਜ਼ਿੰਦਗੀ ਇਹ ਪਰੇਸ਼ਾਨੀਆਂ ਰਹਿਣਗੀਆਂ, ਸੱਚ ਦੇ ਚਾਨਣ ਵਿੱਚ ਜੀਏਗਾ। ਬੜੇ ਅੱਛੇ ਤਰੀਕੇ ਨਾਲ ਆਪ ਜੀ ਸਮਝਾਣਾ ਕਰ ਰਹੇ ਹੋ। ਪਰਮਜੀਤ ਵੀਰ ਜੀ ਨੇ ਸਵਾਲ ਪਾਇਆ, ਬੇਪਰਵਾਹ ਤੇ ਲਾਪਰਵਾਹ ਵਿੱਚ ਕੀ ਫਰਕ ਹੈ? ਲਾਪਰਵਾਹ ਪਾਓ, ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ, ਪਰਵਾਹੀ ਨਹੀਂ ਹੈ। परमात्मा लापरवाह नहीं है, परमात्मा बेपरवाह है। बेपरवाह तो पाओगे सब कुछ करते हुए भी कुछ नहीं कर रहा, कुछ ना करते हुए भी सब कुछ कर रहा है। उन्हें सिस्टम ऐसा बना देता है कि परमात्मा बेपरवाह है। उस सिस्टम दे अंदर, उस सिस्टम दे अंदर सारी सिस्टम जेड़ा है उन्होंने वेख भी रहा है, संभालना भी कर रहा है। सारे सिस्टम विच होंदे हुए सारे सिस्टम तो निर्लेप भी है। इन्हों इस मुताबिक समझना करिए, मेरे ख्याल नाल थोड़ी गल क्लियर हो जाती है। जी भूआ जी। हाँ जी, जे सच दे ता पाए कोई, गुर प्रसाद प्रगट होई। गुरमुख दी अवस्था ही गुर प्रसाद है। अगर गुर प्रसाद है तो फिर जे सच दे ता पाए कोई, ओ जिहड़ा गुरमुख जिसने उसदे इक नू सांझ पा लिता, उदी सिक्ख्या दे गुणां नाल सांझ पा लिता, तो समझो उसने उसनू दे दिता। यूजली वी आर इन द ब्लेम गेम, इन द एक्सक्यूज कि सानू कृपा करेगा तो असीं इह करांगे। पर कहते कि गुरप्रसाद ही गुरमुख दी अवस्था हैगी, क्योंकि उसने उसनू पा लिता हैगा। और वो पाया क्योंकि उसने सानू उसनू दिता है, तो उसने पाया है। और प्रगट किंज होंदा है? जदों वो अपने अंदर एक्सपीरियंस करदा है, व्हेन ही एक्सपीरियंस, यही बयान हुंदा है कि वो गुरमुख है, ये उदा गुरप्रसाद है और उसने इसनू पा लिता है। सच नाम सलाहे रंग राता, जेड़ा वो मन जेड़ा सच दे नाल ट्यून्ड है, नाम दे नाल ट्यून्ड है, उदी इक दे नाल ट्यून्ड हैगा, वो टोटली उसदे रंगा विच रंगिया जांदा है। क्योंकि सलाहे दा मतलब है कि एक मित हो गया, उसने सांझ पा लिती, भिज गया, इंट्यून्ड हो गया। केरा मन रंगिया गया सी, जेरे ने एक दे नाल ट्यून्ड हो गया। गुर कृपा ते सुख पाएगा, यही जरी इस दी अवस्था जरी जिदे चो रंगिया के, यही उस गुर दे प्रसाद दी उदी कृपा हैगी है। और यही अवस्था सुख हैगा।
क्योंकि गुण ही सुख है, नाम ही सुख है। तो टोटली गुर किरपा ते सुख पाईदा, यही किरपा दी अवस्था है उस मन दी जो गुरमुख हो के और उसने पूरी तरह भिज के, यही अवस्था दे विच असीं कहंदे कि उसने सुख पा लिता। हाँ जी, हाँ जी, बहुत विशाला है, पूरा एक तरह इंट्यून हो गया, रंग विच रंगिया गया और सच मन विच गुण मन विच वस जाना। अयो आनंद है, अयो केड़ा धन्यवाद आप जी दा। जी भुपिंदर वीर जी। हाँ जी, ਅਸੀਂ ਨਾ ਇੱਕ ਦਿਨ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਦਾ ਇੱਕ ਪਦਾ ਡਿਸਕਸ ਕੀਤਾ ਸੀ, 10 ਵਸਤੂਲੇ ਪਾਛੈ ਭਾਵੈ। ਆਗਰਾ ਤੋਂ ਸਤੀਸ਼ ਜੀ ਨੇ ਸਵਾਲ ਪੁੱਛਿਆ ਸੀ ਤੇ ਮੈਂ ਉਹਨਾਂ ਨਾਲ ਸ਼ੇਅਰਿੰਗ ਕੀਤੀ ਸੀ ਕਿ ਇਹਦੇ ਆਮ ਤੌਰ ਤੇ ਅਰਥ ਇਹ ਸਮਝੇ ਜਾਂਦੇ ਨੇ ਕਿ ਤੂੰ 10 ਚੀਜ਼ਾਂ ਲੈ ਕੇ ਉਹਨਾਂ ਦਾ ਥੈਂਕਲੈਸ ਹੋ ਜਾਂਦਾ ਹੈ और एक वस्त कारण भी खोट गवावे, एक वस्त दे कारण तू रोंदा है ते सारा कुछ इंज करदा है। एक भी ना दे जे रब तेनू एक चीज ना देवे, 10 वीर ले तां फिर तू की मूर्ख करेगा। ये आम तौर ते दे अर्थ कीते जांदे ने, पर मैं उस दिन भी ये सांझ कीती सी कि देन हार प्रभ छोड़ के लागे आन सुआए, नानक होना सी जी बिन ना मैं पत जाए। ये उस दे श्लोक विच उस मन नू समझाया है। और जिहड़ा मन सतगुर दी मत ले लैंदा है ना, मानो उसने एक वाली मत प्राप्त की है और वो एक वाली मत दिया सच आप सच नाल पिछले पदे समाया होया है। गणत चिंता फिकर तौखले तो बचा चुका है सानू, वो सच देंदा है। हुण उस अष्टपदी देखो की आंदा है, 10 वस्तूले पाछे पावे, तू अपने शरीर दे स्वादां दे विकारां दे चक्करां च पिया है। एक वस्त कारण, एक वस्त तेरे कोल विजडम नहीं है, एक वस्त कारण बिखोट गवावे, तू अपनी खोट वाली जिहड़ी इंप्योरिटी दे बदले प्योर वाली मत होंदी है ना, उहनूं बिखोट कहंदे ने, जिन्हों असी डिवाइन विवेक बुद्धि कहंदे आ, वो तू गवा लई। एक भी ना दे, जे तू विजडम वाली मत नहीं देगा ना ਤਾਂ 10 ਵੀਰ ਨੇ, ਫਿਰ ਸਾਰੇ ਇੰਦਰੇ ਗਿਆਨ ਇੰਦਰੇ ਤੇ ਆਪਣੇ ਸਵਾਦਾਂ ਦੇ ਚੱਕਰਾਂ 'ਚ ਪਏ ਹੋਏ ਨੇ, ਇਹ ਵੀ ਸਾਰੇ ਭਟਕਾਉਂਦੇ ਹੀ ਹਨ। ਸੋ ਮਨ ਦੇ ਬਾਰੇ ਉਹ ਕੌਨਫੀਡੈਂਟ ਹਨ ਸਾਰੇ ਇੰਦਰੇ ਗਿਆਨ ਇੰਦਰੇ, ਜਿਨ੍ਹਾਂ ਦੇ ਕਾਰਨ ਜਿਨ੍ਹਾਂ ਨੇ ਪਿੱਛੇ ਆਪਣਾ ਕੌਨਫੀਡੈਂਸ ਦੱਸਿਆ ਕਿ ਸਾਡਾ ਸਹਿਸਾ ਨਹੀਂ ਜਾਏਗਾ, ਵਿਕਾਰ ਨਹੀਂ ਜਾਏਗਾ, ਸਾਨੂੰ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਦੇ ਨਾਲ ਜਿਹੜਾ ਸੱਚ ਵਿੱਚ ਸਮਾ ਚੁੱਕਾ ਹੋਇਆ, ਉਸ ਮਨ ਦੀ ਮੱਤ ਲੈਣੀ ਹੈ। ਉਹ ਸੱਚ ਦਿੰਦਾ ਹੈ, ਉਹ ਸੱਚ ਦਿੰਦਾ ਹੈ ਤਾਂ ਇਹ ਹਰ ਇੰਦਰੇ ਗਿਆਨ ਇੰਦਰੇ ਨੂੰ ਪ੍ਰਾਪਤ ਹੁੰਦਾ ਹੈ। ਉਹ ਆਪ ਵਿਰਲਾ ਬਣ ਚੁੱਕਾ ਹੈ ਔਰ ਸਾਰਿਆਂ ਨੂੰ ਹੁਣ ਵਿਰਲੇ ਵਾਲੀ ਸੁਮਤ ਬਖਸ਼ਦਾ ਹੈ। ਉਹ ਸੁਮਤ ਹੈ ਵਿਕਾਰ ਰਹਿਤ, चिंता रहत, गुर प्रसादी प्रगट हुई। हुण जिहड़ा मन आप बेचैन है, उहदे सारे इंद्रे ज्ञान इंद्रे भी बेचैन हो जाणगे। तां ही उस मन नूं पुछिया ना, एती मार पई कुरलाणे तैं की दर्द ना आया। मन नूं पुछिया, रब जी नूं नहीं कहा उस शब्द अंदर। सो गुर प्रसादी प्रगट हुई। ये मन आप चैन विच है, आप अबचल है, ਉੱਪਰ ਵਾਲੇ ਪਦਿਆਂ ਵਿੱਚ ਇਹ ਨੇਚੋ ਹੈ, ਨੇਚਲ ਹੈ, ਸਟੇਬਲ ਹੈ। ਔਰ ਫਿਰ ਇਹ ਜਦੋਂ ਗੁਰ ਦੀ ਪ੍ਰਸਾਦ ਲੈ ਕੇ ਬਾਕੀਆਂ ਸਾਰਿਆਂ ਨੂੰ ਵੰਡਦਾ ਹੈ ਤਾਂ ਮਾਨੋ ਉਹ ਮਹਿਸੂਸ ਕਰਦੇ ਹਨ ਸਾਡੇ ਘਰ ਦੇ ਪਾਪਾ ਜੀ ਚੈਨ ਵਿੱਚ ਹਨ, ਤਾਂ ਕਰਕੇ ਅਸੀਂ ਸਾਡਾ ਸਾਰਾ ਟੱਬਰ ਵੀ ਸੁਖੀ ਹੈ। ਜੇ ਪਾਪਾ ਆਪ ਸ਼ਰਾਬ ਪੀ ਕੇ ਗਾਲਾਂ ਕੱਢਦਾ ਹੋਵੇ ਤਾਂ ਸਾਰਾ ਟੱਬਰ ਅਪਸੈਟ ਰਹਿੰਦਾ ਹੈ, ਭਾਵੇਂ ਆਪਣੇ ਆਪਣੇ ਕਮਰਿਆਂ 'ਚ ਰਹੇ ਸਾਰਾ ਟੱਬਰ, ਭਾਵੇਂ ਸਾਰੇ ਟੱਬਰ ਨੂੰ ਦੁੱਧ ਮਲਾਈਆਂ ਖਾਣ ਨੂੰ ਮਿਲਣ, ਪਰ ਬੇਚੈਨ ਰਹਿੰਦੇ ਨੇ, ਸਾਰੇ ਦੁਖੀ ਰਹਿੰਦੇ ਨੇ ਵੀ ਪਾਪਾ ਉੱਥੇ ਬੈਠਾ ਸ਼ਰਾਬ ਪੀ ਜਾ ਰਿਹਾ, ਗਾਲਾਂ ਕੱਢੀ ਜਾ ਰਿਹਾ। ਲੇਕਿਨ ਸਾਰੇ ਕਹਿ ਰਹੇ ਨੇ ਸਾਰਾ ਘਰ ਸੁਖੀ ਹੈ, ਚੈਨ ਵਿੱਚ ਹੈ। ਪਤਾ ਕਿਉਂ? ਕਿਉਂਕਿ ਸਾਡੇ ਪਾਪਾ ਜੀ ਸਿੱਧੇ ਰਾਹ ਨੇ, ਆਪ ਸੁਖੀ ਨੇ, ਆਪ ਚੈਨ ਵਿੱਚ ਹਨ, ਆਪਣਾ ਸਾਰਾ ਟੱਬਰ ਵੀ ਸੁਖੀ ਕੀਤਾ ਹੋਇਆ ਹੈ। ਇਹ ਪ੍ਰਗਟ ਹੋਣ ਦਾ, ਹੁਣੇ ਭੂਆ ਜੀ ਨੇ ਇਸ ਲਫ਼ਜ਼ ਨੂੰ ਵਰਤਿਆ ਕਿ ਪ੍ਰਗਟ ਮਤਲਬ ਉਹ ਆਪ ਅਤੇ ਆਪ ਅੰਦਰ ਦੀ ਉਹ ਇਸ ਅਵਸਥਾ 'ਚ ਰਹਿੰਦਾ ਹੈ। ਤਾਂ ਫਿਰ ਕੀ ਹੁੰਦਾ ਹੈ, ਇਹ ਜਿਹੜਾ ਗੁਰਪ੍ਰਸਾਦੀ ਹੈ ਨਾ, ਇਹ ਗੁਰਪ੍ਰਸਾਦੀ ਜਿਹੜਾ ਲਫ਼ਜ਼ ਅਸੀਂ ਲਿਆ ਨਾ, ਇਹ ਸਾਨੂੰ
ਜਦੋਂ ਅਸੀਂ ਜਪਜੀ ਵਿਚਾਰ ਰਹੇ ਸੀ ਨਾ, ਮੈਨੂੰ ਇੰਜ ਲੱਗਿਆ ਕਿ ਰੱਬ ਜੀ ਦੇ ਗੁਣ ਨੇ ਨਾ, ਅਸੀਂ ਕਹਿੰਦੇ ਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਤਾਂ ਪਹਿਲੀ ਦਫਾ ਸਾਡੀ ਜਦੋਂ ਰੱਬੀ ਗੁਣ ਪੁਸਤਕ ਨਿਕਲੀ ਤਾਂ ਮਨੂੰ ਜਾਚਕ ਸਾਹਿਬ, ਜਗਤਾਰ ਸਿੰਘ ਜਾਚਕ ਨਿਊਯਾਰਕ, ਮੈਨੂੰ ਕਹਿੰਦੇ ਤੁਸੀਂ ਇੱਕ ਨਵੀਂ ਡਾਇਮੈਂਸ਼ਨ ਪਕੜੀ ਹੈ ਕਿ ਇਹ ਵਾਲੇ ਗੁਣ ਮੈਨੂੰ ਜੀਣੇ ਚਾਹੀਦੇ ਨੇ। ਮੈਂ ਕਿਹਾ ਮੈਂ ਨਾ, ਮੇਰੀ ਚਤਰਾਈ ਨਹੀਂ ਹੈ, ਜੇ ਰੱਬ ਜੀ ਦੇ ਗੁਣ ਦੱਸੇ ਨੇ ਤਾਂ ਇਸ ਕਰਕੇ ਦੱਸੇ ਨੇ, ਇਹ ਮਨ ਜੈਸਾ ਸੇਵੇ ਤੈਸੋ ਹੋਏ ਤੇ ਇਹ ਕਰਮ ਕਮਾਏ। ਇਹਦਾ ਮਤਲਬ ਇਹ ਗੁਣ ਰੱਬ ਦੀ ਵਡਿਆਈਆਂ ਵਾਸਤੇ ਨਹੀਂ ਦੱਸੇ ਨੇ, ਇਹ ਰੱਬ ਜੀ ਦੀ ਵਡਿਆਈਆਂ ਕਰਕੇ ਆਪ ਵੈਸਾ ਜੀਵਨ ਜੀਣ ਵਾਸਤੇ ਦੱਸੇ ਨੇ। ਕਹਿੰਦੇ ਹਾਂ। ਮੈਂ ਕਿਹਾ ਫਿਰ ਤੇ ਮੈਨੂੰ ਇੰਜ ਲੱਗਦਾ ਹੈ ਕਿ ਜਿਹੜਾ ਨਿਰਭਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ, ਇਸ ਤੋਂ ਬਾਅਦ ਜਿਹੜਾ ਲਫ਼ਜ਼ ਹੈ ਨਾ ਗੁਰ ਪ੍ਰਸਾਦ, ਮੈਨੂੰ ਲੱਗਦਾ ਇਹ ਵੀ ਰੱਬ ਜੀ ਦਾ ਗੁਣ ਹੈ ਕਿ ਉਹ ਆਪਣੀ ਕਿਰਪਾ ਦਿੰਦੇ ਰਹਿੰਦੇ ਨੇ। ਕਿਰਪਾ ਦੀ, ਸੁਮਤ ਦੀ, ਵਿਜ਼ਡਮ ਦੀ ਬਾਰਿਸ਼ ਕਰਦੇ ਰਹਿੰਦੇ ਨੇ। ਬਟ ਸ਼ਰਤ ਕੀ ਰਹੇਗੀ? ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਤੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਇਹ ਦੁਆਰੇ ਤੋਏ ਅੱਛਾ ਹੋਏ ਸੀ। ਜਿਹੜਾ ਭਾਂਡਾ ਸਿੱਧਾ ਕਰੇਗਾ ਨਾ, ਉਹਦੇ ਭਾਂਡੇ ਚ ਪੈਦੇ ਕੀ ਰਹਿੰਦਾ? ਗੁਰ ਪ੍ਰਸਾਦ ਵੀ ਰੱਬ ਜੀ ਦਾ ਇੱਕ ਗੁਣ ਹੈ, ਉਹ ਕਿਰਪਾ ਕਰ ਹੀ ਰਹੇ ਨੇ, ਹਮੇਸ਼ਾ ਕਰਦੇ ਹੀ ਹਨ। ਇਸ ਕਰਕੇ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਉਹ ਕਿਰਪਾ ਕਰਨਗੇ। ਤਾਂ ਕਿਰਪਾ ਤੇ ਉਹਨਾਂ ਨੇ ਰਾਈਟ ਫਰਮ ਬਿਗਨਿੰਗ ਸਾਨੂੰ ਦਿੱਤੀ ਹੋਈ ਹੈ, ਅਸੀਂ ਲੈਣ ਵਾਲੇ ਲੈਂਦੇ ਨਹੀਂ ਆ। ਸੱਚ ਨਾਮ ਸਲਾਹੇ, ਉਹ ਜਿਹੜਾ ਮਨ ਆਪ ਸੱਚ ਸਲਾਉਂਦਾ, ਉਹਦੇ ਰੰਗ ਵਿੱਚ ਰਤਿਆ ਹੋਇਆ ਗੁਰ ਕਿਰਪਾ ਤੇ ਉਸ ਵਿਜ਼ਡਮ ਦੇ ਨਾਲ ਆਪ ਵੀ ਸੁਖੀ ਰਹਿੰਦਾ ਹੈ, ਸੁਖ ਨਾਲ ਇੱਕ ਲੀਨ ਰਹਿੰਦਾ ਹੈ, ਸੁਖ ਦੀ ਅਵਸਥਾ ਵਿੱਚ ਰਹਿੰਦਾ ਹੈ, ਸਾਨੂੰ ਵੀ ਸਭ ਨੂੰ ਸੁਖੀ ਰੱਖਦਾ ਹੈ। ਹਾਂਜੀ ਵੀਰ ਜੀ, ਭੁਪਿੰਦਰ ਵੀਰ ਜੀ, ਮੇਰਾ ਸਵਾਲ ਨਹੀਂ ਹੈ, ਆਪ ਜੀ ਦੇ ਵਿਚਾਰੋਂ ਵਿੱਚੋਂ ਹੀ ਇੱਕ ਵਿਚਾਰ ਨਿਕਲੀ ਹੈ, ਸਵਾਲ ਛੋਟਾ ਜਿਹਾ ਨਿਕਲਿਆ ਹੈ। ਜਦ ਮੇਰੇ ਵਰਗੇ ਵੀਰ ਜੀ ਬੰਦੇ, ਜਿਵੇਂ ਜਸਮੀਤ ਵੀਰ ਜੀ ਵੀ ਕਹਿੰਦੇ ਕਿ ਉਲਝਦੇ ਰਹਿੰਦੇ ਨੇ, ਮੇਰੇ ਮੈਂ ਆਪਣੇ ਤੇ ਰੱਖ ਕੇ ਵਿਚਾਰ ਕਰ ਰਿਹਾ, ਕੁਐਸਚਨ ਕਰ ਰਿਹਾ ਆਪ ਜੀ ਨੂੰ ਕਿ ਜਦ ਮੇਰੇ ਵਰਗੇ ਬੰਦੇ ਸੋਸ਼ਲ ਮੀਡੀਆ ਤੇ ਜਾਂਦੇ ਨੇ, ਕਿਸੇ ਨੈਟਵਰਕ ਦੀ ਸਾਈਟ ਤੇ ਜਾਂਦੇ ਨੇ, ਉੱਥੇ ਉਹਨਾਂ ਦੇ ਆਚਰਣ ਕੁਝ ਹੋਰ ਹੁੰਦਾ ਹੈ, ਲੇਕਿਨ ਜਦ ਜੀਵਨ ਵਿੱਚ ਜਾਂ ਜ਼ੂਮ ਵਿੱਚ ਤੁਹਾਡੀ ਕਲਾਸ ਵਿੱਚ ਹੈਗਾ, ਉੱਥੇ ਮੇਰਾ ਆਚਰਣ ਕੁਝ ਹੋਰ ਹੈਗਾ ਹੈ। ਤੇ ਉਸ ਕਥਨੀ ਤੇ ਕਰਨੀ ਵਿੱਚ ਵੀ ਜੀ ਆਪ ਜੀ ਕੀ ਵਿਚਾਰ ਦੇਣਾ ਚਾਹੋਗੇ? ਕਿਉਂਕਿ ਸੋਸ਼ਲ ਮੀਡੀਆ ਤੇ ਜਾ ਕੇ ਕਦੀ ਮੈਂ ਐਗਰੈਸਿਵ ਵੀ ਹੋ ਜਾਂਦਾ, ਮੈਂ ਆਪਣੇ ਤੇ ਕਰ ਰਿਹਾ ਸਵਾਲ। ਤੇ ਜਿਵੇਂ ਆਪ ਜੀ ਨੇ ਦੱਸਿਆ ਕਿ ਇਸ ਬਾਬਤ ਕੀ ਕਥਨੀ ਔਰ ਕਥਨੀ ਇੱਕੋ ਹੋਣੀ ਚਾਹੀਦੀ ਹੈ, ਜਿਵੇਂ ਬਜ਼ੁਰਗਾਂ ਦੇ ਬਾਰੇ ਆਪ ਜੀ ਨੇ ਦੱਸਿਆ, ਲੇਕਿਨ ਜਦ ਅਸੀਂ ਸੋਸ਼ਲ ਮੀਡੀਆ ਤੇ ਜਾਂਦੇ ਹਾਂ, ਉੱਥੇ ਅਸੀਂ ਸੱਭਿਅਕ ਭਾਸ਼ਾ ਯੂਜ਼ ਨਹੀਂ ਕਰਦੇ। ਉਸ ਬਾਬਤ ਆਪ ਜੀ ਕੀ ਵਿਚਾਰ ਦੇਣਾ ਚਾਹੋਗੇ? ਦੇਖੋ, ਸੋਸ਼ਲ ਮੀਡੀਆ ਹੋਵੇ ਜਾਂ ਨਾ ਹੋਵੇ, ਜੇ ਮੈਂ ਅੰਦਰ ਐਕੂਮੂਲੇਟ ਗੰਦ ਕੀਤਾ ਹੋਇਆ ਹੈ, ਮੰਦੀ ਸੋਚਣੀ, ਮੰਦੀ ਲੈਂਗੁਏਜ ਮੈਂ ਸਾਰਾ ਦਿਨ ਬਚਪਨ ਤੋਂ ਸੁਣ ਕੇ ਇਕੱਠੀ ਕੀਤੀ ਹੋਈ ਹੈ, ਤਾਂ ਮੈਂ ਅੰਦਰੋਂ ਹਰਾ ਭਰਾ ਹੈ ਹੀ ਨਹੀਂ ਆ। ਮਨੂੰ ਤਾਂ ਇੱਕ ਕੁਦਰਤ ਦਾ ਨਿਯਮ ਸਿਸਟਮ ਸਮਝਣਾ ਹੈ। ਇਹ ਸ਼੍ਰਵਣੋ ਮੇਰਿਓ ਸਾਚਾ ਸੁਣਨ ਨੋ ਪਠਾਏ, ਸਾਚਾ ਸੁਣਨ ਨੋ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਅੱਛਾ, ਜੇ ਮੈਂ ਧਿਆਨ ਨਾਲ ਨਹੀਂ ਸੁਣੀ, ਵਿਜ਼ਡਮ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਹੀ ਨਹੀਂ, ਤਾਂ ਕੀ ਹੋਇਆ? ਸ਼ਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ। ਮੇਰਾ ਮਨ ਤਨ ਹਰਿਆ ਹੋਇਆ ਹੀ ਨਹੀਂ, ਮੇਰੀ ਰਸਨਾ ਵਿੱਚ ਸੱਚ ਆਇਆ ਹੀ ਨਹੀਂ। ਇਹਦਾ ਮਤਲਬ ਮੈਂ ਸੱਚ ਠੀਕ ਤਰ੍ਹਾਂ ਸੁਣਿਆ ਹੀ ਨਹੀਂ ਸੀ। ਮੇਰੀ ਤੇ ਕੈਮਿਸਟਰੀ ਅੰਦਰੋਂ ਦਰਅਸਲ ਗੜਬੜ ਹੈ। ਇਹ ਗੱਲ ਵੱਖਰੀ ਹੈ ਕਿ ਮੀਡੀਆ ਦੇ ਵਿੱਚ ਮੈਂ ਘਰ ਬੈਠ ਕੇ ਤੁਹਾਨੂੰ ਗਾਲਾਂ ਕੱਢ ਲਵਾਂ, ਕਿਸੇ ਨੂੰ ਬੁਰਾ ਭਲਾ ਕਹਿ ਲਾਂ, ਇਹ ਤਾਂ ਫਿਰ ਮੇਰੀ ਆਪਣੀ ਸੋਚ ਹੈ। ਮੈਨੂੰ ਤੇ ਆਪਣੀ ਭਲੀ ਨਿਬੇੜਨੀ ਹੈ। ਮੈਂ ਤੇ ਬਾਣੀ ਪੜ੍ਹ ਕੇ ਇਹ ਸਿੱਖ ਰਿਹਾ, ਭੁਪਿੰਦਰ ਸਿੰਘ, ਤੈਨੂੰ ਕੋਈ ਕੁਛ ਵੀ ਕਹਿ ਦੇ, ਤੂੰ ਆਪਣੀ ਇਨਸਲਟ ਫੀਲ ਨਹੀਂ ਕਰਨੀ, ਔਰ ਤੈਨੂੰ ਤੇਰੀ ਕੋਈ ਨਿੰਦਾ ਕਰੇ ਤਾਂ ਤੂੰ ਇਹ ਸੋਚਣਾ ਹੈ, ਜੇ ਤਾਂ ਇਹਨੇ ਮੇਰੇ ਸੱਚੀ ਮੁੱਚੀ ਮੇਰੇ ਅਵਗੁਣ ਤੇ ਉਂਗਲ ਰੱਖੀ ਹੈ ਤਾਂ ਇਹ ਮੇਰਾ ਮਿੱਤਰ ਹੈ, ਇਹ ਮੇਰੇ ਕੱਪੜੇ ਧੋਣਾ ਚਾਹੁੰਦਾ ਹੈ, ਮੈਨੂੰ ਆਪਣਾ ਅਵਗੁਣ ਠੀਕ ਕਰਨਾ ਚਾਹੀਦਾ ਹੈ। ਪਰ ਜਿਹੜੀ ਇਹਨੇ ਨਿੰਦਾ ਕੀਤੀ ਹੈ, ਜੇ ਉਹ ਵਾਲਾ ਅਵਗੁਣ ਮੇਰੇ 'ਚ ਨਹੀਂ ਹੈ, ਤਾਂ ਤੇ ਮਸਤ ਹੀ ਰਹਿਣਾ ਚਾਹੀਦਾ, ਉਹ ਨੋ ਬਾਲ ਖੇਲਣੀ ਹੀ ਨਹੀਂ ਚਾਹੀਦੀ। ਬੜਾ ਸਿੰਪਲ ਹੋ ਜਾਂਦਾ ਨਾ। ਪਰ ਆਪਣੇ ਨਾਲ ਰਿਲੇਟ ਕਰਨਾ ਹੈ ਕਿ ਮੈਂ ਸਾਚਾ ਸੁਣਨ ਨੂੰ ਪਠਾਏ, ਸ਼ਰੀਰ ਲੈ ਸੁਣੋ ਸਤ ਬਾਣੀ, ਜਿਸ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ। ਰਸਨਾ ਚ ਰਸ ਤਾਂ ਆਏਗਾ ਜੇ ਸੱਚ ਸੁਣਿਆ ਸੀ ਔਰ ਅੰਦਰੋਂ ਹਰਿਆ ਭਰਿਆ ਹੈ। ਜਿਹੜਾ ਅੰਦਰੋਂ ਹਰਿਆ ਭਰਿਆ ਨਹੀਂ ਹੈ, ਜਿਸ ਦਾ ਗਣਤ ਗਣੈ ਜਲੇ ਸੰਸਾਰਾ ਹੈ,
ਉਹ ਆਪ ਵੀ ਸੜਦਾ ਹੈ, ਦੂਸਰਿਆਂ ਨੂੰ ਫੱਟ ਪਾਉਣ ਵਾਲੇ, ਦੂਸਰਿਆਂ ਨੂੰ ਦੁਖੀ ਕਰਨ ਵਾਲੇ, ਹਰਟ ਕਰਨ ਵਾਲੇ ਲਫ਼ਜ਼ ਵਰਤਦਾ ਹੈ। ਆਨਸਰ ਹੋ ਗਿਆ? ਬਿਲਕੁਲ ਵੀਰ ਜੀ, ਧੰਨਵਾਦ। ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਵੀਰ ਜੀ ਇਸ ਤੋਂ। जी जी सुखविंदर जी, आप जी बड़ी सौखी लैंग्वेज बड़ी अच्छी तरीके नाल समझाना करते हो आप जी। तो जिद्दां भी जी कल बिंदरी बुआ जी ने भी इहो जवाब दिता सी, समझाना कीता सी कि अंदर वॉइसिस होण ताइयों असी बाहरों सानू रिएक्शन आउंदी है, ताइयों साडे उत्ते मन ते उसदा प्रभाव पैंदा है। जे अंदरों ही मैल निकल जाए ते बाहर दी मैल दिखदे होए भी नहीं दिखदी, उसदा प्रभाव मन दे उत्ते नहीं आंदा। बिल्कुल वीर जी, जो जी होए सो हुए। बिल्कुल वीर जी। जी सुखविंदर वीर जी। जी सुखविंदर जी। हाँ जी वीर जी। वीर जी एक ना ਅਸੀਂ ਬਹੁਤ ਗਲਤ ਮੈਸੇਜ ਸੰਗਤ ਨੂੰ ਦੇ ਰਹੇ ਹਾਂ ਕਿ ਸੰਗਤ ਦੇ ਕੁਐਸਚਨ ਤਾਂ ਅਸੀਂ ਕੁਐਸਚਨ ਆਨਸਰ ਤੱਕ ਡਿਲੇ ਕਰ ਰਹੇ ਹਾਂ ਔਰ ਆਪਣੇ ਕੁਐਸਚਨ ਅਸੀਂ ਇਮੀਡੀਏਟਲੀ ਪੁੱਛ ਰਹੇ ਹਾਂ। ਸਾਨੂੰ ਨਾ ਬਰਾਬਰ ਚੱਲਣਾ ਚਾਹੀਦਾ, ਅਦਰਵਾਈਜ਼ ਸੰਗਤ ਜਿੰਨਾ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰੇਗੀ ਵੀ ਜਿਵੇਂ ਇਹਨਾਂ ਦੇ ਵਾਸਤੇ ਕ੍ਰਾਈਟੇਰੀਆ ਅਲੱਗ ਹੈ ਤੇ ਸਾਡੇ ਵਾਸਤੇ ਕ੍ਰਾਈਟੇਰੀਆ। ਅਸੀਂ ਥੋੜਾ ਜਿਹਾ ਕੋਸ਼ਿਸ਼ ਕਰੀਏ, ਧਿਆਨ ਰੱਖੀਏ। ਵੀਰ ਜੀ ਬੀਇੰਗ ਅ ਹੋਸਟ ਆਈ ਨੋ ਕਿ ਕਿਹੜਾ ਕੁਐਸਚਨ ਕਿੰਨੇ ਦਿਨ ਤੋਂ ਪੈਂਡਿੰਗ ਹੈ। ਪਲੀਜ਼ ਸੁਖਵਿੰਦਰ ਵੀਰ ਜੀ, ਮੈਂ ਆਪ ਜੀ ਨੂੰ ਉਹੀ ਦੱਸ ਰਿਹਾ ਕਿ ਮੇਰੇ ਕੋਲ 4 ਦਿਨ ਤੋਂ ਕੁਐਸਚਨ ਪੈਂਡਿੰਗ ਸਨ। ਮੈਂ ਇਸ ਕਰਕੇ ਕਿਹਾ ਸੀਗਾ ਕਿ ਅਸੀਂ ਅਮਰ ਆਨੰਦ ਜੀ ਦਾ ਕੁਐਸਚਨ ਲੈ ਲਾਂਗੇ, ਲੇਕਿਨ ਕੁਐਸਚਨ ਆਨਸਰ ਸੈਸ਼ਨ ਵਿੱਚ। ਔਰ ਜਿਹੜਾ ਮੈਂ ਕੁਐਸਚਨ ਅੱਜ ਪੁੱਟ ਕੀਤਾ ਹੈ ਉਹ ਭੁਪਿੰਦਰ ਵੀਰ ਜੀ ਉਸ ਬਾਬਤ ਹੀ ਵਿਚਾਰ ਕਰ ਰਹੇ ਸਨ, ਇਸ ਕਰਕੇ ਮੈਂ ਕੀਤਾ ਹੈ। ਲਾਸਟ ਫਰਮ 3 ਮੰਥਸ ਤੁਸੀਂ ਦੇਖ ਸਕਦੇ ਹੋ ਮੈਂ ਕਦੀ ਵੀ ਵਿਚਕਾਰ ਕੁਐਸਚਨ ਨਹੀਂ ਪੁੱਟ ਕੀਤਾ। ਜੀ ਵੀਰ ਜੀ। ਚਲੋ ਬਾਕੀ ਉਹ ਜਿਹੜੀ ਸੰਗਤ ਜ਼ਰੂਰ ਧਿਆਨ ਦਿੱਤਾ ਜਾਏਗਾ। ਸੁਖਵਿੰਦਰ ਵੀਰ ਜੀ ਪਲੀਜ਼ ਵਿਚਾਰ ਦੇ ਦਿਓ, ਕਿਉਂਕਿ ਆਪਾਂ ਸਾਰੇ ਸੰਗਤ ਨੂੰ ਵੀਰ ਜੀ ਇਕੁਅਲ ਆਪਾਂ ਕੀ ਕਹਿੰਦੇ ਉਹਨਾਂ ਨੂੰ ਟ੍ਰੀਟ ਕਰਨਾ ਹੈ। ਆਪਾਂ ਅਸੀਂ ਤੇ ਸੰਗਤ ਸਾਡੇ 'ਚ ਕੋਈ ਫਰਕ ਨਹੀਂ ਹੈ, ਨਾ ਅਸੀਂ ਉਹਨਾਂ ਤੋਂ ਕੋਈ ਉੱਪਰ ਆ ਨਾ ਸੰਗਤ ਨੀਵੇਂ ਹੈ। ਆਪਾਂ ਸਾਰੇ ਬਰਾਬਰ ਇੱਕ ਦੂਜੇ ਨੂੰ ਟ੍ਰੀਟ ਕਰਾਂਗੇ, ਸਾਰੇ ਆਪਾਂ ਨੂੰ ਬਿਲਕੁਲ ਬਰਾਬਰ ਸਾਰਿਆਂ ਨੂੰ ਉੱਪਰ। ਅੱਛਾ ਇਹ ਵੀਰ ਜੀ ਜਿਹੜਾ ਇਸ ਵਿੱਚ ਦੇਖੋ ਸਤਿਗੁਰੂ ਜੀ ਜੋ ਇਸ ਬੰਦ ਵਿੱਚ ਸਾਨੂੰ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਕਿ ਜੇ ਸੱਚ ਦੇ ਤਾਂ ਪਾਏ ਕੋਈ। 1 ਮਿੰਟ ਅਸੀਂ ਨਾ ਇਹ ਵਾਲੇ ਅਰਥ ਜੋ ਸਾਡੇ ਅਰਥ ਕੀਤੇ ਜਾਂਦੇ ਆ ਨਾ ਅੱਜ, ਮੈਂ ਉਹ ਵਾਲੇ ਅਰਥ ਇਹਦੇ ਕਰਨ ਲੱਗਾ ਹਾਂ ਜੋ ਸਾਡੇ ਸਮਾਜ ਵਿੱਚ ਜੋ ਸਾਨੂੰ ਗੁਰਦੁਆਰਿਆਂ ਵਿੱਚ ਕੀਤੇ ਜਾਂਦੇ ਹਨ, ਉਹ ਵਾਲੇ ਅਰਥ ਮੈਂ ਕਰਨ ਲੱਗਾ ਇੱਥੇ। ਦੇਖੋ ਇੱਥੇ ਗੁਰਬਾਣੀ 'ਚ ਆਖਰੀ ਹੈ ਕਿ ਜੇ ਸੱਚ ਦੇ, ਜੇ ਪ੍ਰਮਾਤਮਾ ਸਾਨੂੰ ਸੱਚ ਦਿੰਦਾ ਹੈ ਤਾਂ ਹੀ ਅਸੀਂ ਸਾਰੇ ਦੁਨੀਆ ਦੇ ਚੀਜ਼ਾਂ, ਦੁਨੀਆ ਦੇ ਇਨਸਾਨ ਅਸੀਂ ਸੱਚ ਪਾਉਂਦੇ ਹਾਂ। ਅਗਰ ਅਸੀਂ ਬਿਲਕੁਲ ਇਸ ਤਰ੍ਹਾਂ ਅਰਥ ਕਰਾਂਗੇ ਨਾ ਵੀ ਦੇਖੋ ਜੀ ਪ੍ਰਮਾਤਮਾ ਹੀ ਸੱਚ ਦਿੰਦਾ ਹੈ ਔਰ ਅਸੀਂ ਤਾਂ ਹੀ ਪਾ ਸਕਦੇ ਹਾਂ। ਬਿਨਾਂ ਪ੍ਰਮਾਤਮਾ ਅਗਰ ਸੱਚ ਨਾ ਦੇ ਤਾਂ ਅਸੀਂ ਨਹੀਂ ਪਾ ਸਕਦੇ। ਇਟ ਮੀਨਸ ਫਿਰ ਤਾਂ ਅਸੀਂ ਜੋ ਕੁਝ ਕਰ ਰਹੇ ਹਾਂ ਇਹ ਤਾਂ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੀ ਨਹੀਂ ਸੱਚ। ਫਿਰ ਤਾਂ ਅਸੀਂ ਜੋ ਕੁਝ ਕਰ ਰਹੇ ਹਾਂ ਪ੍ਰਮਾਤਮਾ ਨੇ ਸਾਨੂੰ ਇਹੀ ਦਿੱਤਾ ਸੀ ਔਰ ਇਹੀ ਠੀਕ ਸੀ, ਜੋ ਠੀਕ ਸੀ ਉਹਨੇ ਸਾਨੂੰ ਦਿੱਤਾ। ਅਗਰ ਅਸੀਂ ਜੋ ਗਲਤ ਕੰਮ ਵੀ ਕਰ ਰਹੇ ਹਾਂ, ਜੋ ਠੀਕ ਕੰਮ ਗਲਤ ਕੰਮ ਕਰ ਰਹੇ ਹਾਂ, ਇਟ ਮੀਨਸ ਪ੍ਰਮਾਤਮਾ ਨੇ ਸਾਨੂੰ ਦਿੱਤਾ ਇਹ ਠੀਕ ਸੀ ਸਾਡੇ ਵਾਸਤੇ। ਉਹਨੇ ਸਾਨੂੰ ਗਲਤ ਕੰਮ ਕਰਨ ਲਈ ਪ੍ਰੇਰਿਆ, ਅਸੀਂ ਗਲਤ ਕੰਮ ਕਰ ਰਹੇ ਹਾਂ, ਇਹ ਗਲਤ ਵੀ ਨਹੀਂ ਹੈ। ਫਿਰ ਤਾਂ ਪ੍ਰਮਾਤਮਾ ਨੇ ਅਗਰ ਸੱਚ ਸਾਨੂੰ ਦੇਣਾ ਹੈ ਤਾਂ ਦੇ ਦੇਗਾ ਸਾਨੂੰ ਆਪਣੇ ਆਪ। ਜੇ ਸੱਚ ਦੇ, ਗੁਰਬਾਣੀ ਦਾ ਫਰਮਾਨ ਹੈ ਕਿ ਜੇ ਸੱਚ ਦੇ ਤਾਂ ਪਾਏ ਕੋਈ, ਅਦਰਵਾਈਜ਼ ਤਾਂ ਕੋਈ ਪਾ ਹੀ ਨਹੀਂ ਸਕਦਾ। ਇਟ ਮੀਨਸ ਪ੍ਰਮਾਤਮਾ ਨੇ ਸਾਨੂੰ ਦਿੱਤਾ ਨਹੀਂ, ਜਦੋਂ ਉਹ ਦੇਗਾ ਆਈ ਐਮ ਵੇਟਿੰਗ, ਮੈਂ ਵੇਟ ਕਰ ਰਿਹਾ ਕਿ ਪ੍ਰਮਾਤਮਾ ਕਦੋਂ ਦੇਗਾ। ਹੁਣ ਤੱਕ ਜੋ ਕੋਈ ਮੈਨੂੰ ਦਿੱਤਾ ਹੈ ਵੀ ਪ੍ਰਮਾਤਮਾ ਨੇ ਦਿੱਤਾ ਹੋਇਆ। ਫਿਰ ਅਸੀਂ ਜੋ ਗਲਤ ਕਰਦੇ ਹਾਂ, ਜੋ ਕੁਝ ਵੀ ਸਮਾਜ 'ਚ ਗਲਤ ਹੋ ਰਿਹਾ ਉਹ ਤਾਂ ਸਭ ਕੁਝ ਠੀਕ ਹੋ ਰਿਹਾ ਕਿਉਂਕਿ ਪ੍ਰਮਾਤਮਾ ਨੇ ਦਿੱਤਾ ਹੋਇਆ। ਜਦੋਂ ਸੱਚ ਦੇਗਾ ਦੁਨੀਆ ਨੂੰ, ਦੁਨੀਆ ਲੈ ਵੀ ਲਏਗੀ। ਅਸੀਂ ਤਾਂ ਸੱਚ ਲੈਣ ਲਈ ਬੈਠੇ ਹਾਂ, ਪ੍ਰਮਾਤਮਾ ਦੇ ਹੀ ਨਹੀਂ ਰਿਹਾ ਕਿਉਂਕਿ ਲਾਅ ਹੈ ਗੁਰਬਾਣੀ ਦਾ। ਗੁਰਬਾਣੀ ਯੂਨੀਵਰਸਲ ਲਾਅ ਡਿਸਕਸ ਕਰਦੀ ਹੈ ਕਿ ਸੱਚ ਦਿੰਦਾ ਪ੍ਰਮਾਤਮਾ, ਜੇ ਸੱਚ ਦੇ ਤਾਂ ਹੀ ਪਾਏ ਕੋਈ। ਅਗਰ ਦੁਨੀਆ ਅੱਜ ਸੱਚ ਦੇ ਵਿੱਚ ਜੀਵਨ ਨਹੀਂ ਜੀ ਰਹੀ, ਇਟ ਮੀਨਸ ਪ੍ਰਮਾਤਮਾ ਚਾਹੁੰਦਾ ਹੈ ਕਿ ਨਾ ਜੀਵੋ ਤੁਸੀਂ, ਕਿਉਂਕਿ ਸੱਚ ਤਾਂ ਉਸਨੇ ਦੇਣਾ ਹੈ। ਅਗਰ ਉਹ ਚਾਹੁੰਦਾ ਹੈ ਕਿ ਦੁਨੀਆ ਸੱਚ 'ਚ ਜੀਵੇ ਤਾਂ ਉਹ ਸੱਚ ਦੇ ਦੇਵੇ ਸਾਰਿਆਂ ਨੂੰ, ਕਿਉਂਕਿ ਉਹਦਾ ਲਾਅ ਹੈ। ਉਹ ਜਦੋਂ ਤੱਕ ਉਹ ਦੇਵੇਗਾ ਨਹੀਂ ਸਾਨੂੰ ਪ੍ਰਾਪਤ ਨਹੀਂ ਹੋ ਪਾਏਗਾ। ਇਟ ਮੀਨਸ ਕਿ ਦੁਨੀਆ ਜੋ ਖਰਾਬ ਹੋ ਰਿਹਾ ਹੈ ਇਹ ਪ੍ਰਮਾਤਮਾ ਕਰਕੇ ਹੀ ਖਰਾਬ ਹੋ ਰਿਹਾ ਹੈ, ਸਾਡੇ ਕਰਕੇ ਖਰਾਬ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਪ੍ਰਮਾਤਮਾ ਨੇ ਸੱਚ ਦੇਣਾ, ਉਹ ਦੇ ਹੀ ਨਹੀਂ ਰਿਹਾ। ਉਸਨੂੰ ਇਹ ਅੱਛਾ ਲੱਗ ਰਿਹਾ ਕਿ ਅਸੀਂ ਬੁਰੇ ਕੰਮ ਕਰੀਏ, ਗਲਤ ਕੰਮ ਕਰੀਏ, ਝੂਠ ਵਿੱਚ ਜੀਏ, ਦੁਰਮਤ ਵਿੱਚ ਜੀਏ। ਇਹ ਤਾਂ ਉਹਨੂੰ ਅੱਛਾ ਲੱਗ ਰਿਹਾ। ਸਾਨੂੰ ਉਹਦੀ ਇੱਛਾ ਜੋ ਉਸਨੂੰ ਅੱਛਾ ਲੱਗ ਰਿਹਾ, ਸਾਨੂੰ ਤਾਂ ਉਸ ਦਾ ਸ਼ੁਕਰਾਨਾ ਕਰਕੇ ਉਹਦੀ ਉਸੀ ਇੱਛਾ ਦੇ ਵਿੱਚ ਜੀਉਣਾ ਚਾਹੀਦਾ ਹੈ। ਇਹ ਗੁਰਬਾਣੀ ਦੇ ਅਰਥ ਇਸ ਤਰ੍ਹਾਂ ਹੁੰਦੇ ਨੇ। ਅਗਰ ਇਹ ਅਰਥ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇਹ ਤਾਂ ਇਸ ਤਰ੍ਹਾਂ ਅਰਥ ਬਣ ਰਿਹਾ। ਫਿਰ ਤਾਂ ਦੁਨੀਆ 'ਚ ਜੋ ਕੁਝ ਹੋ ਰਿਹਾ ਹੈ ਅਦਾਲਤਾਂ ਨੂੰ ਸਗੋਂ ਬੰਦ ਕਰ ਦੇਣਾ ਚਾਹੀਦਾ ਹੈ। ਉਹ ਤਾਂ ਜੋ ਕੁਝ ਕੀ ਕਹਿੰਦੇ ਫਿਰ ਉਹ ਬੋਲਦੇ ਬਿਲਕੁਲ ਸਹੀ ਬੋਲਦੇ ਆ। ਇਹ ਤਾਂ ਪ੍ਰਮਾਤਮਾ ਸਾਡੇ ਤੋਂ ਕਰਾ ਰਿਹਾ ਜੀ, ਅਸੀਂ ਥੋੜੀ ਕਰ ਰਹੇ ਹਾਂ। ਪ੍ਰਮਾਤਮਾ ਨੇ ਸਾਨੂੰ ਸੱਚ ਨਹੀਂ ਦਿੱਤਾ, ਪ੍ਰਮਾਤਮਾ ਦੁਨੀਆ ਨੂੰ ਸੱਚ ਨਹੀਂ ਦੇ ਰਿਹਾ। ਦੁਨੀਆ ਅਗਰ ਝੂਠ ਕਰ ਰਹੀ ਹੈ ਪ੍ਰਮਾਤਮਾ ਦੇ ਰਿਹਾ, ਦੁਨੀਆ ਤਾਂ ਪਾ ਹੀ ਨਹੀਂ ਰਹੀ।
क्योंकि सच तो परमात्मा देंदा, तां ही कोई पा सकदा। अगर दुनिया नूं सच नहीं परमात्मा होया तो इसकी गलती परमात्मा, कसूरवार कौन है? परमात्मा। ये अर्थ मैं हुण कीते ਜਿਹੜੇ ਸਾਨੂੰ अर्थ ਇਹ ਸਮਝਾਏ ਗਏ ਅੱਜ ਤੱਕ। ਇਹਦੇ ਵਿੱਚ ਕੌਣ ਹੈ? ਗੁਰਬਾਣੀ ਵਿੱਚ ਕੀ ਹੈ? ਗੁਰਬਾਣੀ ਸੱਚ ਨੂੰ ਹੀ परमात्मा ਆਖਦੀ ਹੈ, ਸੱਚ ਨੂੰ ਹੀ ਸਤਿਗੁਰੂ ਜੀ ਆਖਦੀ ਹੈ, ਸੱਚ ਨੂੰ ਹੀ ਨਾਨਕ ਆਖਿਆ ਜਾਂਦਾ ਹੈ, ਸੱਚ ਨੂੰ ਹੀ ਨਾਮ ਆਖਿਆ ਜਾਂਦਾ ਹੈ, ਔਰ ਸੱਚ ਨੂੰ ਹੀ ਹੁਕਮ ਆਖਿਆ ਜਾਂਦਾ ਹੈ। ਹੁਣ ਸੱਚ ਨੂੰ ਕੌਣ ਪ੍ਰਾਪਤ ਕਰਦਾ? ਇੱਥੇ ਵੀ ਆਖਿਆ ਜਾ ਰਿਹਾ ਜੇ ਸੱਚ ਦੇ ਤਾਂ ਪਾਏ ਕੋਈ। ਜਿਵੇਂ ਆਪਾਂ ਬਾਹਰ ਕਹਿੰਦੇ ਆ ਨਾ ਵੀ परमात्मा सच, जे सच देगा तां कौन पाएगा? असी सारे जी जंत। अंदरली सृष्टि च भी इस तरह ही है। परमात्मा सच रूप होके अगर परमात्मा सच देगा तो अंदरले जी जंत भी सच पाउणगे। लेकिन परमात्मा देंदा किथे है? सच। अंदरली सृष्टि का दाता इको है मन। मन पहला सच लवेगा सच परमात्मा तो। परमात्मा सच स्वरूप है, मन पहला परमात्मा तो सच लेवेगा। ये भी कानून है गुरबाणी का, ये यूनिवर्सल ट्रुथ है, चेंज नहीं होएगा कि अंदरली सृष्टि का राजा मन है और ये बनाया किसने है? खुद सतगुरु जी ने, कि अंदरली सृष्टि दे विच इंटरफेयर नहीं किया जाएगा। कल ही तजिंदर वीर जी ने मैंने एक वीडियो शेयर की, उहदे विच भी मैं वीर जी नाल शेयर की। बड़ा सोहना मैसेज उन्होंने दिता। उहदे च उन्होंने दस्सिया गया कि परमात्मा ने सानू बनाया है, परमात्मा ने सानू बना के ना सानू फ्री विल दिती है। सानू असी की सोच सकते हाँ ते की कर्म करने, इस विचों परमात्मा ने सानू सुतंत्र किया है, आज़ाद किया है। असी की सोच सकते हाँ ते की कर्म कर सकते हैं, इस दो गल्लां तो परमात्मा ने सानू आज़ाद रखे। असी कित्थे ध्यान लगा के की सोच सकते हाँ और की सोच के ਉਹਦੇ ਤੇ ਅਮਲ ਕਰ ਸਕਦੇ ਆ। ਇਹ ਫ੍ਰੀ ਵਿਲ ਦਿੱਤੀ ਹੈ, ਇਹ परमात्मा ਦੇ ਆਪਣੇ ਹੱਥ ਵਿੱਚ ਨਹੀਂ ਹੈ। परमात्मा ਨੇ ਹੀ ਇਹ ਕਾਨੂੰਨ ਬਣਾਇਆ ਕਿ ਅੰਦਰਲੀ ਸ੍ਰਿਸ਼ਟੀ ਦਾ ਮਹਾਰਾਜਾ ਮਨ ਹੈ। ਮਨ ਅਗਰ ਸੱਚ ਲੈਣਾ ਚਾਹੁੰਦਾ ਹੈ, ਮਨ ਨੂੰ ਸੱਚ ਦਿੱਤਾ ਜਾਏਗਾ। ਮਨ ਅਗਰ ਆਪਣੀ ਮਰਜ਼ੀ ਦੇ ਵਿੱਚ ਜੀਣਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਉਸ ਨੂੰ ਉਸ ਕੰਮ ਕਰਨ ਤੋਂ ਰੋਕਿਆ ਨਹੀਂ ਜਾਏਗਾ। ਬਟ ਉਹਦੇ ਨਾਲ ਕੀ ਹੋਏਗਾ? ਉੱਪਰ ਆਖ ਰਿਹਾ ਨਾ, ਬਿਨ ਨਾਮ ਹੈ सब दुख संसारा। नाम तो बिना मन जी सकता है, बट अंदरले संसार च दुख फैलेगा। अंदरला पूरा संसार दुखों में जलेगा, अंदरला पूरा संसार च विकार वधनगे, अंदरले पूरे संसार विकारां तो नहीं छुट पाएगा। ये मन दे वो रिजल्ट है जेड़ा उसने पसंद किया कि मैं बिना नाम तो जीना चाहता, रोकया नहीं जाता अंदरली सृष्टि च। हाँ, जेड़ा मन जदों असी चाहते कि नहीं असी हुण इस विच नहीं जीना चाहते विकारां दे विच, असी नहीं चलना चाहते विकारां विच, असी नहीं चलना चाहते हुण डरां विचों, खौफ फिकर चिंता स्ट्रैस से निकलना चाहते हाँ। सतगुरु जी कहते ने तू निकलना चाहता है, हुण तू ये पसंद कर लिया, हुण तैनूं सच भी दिता जाएगा। जो पसंद किया तैनूं दिता जाएगा। मन नूं सच मिलदा है। उपर आख्या जा रहा मन गुरमुख होवै, गुरु दे मुख तो जो सच निकलदा है, मन ओ गुरु दे मुख रूपी सच दा स्वरूप हुंदा है। ਜਦੋਂ ਹੁੰਦਾ फिर वो दिंदा है अपनी सृष्टि ਨੂੰ, फिर जी जंत प्राप्त करते हैं। और जदों मन अंदरला सच प्राप्त करता है तो मन खुद सच विच लीन होके मन की हस्ती खत्म हो जाती है। मन दे जगह ते सच स्वरूप परमात्मा ही बैठ के वो सच देंदा है। मन सच का रूप हो जाता है, मन सच विच समा जाता है। गुण कै गुणी समावना करके मन ही नहीं, हुण सतगुरु जी ही वो सच दे रहे हैं अंदर बैठ के। इसनूं आपां कहंदे ने मन सच स्वरूप हो गया, नानक सच ध्यान सच। मन सच स्वरूप हो गया क्योंकि सच नूं ध्यान करके हुण मन दे रहा सच। हुण अंदरली सृष्टि नूं सच पसंद आ रहा सी, मन सच दे रहा है। इसनूं असीं बाहर ना लैके जाइए अर्थां नूं, नहीं तो दुनिया विच जो गलत हो रहा है वो सारियां दा कसूरवार परमात्मा बनाया जाएगा। अच्छा, अगे हुण गुरबाणी आख रही है गुर प्रसादी प्रगट होई। ये की प्रगट होंदा अंदरले संसार दे विच? सतगुरु जी ने गुरबाणी दे विच मैं इस शब्द के बारे देख रहा सी, एक तुक आई बड़ी प्यारी तुक आई। कहंदे उपर जिहड़ा पहला आखिरी सन ना, कहंदे ने बिन नावै सब दुख संसारा। फिर जिहड़ा नाम मन नाम लै लैंदा ते नाम वंडदा, फिर की हो जांदा संसार च प्रगट। कहंदे ने गुर का बचन प्रगट संसार। फिर पूरे संसार च गुरु का बचन प्रगट हो जाता है, पूरे संसार च गुरु का बचन वरत जाता है। उसनूं कहंदे ने कबीर अल्लाह की कर बंदगी। की होएगा उहदे नाल? जित सिमरत दुख जाए। किहड़े दुख? जिहड़े बिन नाम है सब दुख संसारा विच। उहदे च कहंदे की होएगा?
ਕਹਿੰਦੇ ਨੇ ਦਿਲ ਮੈਂ ਸਾਈਂ ਪ੍ਰਗਟ ਹੈ, ਇੱਥੇ ਕਹਿੰਦੇ ਨੇ ਗੁਰਪ੍ਰਸਾਦੀ ਪ੍ਰਗਟ ਹੋਈ, ਦਿਲ ਮੈਂ ਸਾਈਂ ਪ੍ਰਗਟ ਹੋਈ। ਦੁੱਖ ਤਾਂ ਸੰਸਾਰ ਵਿੱਚ ਹੈ, ਸੰਸਾਰ ਦੇ ਦੁੱਖ ਵਿੱਚ ਜਲ ਰਿਹਾ ਤੇ ਪ੍ਰਗਟ ਹੋ ਰਿਹਾ ਕੀ ਕਹਿੰਦੇ ਆ ਸਾਈਂ ਦਿਲ ਦੇ ਵਿੱਚ। ਦਿਲ ਨੂੰ ਸੰਸਾਰ ਆਖਿਆ ਜਾਂਦਾ ਹੈ, ਕਾਇਆ ਨੂੰ ਸੰਸਾਰ ਆਖਿਆ, ਇਸ ਤਨ ਨੂੰ ਗੁਰਬਾਣੀ ਸੰਸਾਰ ਆਖਦੀ ਹੈ। ਉਹ ਸਾਈਂ ਪ੍ਰਗਟ ਕਿੱਥੇ ਹੁੰਦਾ ਹੈ? ਦਿਲ ਮੈਂ ਸਾਈਂ ਪ੍ਰਗਟ ਹੋਇਆ। ਔਰ ਉਹਦੇ ਨਾਲ ਕੀ ਹੁੰਦਾ? ਬੁਝੈ ਬਲੰਤੀ ਬਾਣ। ਇਹ ਅੰਦਰਲੀ ਜਿਹੜੀ ਗਣਤਾ ਗਣਾ ਸੋ ਜਲਾ ਸੰਸਾਰ ਹੈ, ਇਹ ਜਿਹੜੀ ਅੰਦਰਲੀ ਅੱਗ ਤ੍ਰਿਸ਼ਨਾ ਦੀ ਵਿਕਾਰਾਂ ਦੀ, ਇਹ ਬੁਝ ਜਾਂਦੀ ਹੈ। ਕਦੋਂ? ਜਦੋਂ ਗੁਰ ਕਾ ਬਚਨ ਪ੍ਰਗਟ ਸੰਸਾਰ ਚ ਗੁਰੂ ਦਾ ਬਚਨ ਪ੍ਰਗਟ ਹੁੰਦਾ ਹੈ। ਇਸ ਨੂੰ ਕਹਿੰਦੇ ਨੇ ਜੋਤ ਪ੍ਰਗਟ ਹੁੰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਈ ਕਿੱਥੇ? ਤਨ ਰੂਪੀ ਸੰਸਾਰ ਵਿੱਚ। ਪਰ ਇਹ ਹੁੰਦਾ ਕਿ ਹੁਣ ਫਿਰ ਕਰਦੇ ਕੀ? ਜਦੋਂ ਪੂਰੇ ਸੰਸਾਰ ਚ ਗੁਰੂ ਦਾ ਬਚਨ ਪ੍ਰਗਟ ਹੋ ਜਾਂਦਾ ਹੈ ਤਾਂ ਕਹਿੰਦੇ ਨੇ ਸੱਚ ਨਾਮ ਸਾਲਾਹੇ, ਸਾਰੇ ਸੱਚ ਨਾਮ ਸਲਾਉਂਦੇ ਹਨ, ਮਨ ਵੀ ਤੇ ਅੰਦਰਲੇ ਜੀ ਜਾਂਦੇ ਉਸ ਦੇ ਨਾਮ ਦੇ ਰੰਗ ਵਿੱਚ ਰੱਤੇ ਰਹਿੰਦੇ ਨੇ। ਸਾਰੇ ਮਨ ਵੀ ਰੱਤਿਆ ਰਹਿੰਦਾ ਹੈ ਤੇ ਅੰਦਰਲੇ ਵੀ ਜੀ ਜੰਤ ਵੀ ਰੱਤੇ, ਕਿਉਂਕਿ ਪੂਰੇ ਸੰਸਾਰ 'ਚ ਬਚਨ ਪ੍ਰਗਟ ਹੁੰਦਾ ਹੈ। ਮਨ ਵਿੱਚ ਵੀ ਗੁਰ ਕਾ ਬਚਨ ਪ੍ਰਗਟ ਹੋ ਜਾਂਦਾ ਹੈ, ਪੂਰੇ ਸੰਸਾਰ 'ਚ ਵੀ ਗੁਰ ਕਾ ਬਚਨ ਪ੍ਰਗਟ ਹੁੰਦਾ ਹੈ। ਇਸੇ ਨੂੰ ਕਹਿੰਦੇ ਗੁਰਸਾਖੀ ਜੋਤ ਪ੍ਰਗਟ ਹੋਈ। ਗੁਰੂ ਦੀ ਜੋਤ, ਗੁਰੂ ਦੀ ਸਾਖੀ ਨੂੰ ਹੀ ਜੋਤ ਆਖਿਆ ਜਾਂਦਾ ਹੈ, ਗੁਰੂ ਦੀ ਸਾਖੀ ਨੂੰ ਹੀ ਬਚਨ ਆਖਿਆ ਜਾਂਦਾ ਹੈ, ਔਰ ਗੁਰੂ ਦੀ ਸਾਖੀ ਨੂੰ ਹੀ ਸੱਚ ਆਖਿਆ ਜਾਂਦਾ ਹੈ, ਸੱਚ ਨਾਮ ਆਖਿਆ ਜਾਂਦਾ ਹੈ। ਅੰਦਰਲੀ ਮਨ ਵੀ ਤੇ ਅੰਦਰਲੀ ਪੂਰੀ ਸ੍ਰਿਸ਼ਟੀ ਵੀ ਇਸ ਦੇ ਰੰਗ ਵਿੱਚ, ਸੱਚ ਦੇ ਰੰਗ ਵਿੱਚ ਰੱਤੇ ਰਹਿੰਦੇ ਨੇ। ਇਸੇ ਨੂੰ ਕਹਿੰਦੇ ਨੇ ਸੁਖ ਪਾਇੰਦਾ। ਪਹਿਲਾਂ ਕੀ ਸੀ? ਬਿਨ ਨਾਵੈ ਸਭ ਦੁੱਖ ਸੰਸਾਰਾ, ਹੁਣ ਗੁਰ ਕਿਰਪਾ ਤੇ ਸੁਖ ਪਾਇੰਦਾ। ਹੁਣ ਜਦੋਂ ਗੁਰੂ ਜੀ ਮਨ ਦੇ ਵਿੱਚ ਜਦੋਂ ਜਿਸ ਮਨ ਕੈ ਪਾਰ ਬ੍ਰਹਮ ਕਾ ਨਿਵਾਸ ਹੋ ਜਾਂਦਾ ਹੈ ਤਾਂ ਉੱਥੇ ਸਤਿਗੁਰੂ ਜੀ ਵਟ ਕੇ ਕਿਰਪਾ ਕਰਦੇ ਨੇ ਸਾਰੀ ਸ੍ਰਿਸ਼ਟੀ ਤੇ। ਸੁੱਖਾਂ ਦਾ ਦਾਤਾ ਬਣ ਕੇ ਸਤਿਗੁਰੂ ਜੀ ਨਾਮ ਦਾ ਸੁੱਖ ਵੰਡਦੇ ਤੇ ਸਾਰੇ ਸੁੱਖ ਪ੍ਰਾਪਤ ਕਰ ਲੈਂਦੇ ਹਨ। ਹਾਂਜੀ, ਧੰਨਵਾਦ ਵੀਰ ਜੀ, ਆਪ ਜੀ ਅੰਦਰ ਦੀ ਸ੍ਰਿਸ਼ਟੀ ਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਉਣਾ ਕਰਦੇ। ਸੁਖਿੰਦਰ ਵੀਰ ਜੀ, ਸੰਜੀਵ ਜੀ ਕੈਨੇਡਾ ਤੋਂ ਸਵਾਲ ਪਾਏ ਕੋਈ, ਉਹ ਉਸ ਬਾਬਤ ਥੋੜੀ ਜੀ 1 ਮਿੰਟ ਦੇ ਵਿਚਾਰ ਦੇ ਦਿਆ ਜੇ। ਕੋਈ ਕਿਸ ਤਰ੍ਹਾਂ ਪਾਉਂਦਾ ਹੈ ਜਾਂ ਵਿਰਲਾ ਕੋਈ ਕੌਣ ਹੈ? ਤੁਹਾਡੀ ਆਡੀਓ ਆਫ ਹੈ ਸੁਖਿੰਦਰ ਵੀਰ ਜੀ, ਆਡੀਓ ਔਨ ਕਰਕੇ ਪਾਏ ਕੋਈ ਦਾ ਜਵਾਬ ਦੇ ਦਿਆ ਜੇ। ਤੇ ਜੀ ਵੀਰ ਜੀ, ਗੁਰਬਾਣੀ ਵਿੱਚ ਕੀ ਇੱਕ ਗੁਰਬਾਣੀ ਦਾ ਸਿਧਾਂਤ ਹੈ। ਸਤਿਗੁਰੂ ਜੀ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਪਾਵੇ। ਜੋ ਵੀ ਇਹ ਮੰਗਦਾ ਹੈ, ਜਿਸ ਦੀ ਵੀ ਇਹ ਮੰਗ ਹੈ, ਸਤਿਗੁਰੂ ਜੀ ਮੈਂ ਹੁਣ ਵਿਕਾਰਾਂ ਦੇ ਵਿੱਚ ਜਲਣਾ ਮੈਨੂੰ ਪਸੰਦ ਨਹੀਂ, ਮੈਂ ਨਹੀਂ ਚਾਹੁੰਦਾ ਵੀ ਮੈਂ ਦੁੱਖਾਂ ਵਿੱਚ ਜੀਵਾਂ, ਕਿਉਂਕਿ ਸਾਰੇ ਸੰਸਾਰ 'ਚ ਦੁੱਖ ਬਿਨ ਨਾਵੈ ਸਭ ਦੁੱਖ ਸੰਸਾਰਾ। ਫਿਰ ਸਾਡੇ ਤੇ ਗੱਲ ਆ ਜਾਂਦੀ ਹੈ, ਜੋ ਅਸੀਂ ਮੰਗਾਂਗੇ, ਜੋ ਅਸੀਂ ਜੋ ਵੀ ਚਾਹੁੰਦਾ ਹੈ ਵੀ ਮੈਂ ਹੁਣ ਦੁੱਖਾਂ ਵਿੱਚ ਨਹੀਂ ਜੀਣਾ ਚਾਹੁੰਦਾ, ਜਿਹੜਾ ਵੀ ਚਾਹੁੰਦਾ ਵੀ ਮੈਂ ਹੁਣ ਬਹੁਤ ਹੋ ਗਿਆ, ਮੈਂ ਉਹ ਸਤਿਗੁਰੂ ਜੀ ਤੋਂ ਮੈਂ ਆਇਆ। ਆਪ ਜੀ ਦੀ ਆਡੀਓ। ਗੁਰੂ ਜੀ ਮੈਂ ਹੁਣ ਨਹੀਂ ਚਾਹੁੰਦਾ ਵੀ ਮੈਂ, ਜਿਹੜਾ ਵੀ ਇਹ ਅਰਦਾਸ ਕਰਦਾ ਉਸ ਨੂੰ ਇਹ ਚੀਜ਼ ਪ੍ਰਾਪਤ ਹੋ ਜਾਂਦੀ। ਜਿਸ ਦੇ ਜਿਹੜਾ ਵੀ ਕਹਿੰਦੇ ਨੇ ਲੇਖਾ ਲਿਖੀ ਹੈ ਮਨ ਕਾ ਪਾਏ, ਇਹ ਸੱਚ ਦਾ ਲੇਖਾ ਉਸੇ ਨੂੰ ਹੀ ਲਿਖਿਆ ਜਾਂਦਾ, ਉਸੇ ਨੂੰ ਸੱਚ ਪ੍ਰਾਪਤ ਹੁੰਦਾ ਜਿਹੜਾ ਇਸ ਨੂੰ ਪਸੰਦ ਕਰਨਾ ਚਾਹੁੰਦਾ। ਜਿਹੜਾ ਹੁਣ ਚਾਹੁੰਦਾ ਮੈਂ ਨਹੀਂ ਉਹ ਵਾਲਾ ਜੀਵਨ ਜਿਉਣਾ ਚਾਹੁੰਦਾ ਜਿਹਦੇ ਵਿੱਚ ਵਿਕਾਰ ਵੱਧਦੇ ਹਨ, ਜਿਹਦੇ ਵਿੱਚ ਦੁੱਖ ਰਹਿੰਦਾ, ਉਸ ਨੂੰ ਇਹ ਚੀਜ਼ ਪ੍ਰਾਪਤ ਹੋਏਗੀ। ਸਾਡੀ ਚੁਆਇਸ ਤੇ, ਸਾਡੀ ਪਸੰਦ ਤੇ, ਸਾਡੀ ਮੰਗ ਤੇ ਇਹ ਚੀਜ਼ ਖੜੀ ਹੈ। ਹਾਂਜੀ, ਥੈਂਕ ਯੂ ਵੀਰ ਜੀ, ਬੜੇ ਅੱਛੇ ਤਰੀਕੇ ਨਾਲ ਸਮਝਾਣਾ ਕੀਤਾ ਆਪ ਜੀ ਨੇ। ਸਾਡੇ ਕੋਲ ਫੇਸਬੁੱਕ ਤੇ ਵੀ ਸਵਾਲ ਆ ਰਹੇ ਹਨ ਤੇ ਫੇਸਬੁੱਕ ਦੇ ਸਵਾਲ ਅਸੀਂ ਕੁਐਸਚਨ ਆਨਸਰ ਸੈਸ਼ਨ ਵਿੱਚ ਲੈ ਲਾਂਗੇ ਜੀ। ਇਕਬਾਲ ਵੀਰ ਜੀ ਨੇ ਆਡੀਓ ਆਨ ਕੀਤੀ ਜੀ। ਵੀਰ ਜੀ ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਜੇ ਸੱਚ ਦੇ ਤਾਂ ਪਾਏ ਕੋਈ, ਦੇ ਇੱਕ ਵਚਨ ਹੈ, ਦਿੰਦਾ ਕੌਣ? ਸੱਚ, ਸਦਾ ਸਥਿਰ ਰਹਿਣ ਵਾਲਾ ਪ੍ਰਭੂ ਪਰਮਾਤਮਾ। ਕੀ ਦਿੰਦਾ ਜੀ? ਜਿਹੜਾ ਕੋਈ ਪ੍ਰਾਪਤ ਕਰਦਾ ਹੈ ਉਹ ਨਾਮ ਦਿੰਦਾ, ਗੁਣ ਦਿੰਦਾ ਹੈ, ਸਿੱਖਿਆ ਦਿੰਦਾ। ਜਿਹੜਾ ਪਰਮਾਤਮਾ, ਜਿਹੜਾ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੈ, ਉਹ ਗੁਣਾਂ ਦੀ ਦਾਤ ਦਿੰਦਾ ਹੈ। ਤਾਂ ਪਾਏ ਕੋਈ ਵਿਰਲਾ ਪ੍ਰਾਪਤ ਕਰਦਾ ਹੈ ਸਾਰੇ, ਕਿਉਂਕਿ ਜਿਹੜਾ ਨਾਮ ਹੈ ਇਹ ਰਸ ਛੋੜਿਆਂ ਹੀ ਪ੍ਰਾਪਤ ਹੁੰਦਾ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਰਸ ਸਾਡੇ ਕੋਲ ਛੱਡ ਨਹੀਂ ਹੁੰਦੇ। ਇਸ ਕਰਕੇ ਕੋਈ ਵਿਰਲਾ ਹੀ ਨਾਮ ਦੀ ਦਾਤ, ਗੁਣਾਂ ਦੀ ਦਾਤ ਪ੍ਰਾਪਤ ਕਰਦਾ। ਭਾਵੇਂ ਦਾਵਾ ਸਾਰੇ ਕਰ ਲੈਣ ਪਰ ਵਿਰਲਾ ਪਾਉਂਦਾ ਗੁਰੂ ਦਾ ਹੁਕਮ।
ਪਾਉਂਦਾ ਕਿੱਦਾਂ? ਗੁਰ ਪ੍ਰਸਾਦੀ ਪ੍ਰਗਟ। ਜਿਹੜੀ ਨਾਮ ਦੀ ਦਾਤ ਹੈ, ਜਦੋਂ ਪ੍ਰਮਾਤਮਾ ਗੁਰੂ ਨਾਲ ਮਿਲਾ ਦਿੰਦਾ ਹੈ, ਗੁਰੂ ਦੀ ਸ਼ਰਨ ਪਾ ਦਿੰਦਾ ਹੈ, ਗੁਰੂ ਦੀ ਭੇਟ ਕਰਵਾ ਦਿੰਦਾ ਹੈ, ਤਾਂ ਉਹਦੇ ਅੰਦਰ ਇਹ ਨਾਮ ਦੀ ਦਾਤ, ਜਦੋਂ ਜੀਵ ਗੁਰੂ ਦੀ ਸ਼ਰਨ ਪੈ ਕੇ, ਗੁਰਪ੍ਰਸਾਦੀ ਗੁਰੂ ਦੀ ਸ਼ਰਨ ਪੈ ਕੇ ਉਹਦੇ ਅੰਦਰ ਇਹ ਗੁਣਾਂ ਦੀ ਜਿਹੜੀ ਨਾਮ ਦੀ ਦਾਤ ਹੈ ਉਹ ਫਿਰ ਪ੍ਰਗਟ ਹੋ ਜਾਂਦੀ। ਪਈ ਪਹਿਲਾਂ ਹੀ ਹੁੰਦੀ ਹੈ, ਸਾਰਿਆਂ 'ਚ ਗੁਣ ਹਨ, ਪਰ ਗੁਣ ਪ੍ਰਗਟ ਜਦੋਂ ਗੁਰੂ ਮਿਲ ਜਾਂਦਾ, ਸੱਚਾ ਗੁਰੂ, ਉਹਦੇ ਅੰਦਰ ਫਿਰ ਇਹ ਗੁਣਾਂ ਦੀ ਦਾਤ, ਜਿਹੜੀ ਦਾਤ ਪਰਮਾਤਮਾ ਸੱਚ ਸਦਾ ਫਿਰ ਰਹਿਣ ਵਾਲਾ ਪ੍ਰਭੂ ਪਰਮਾਤਮਾ ਦਿੰਦਾ ਹੈ, ਜਦੋਂ ਦਿੰਦਾ ਹੈ ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਉਸ ਜੀਵ ਦੇ ਅੰਦਰ ਪ੍ਰਗਟ ਹੋ ਜਾਂਦਾ। ਸੱਚ ਨਾਮ ਸਲਾਹੀ ਰੰਗ ਰੱਖਦਾ, ਇਹਦੇ ਰੰਗ ਲਾਲ ਰੰਗ, ਲਾਲ ਰੰਗ ਮਨ ਤੋਂ ਜਦੋਂ ਲੱਗ ਜਾਂਦਾ ਹੈ, ਉਹਦੇ ਅੰਦਰ ਸੱਚ ਨਾਮ ਸਲਾਹੀ, ਉਹ ਸਦਾ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ, ਗੁਣਾਂ ਦੇ ਵਿੱਚ, ਸਿੱਖਿਆ ਦੇ ਵਿੱਚ ਸਲਾਹੇ ਸਦਾ ਹੀ ਲਿਪਤ ਰਹਿੰਦਾ, ਸਿਫਤ ਸਲਾਹ ਕਰਦਾ, ਵਡਿਆਈ ਕਰਦਾ, ਉੱਤੇ ਕਰਦਾ, ਆਪਣੇ ਜੀਵਨ ਦਾ ਨਿਰਵਾਹ ਕਰਦਾ। ਰੰਗ ਰਤਾ ਰਤਿਆ ਹੋਇਆ, ਗੁਣਾਂ ਨਾਲ ਭਰਪੂਰ ਹੋਇਆ, ਉਹ ਫਿਰ ਸਦਾ ਹੀ ਸਿਫਤ ਸਲਾਹ ਵਡਿਆਈਆਂ ਕਰਦਾ। ਗੁਰ ਕਿਰਪਾ ਤੇ ਸੁੱਖ ਪਾਏਂਦਾ। ਜਦੋਂ ਉਹ ਗੁਰੂ ਦੀ ਸ਼ਰਨ, ਗੁਰੂ ਦੇ ਗੁਣਾਂ ਨੂੰ, ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਕਰਮਾਂ 'ਚ ਲੈ ਆਉਂਦਾ ਆ, ਤੇ ਫਿਰ ਕੀ ਉਹਦੀ ਫਲ ਕੀ ਮਿਲਦਾ? ਸੁੱਖ ਪਾਏਂਦਾ। ਉਹ ਪ੍ਰਾਪਤ ਸੁੱਖ ਕਰਦਾ ਹੈ, ਕਿਉਂਕਿ ਗੁਣ ਉਹਦੇ ਕੋ ਆ ਜਾਂਦੇ, ਆਗਣ ਨਸ ਸਮਝੋ ਕਿਲ ਕਰਤਾ ਘਰ। ਜਦੋਂ ਗੁਣਾਂ ਦੀ ਦਾਤ ਅੰਦਰ ਪ੍ਰਗਟ ਹੋ ਜਾਂਦੀ ਹੈ, ਕਰਮ ਇੰਦਰੀ ਗਿਆਨ ਇੰਦਰੀਆਂ ਦੇ ਵਿੱਚ ਗੁਣ ਆ ਵਸਦੇ ਹਨ, ਉਹ ਫਿਰ ਕਰਮ ਇੰਦਰੀਆਂ ਦੇ ਨਾਲ ਗੁਣਾਂ ਨੂੰ ਵਰਤਦਾ ਵੀ ਹੈ ਤੇ ਸੁੱਖ ਪ੍ਰਾਪਤ ਕਰਦਾ, ਸਹਿਜ ਪ੍ਰਾਪਤ ਕਰਦਾ, ਸਬਰ ਆ ਜਾਂਦਾ ਉਹਦੀ ਜ਼ਿੰਦਗੀ ਦੇ ਵਿੱਚ। ਕਦੇ ਵੀ ਉਹਦੀਆਂ ਆਸਾਂ ਤ੍ਰਿਸ਼ਨਾਵਾਂ ਪ੍ਰਗਟ ਨਹੀਂ ਹੁੰਦੀਆਂ, ਉਹ ਬੁੱਝ ਜਾਂਦੀਆਂ ਹਨ, ਤੇ ਜਿਸ ਵੀ ਦਿਸ਼ਾ ਦੇ ਵਿੱਚ ਉਹ ਪ੍ਰਮਾਤਮਾ ਉਹਨੂੰ ਰੱਖਦਾ ਹੈ, ਉਹ ਫਿਰ ਉਸੇ ਹਿਸਾਬ ਦੇ ਨਾਲ ਭਾਣਾ ਮੰਨਦਾ ਹੋਇਆ, ਨਿਮਰਤਾ ਦੇ ਘਰ ਰਹਿੰਦਾ ਹੋਇਆ, ਦੁੱਖ ਸੁੱਖ ਨੂੰ ਸਮ ਕਰ ਜਾਣਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ। ਹਾਂਜੀ, ਧੰਨਵਾਦ ਵੀਰ ਜੀ। ਇਸ ਪਲੇਟਫਾਰਮ ਦੀ ਇਹੋ ਖੂਬਸੂਰਤੀ ਹੈ ਕਿ ਸਾਨੂੰ ਦੋਨੋਂ ਹੀ ਪੱਖ ਜਿਹੜੇ ਨਜ਼ਰ ਆ ਰਹੇ ਹਨ, ਦੋਨੋਂ ਹੀ ਪੱਖਾਂ ਦੇ ਦਰਸ਼ਨ ਹੋ ਰਹੇ ਹਨ, ਦੋਨੋਂ ਪਾਸੋਂ ਗੁਰਬਾਣੀ ਦੇ ਦਰਸ਼ਨ ਹੋ ਰਹੇ ਹਨ। ਇੱਕ ਗੱਲ ਤੋਂ ਦੋਨੋਂ ਹੀ ਪੱਖ ਇੱਕ ਗੱਲ ਤੋਂ ਦ੍ਰਿੜ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਦੇ ਬੋਲਾਂ ਦੇ ਰਾਹੀਂ ਹੀ ਮਨ ਨੇ ਬਦਲਣਾ ਹੈ। ਮਨ ਦੀ ਮੈਲ ਜਿਹੜੀ ਹੈ, ਮਨ ਦੇ ਵਿੱਚ ਮੈਲ ਭਰੀ ਹੈ, ਉਹ ਮੈਲ ਧੁੱਪਣੀ ਜਿਹੜੀ ਹੈ ਉਹ ਗੁਰੂ ਦੇ ਬੋਲਾਂ ਦੇ ਰਾਹੀਂ ਧੁੱਪਣੀ ਹੈ। ਤੇ ਇਸ ਗੱਲ ਤੇ ਅਸੀਂ ਵੀ ਦ੍ਰਿੜ ਹੋ ਜਾਈਏ ਕਿ ਗੁਰੂ ਦੇ ਬੋਲਾਂ ਦੇ ਨਾਲ ਜੁੜਨਾ ਕਰੀਏ, ਕਿ ਗੁਰੂ ਦੇ ਬੋਲ ਜਿਹੜੇ ਆਪਣੇ ਆਪ ਹੀ ਸਾਡੇ ਮਨ ਦੀ ਮੈਲ ਧੋਂਦੇ ਰਹਿਣ। ਜੋ ਗੁਰ ਕਹੇ ਸੋ ਕਾਰ ਕਮਾਏ ਜੀ, ਉਹ ਗੁਰੂ ਜੋ ਗੱਲ ਕਹਿ ਰਿਹਾ ਅਸੀਂ ਸਮਝ ਬੁੱਝ ਕੇ ਉਹ ਕਾਰ ਕਰਨ ਲੱਗ ਪਈਏ, ਆਪਣੇ ਆਪ ਸਾਡਾ ਮਨ ਵੀ ਤੇ ਸਾਡਾ ਤਨ ਵੀ ਦੋਨੋਂ ਜਿਹੜੇ ਉਹ ਪਵਿੱਤਰ ਹੋ ਜਾਣਗੇ, ਚੰਗੇ ਕਾਰ ਤੇ ਲੱਗ ਜਾਣਗੇ। ਅੱਜ ਦੋ ਪਦਿਆਂ ਦਾ ਪਾਠ ਹੋਇਆ, आओ जी रल मिलकर पाठ कर लिए, फिर पाठ सेशन की समाप्ति है, फिर सवाल भी लेने ना जी। गणत गणे सो जले संसारा, सहसा मूल न चुके विकारा। गुरमुख होवे सो गणत चुकाए, सच्चे सच समाइंदा, जे सच दे तपाए कोई। गुर प्रसादी प्रगट होई, जे सच दे तपाए कोई। गुर प्रसादी प्रगट होई, सच नाम सालाहे रंग राता। गुर कृपा ते सुख पाइंदा, सच नाम सालाहे रंग राता। गुर कृपा ते सुख पाइंदा। होया बेअंत भुलां दी किमा। वाहिगुरू जी का खालसा, वाहिगुरू जी की फतेह। जी तजिंदर ਵੀਰ ਜੀ ਸਵਾਲ ਲੈ ਲਿਆ ਸੀ ਜੀ ਵੀਰ ਜੀ। ਸਰਨਜੀਤ ਵੀਰ ਜੀ ਰਾਏਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਵੀਰ ਜੀ ਇਸ ਸ਼ਬਦ ਵਿੱਚ ਆਪ ਜੀ ਕਿਸ ਬਾਬਤ ਵਿਚਾਰ ਚਾਹੁੰਦੇ ਹੋ? ਆਪ ਜੀ ਜਰਾ ਇੱਕ ਵਾਰੀ ਆਡੀਓ ਔਨ ਕਰਕੇ ਵੀਰ ਜੀ ਚਾਨਣਾ ਪਾਓਗੇ ਥੋੜਾ ਜਿਹਾ ਸਰਨਜੀਤ ਵੀਰ ਜੀ? ਹਾਂ, ਉਂਝ ਤੇ ਗੁਰੂ ਸਾਹਿਬ ਜੀ ਨੇ ਇਸ ਬਾਣੀ ਵਿੱਚ ਕਿਹੜੀ ਰਮਜ ਵਿੱਚ ਉਚਾਰੀ ਹੈ ਉਹ ਥੋੜਾ ਸਮਝਣਾ ਸੀ।
ਤੇ ਇੱਕ ਹੋਰ ਵਿਸ਼ੇਸ਼ ਕਰਕੇ ਇੱਕ ਪੰਕਤੀ ਮੈਂ ਪੜ੍ਹ ਰਿਹਾ ਸੀ, ਸ਼ਬਦ ਸੁਣ ਰਿਹਾ ਸੀ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਪੂਰਾ ਸ਼ਬਦ ਭਗਤ ਕਬੀਰ ਜੀ ਦਾ ਹੈ, ਰਾਮ ਕਲੀ ਰਾਗ ਵਿੱਚ, ਅੰਗ ਨੰਬਰ 969। ਵੀਰ ਜੀ ਸਕਰੀਨ ਤੇ ਸ਼ੇਅਰ ਹੈਗਾ ਜੀ ਵੀਰ ਜੀ। ਇੱਕ ਸਪੈਸ਼ਲੀ ਪੰਕਤੀ ਸੀ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਇਹਦਾ ਭਾਵ ਸਮਝਣਾ ਸੀ ਤੇ ਇਹ ਪੂਰਾ ਸ਼ਬਦ ਕਿਹੜੀ ਰਮਜ ਵਿੱਚ ਉਚਾਰਿਆ ਹੈ ਗੁਰੂ ਸਾਹਿਬ ਜੀ ਨੇ, ਉਹ ਸਮਝਣਾ ਸੀ। ਹਾਂਜੀ ਵੀ ਜੀ ਪੂਰਵ ਜਨਮ ਬਾਰੇ ਪਹਿਲਾਂ ਕਈ ਵਾਰੀ ਗੱਲ ਹੋ ਚੁੱਕੀ ਹੈ। ਜਦੋਂ ਤੱਕ ਅਸੀਂ ਸੱਚ ਨਾਲ ਨਹੀਂ ਜੁੜਦੇ ਤਦ ਤੱਕ ਵੱਖ-ਵੱਖ ਜੂਨਾਂ ਵਿੱਚ ਭਟਕਦੇ ਰਹਿੰਦੇ ਆ, ਤੇ ਹੁਣ ਜਦੋਂ ਸੱਚ ਵਿੱਚ ਜੁੜ ਗਿਆ, ਪਹਿਲਾਂ ਦਾ ਜ਼ਿਕਰ ਕਰ ਰਹੇ ਹਨ, ਹੁਣ ਤੋਂ ਪਹਿਲਾਂ ਪੂਰਵ ਜਨਮ, ਉਹ ਕਹਿੰਦੇ ਜਦੋਂ ਮੈਂ ਪਹਿਲਾਂ ਤੇਰੇ ਨਾਮ ਨਾਲ ਜੁੜਨਾ ਕੀਤਾ ਤਾਂ ਕਰਕੇ ਮੇਰਾ ਇਹ ਜਿਹੜਾ ਬਾਰ-ਬਾਰ ਦਾ ਜਨਮ ਦਾ ਗੇੜ ਸੀ ਇਹ ਮਿਟਿਆ, ਤਾਂ ਜਾ ਕੇ ਮੇਰਾ ਜਨਮ ਮਰਨ ਦਾ ਗੇੜ ਮਿਟਿਆ। ਇਸ ਬਾਬਤ ਵਿਚਾਰ ਹੋ ਰਹੇ। ਹਰਵਿੰਦਰ ਵੀਰ ਜੀ ਆਪ ਆਰੰਭ ਕਰਦੇ ਹੋ ਜੀ ਇਸ ਬਾਬਤ। ਇਸ ਤੋਂ ਪਹਿਲੇ ਬਈ ਅਸੀਂ ਜਦੋਂ ਪੂਰਵ ਜਨਮ ਕਵਾਂਗੇ ਨਾ, ਬਿਫੋਰ ਦਿਸ ਇੰਸਟੈਂਸ, ਇਸ ਤੋਂ ਪਹਿਲੇ ਅਸੀਂ ਕਹਿੰਦੇ ਵੀ ਉਹ ਕਈ ਵਾਰ ਅਸੀਂ ਕਹਿੰਦੇ ਵੀ ਜੇ ਪੂਰਵ ਕਮਾਇਆ ਮੀਨਸ, ਅੱਛਾ ਜੇ ਸਾਡਾ ਮੈਥਸ ਦਾ ਐਗਜ਼ਾਮ ਅੱਗੇ ਆਣਾ ਹੈ, ਜੇ ਅਸੀਂ ਸਾਲ ਭਰ ਪਹਿਲਾਂ ਤਿਆਰੀ ਨਾ ਕੀਤੀ ਹੋਵੇ, ਜੇ ਅਸੀਂ ਸਾਲ ਭਰ ਤਿਆਰੀ ਕੀਤੀ ਇਹਨਾਂ ਦੇ ਐਗਜ਼ਾਮ ਦੇ ਟਾਈਮ ਤੇ, ਸਾਡੇ ਸਾਲ ਭਰ ਦੀ ਕੀਤੀ ਹੋਈ ਤਿਆਰੀ ਸਾਡਾ ਪੂਰਵਲੇ ਜਨਮ ਦਾ ਕੰਮ ਕਰੇਗੀ। ਜੇ ਉਹ ਕਹਿੰਦੇ ਪੂਰਵ ਜਨਮ, ਹੁਣ ਕਹਿੰਦਾ ਬੇਟਾ ਨਾ ਹੁਣ ਮੈਂ ਤੇਰੇ ਤੋਂ ਹਟ ਨਹੀਂ ਸਕਦਾ, ਕਿਉਂਕਿ ਮੈਂ ਪੂਰਵਲੇ ਜਨਮ ਵਿੱਚ ਤੇਰਾ, ਪੂਰਵਲਾ ਜਨਮ ਡੈਫੀਨਿਟਲੀ ਡਸ ਨਾਟ ਮੀਨ ਕਿ ਪੁਰਾਣੀ ਲਾਈਫ ਇਟਸੈਲਫ, ਐਨੀ ਟਾਈਮ ਬਿਟਵੀਨ ਦਿਸ। ਅਸੀਂ ਤਾਂ ਕਹਿੰਦੇ ਮੈਂ ਕਿ ਵੀ ਆਰ ਸਪਿਰਿਚੁਅਲ ਬੀਇੰਗਸ, ਅਸੀਂ ਸੰਸਾਰ ਵਿੱਚ ਆਏ ਹਾਂ, ਕਹਿੰਦਾ ਇਹ ਨਿਰੰਤਰ ਹੁੰਦਾ ਆਇਆ, ਇਹ ਤੇ ਪਹਿਲਾਂ ਅਸੀਂ ਹੁਣ ਵੀ ਹੈ। ਇਸ ਤੋਂ ਪਹਿਲੇ ਜਦੋਂ ਮੈਂ ਤੇਰੀ ਸੇਵਾ ਕੀਤੀ, ਕਹਿੰਦਾ ਪੂਰਵ ਜਨਮ, ਕਹਿੰਦਾ ਹੁਣ ਤੋਂ ਮੇਟਿਆ ਨਾ ਜਾਏਗੀ, ਹੁਣ ਜਿਹੜਾ ਹੈ ਨਾ, ਹੁਣ ਮੈਂ ਤੇਰੀ ਸੇਵਾ ਕਿਉਂ ਨਹੀਂ ਹਟ ਸਕਦਾ, ਕਿਉਂਕਿ ਮੈਂ ਪਹਿਲਾਂ ਤੇਰੀ ਸੇਵਾ ਕੀਤੀ, ਬਹੁਤ ਤੇਰੇ ਸਿਧਾਂਤਾਂ ਦੀ ਵਿਚਾਰ ਕੀਤੀ, ਤੇਰੇ ਨਾਲ ਜੁੜਿਆ, ਹੁਣ ਤਾਂ ਕਰਕੇ ਮੇਰੇ ਵਿੱਚ ਇਹ ਦ੍ਰਿੜਤਾ ਜਿਹੜੀ ਨਾ ਉਹ ਆ ਗਈ। ਇਸ ਹਿਸਾਬ ਨਾਲ ਵੀ ਜਦੋਂ ਅੱਗੇ ਕਵਾਂਗੇ, ਅੱਗੇ ਐਨੀ ਟਾਈਮ ਫਰੋਮ ਆਫਟਰ ਦਿਸ, ਇਸ ਤੋਂ ਅਗਲਾ ਪਿਛਲਾ ਜਿਹੜਾ ਹੈ ਨਾ ਉਸ ਤੋਂ ਪਹਿਲੇ ਵਾਲਾ ਸਾਰਾ। ਬਾਕੀ ਜਿਹੜਾ ਸ਼ਬਦ ਦੀ ਗੱਲ ਪੇ ਕਰਦੇ ਸੀ, ਇਹ ਸਾਰਾ ਸ਼ਬਦ ਦੇਖੋ ਅਸੀਂ ਦੇਖਾਂਗੇ ਬਿਲਕੁਲ ਸਾਹਮਣੇ ਹੈ, ਜਿਹੜਾ ਸਟਾਰਟ ਹੋਇਆ ਵੀ ਪਹਿਲਾ ਬੰਦ ਸੀ ਬਈ ਜੁਗ 36 ਕੀ ਉਹ ਗੁਬਾਰਾ, ਵੀ ਜਿਹੜਾ ਅਰਬਤ ਧੁੰਦੂਕਾਰਾ ਵਾਲਾ ਜਿਹੜਾ ਕੰਮ ਹੈ। ਉਸ ਤੋਂ ਬਾਅਦ ਦੂਜਾ ਸ਼ਬਦ ਸੀ ਬਈ ਓਂਕਾਰ ਸਭ ਸ੍ਰਿਸ਼ਟ ਉਪਾਈ, ਵੀ ਉਹ ਕਹਿੰਦਾ ਵੀ ਉਹ ਸੱਚ ਤੇ ਭਵਨਾ ਪਿਆ। ਉਸ ਤੋਂ ਬਾਅਦ ਜਿਹੜਾ ਸੈਕਿੰਡ ਸੀ, ਫਿਰ ਬਾਜੀਗਰ ਇੱਕ ਬਾਜੀ ਪਾਈ, ਪਰਮਾਤਮਾ ਨੇ ਮੰਨੋ ਇੱਕ ਜਿਹੜਾ ਖੇਡ ਜਿਹੜਾ ਉਹਨੇ ਪਰਮਾਤਮਾ ਨੇ ਇਹ ਸੰਸਾਰ ਰੂਪੀ ਖੇਡ ਜਿਹੜਾ ਉਹਨੇ ਰਚਿਆ ਹੋਇਆ ਹੈ। ਫਿਰ ਉਸ ਤੋਂ ਬਾਅਦ ਸੀ ਬਈ ਬਾਜੇ ਧੁਨ ਆਕਾਰਾ, ਵੀ ਮੰਨੋ ਜਿਸ ਤਰ੍ਹਾਂ ਸਾਡੇ ਸਾਰਿਆਂ ਦੇ ਵਿੱਚ ਜਿਹੜਾ ਹੈ ਨਾ ਵੀ ਉਹ ਸਵਾਸਾਂ ਦੀ ਜਿਹੜੇ ਬੜੇ ਵਾਜੇ ਉਹ ਵੱਜਦੇ ਪਏ ਨੇ। ਫਿਰ ਉਸ ਤੋਂ ਬਾਅਦ ਆਇਆ ਸੀ ਵੀ ਕਰਤਾ ਕਰੇ ਸੋ ਨਹੀਂ ਚੋਏ, ਗੁਰੂ ਤੇ ਨਹੀਂ ਭਰੋਸਾ ਦੇਣਾ ਚਾਹੁੰਦਾ ਪਿਆ ਕਿ ਜੇ ਤੂੰ ਆਪਣੇ ਮਨ ਦੇ ਪ੍ਰਥਾਈ ਕੁਝ ਸੋਚ ਕੇ ਚੱਲਣੇ ਕਿ ਮੈਂ ਕਰ ਲਵਾਂਗਾ, ਮੈਂ ਅੱਛਾ ਵਾਂ, ਹਉਮੈ ਹੈ ਹੀ ਉਹ, ਕਰਮ ਤਾਂ ਅੱਛੇ ਕਰਨੇ ਨੇ, ਲੇਕਿਨ ਕਰਮ ਆਪਣੇ ਕਰਮਾਂ ਦੇ ਉੱਤੇ ਆਪਣੇ ਉਹ ਕਿਸੇ ਅਸੀਂ ਅੱਛੇ ਕਰਮ ਕਾਂਡ ਕਹਿੰਦੇ ਵੀ ਕਿਹਨੂੰ ਆ, ਜਦੋਂ ਕਿਸੇ ਕਰਮ ਤੇ ਟੇਕ ਆ ਜਾਵੇ ਨਾ, ਉਹਨੂੰ ਕਰਮ ਕਾਂਡ ਕਹਿੰਦੇ ਕਿ ਬਈ ਅੱਛਾ ਮੈਂ ਇਤਨੇ ਜਪਜੀ ਸਾਹਿਬ ਦਾ ਪਾਠ ਕਰਨਾ ਮਾੜਾ ਥੋੜੀ ਨਾ, ਲੇਕਿਨ ਜੇ ਮੈਂ ਇਤਨੇ ਜਪਜੀ ਸਾਹਿਬ ਦੇ ਪਾਠ ਕਰਾਂਗੇ ਮੈਨੂੰ ਇਹ ਫਲ ਮਿਲੇਗਾ, ਇਹ ਕਰਮ ਦੇ ਉੱਤੇ ਟੇਕ ਆ ਗਈ, ਜਪਜੀ ਸਾਹਿਬ ਦੀ ਸਿੱਖਿਆ ਤੋਂ ਟੇਕ ਨਿਕਲ ਗਈ। ਜਪਜੀ ਸਾਹਿਬ ਮੈਂ ਪੜ੍ਹਨਾ ਹੈ, ਜਪਜੀ ਸਾਹਿਬ ਨੇ ਮੈਨੂੰ ਕੁਝ ਸਿੱਖਿਆਵਾਂ ਦੇਣੀਆਂ ਨੇ, ਇਹ ਬੜੀ ਅੱਛੀ ਗੱਲ ਹੈ, ਲੇਕਿਨ ਮੈਂ ਇਤਨੇ ਜਪਜੀ ਸਾਹਿਬ ਦੇ ਪਾਠ ਕਰਾਂਗਾ ਮੈਨੂੰ ਇਹ ਫਲ ਮਿਲੇਗਾ, ਫਿਰ ਸਾਡੀ ਟੇਕ ਜਪਜੀ ਸਾਹਿਬ ਦੀ ਸਿੱਖਿਆ ਤੋਂ ਹਟ ਕੇ ਜਪਜੀ ਸਾਹਿਬ ਦੇ ਪਾਠ ਕਰਨ ਦੀ ਕਿਰਿਆ ਦੇ ਉੱਤੇ ਆ ਗਈ। ਫਿਰ ਇਹ ਸੇਮ ਕਿਰਿਆ ਜਿਹੜੀ ਹੈ ਨਾ ਉਹ ਕਰਮ ਕਾਂਡ ਬਣ ਜਾਏਗੀ। ਇਹ ਥੋੜਾ ਕਹਿੰਦਾ ਵੀ ਕਰਤਾ ਕਰੇ ਸੋ ਨਹੀਂ ਚੋਏ, ਜੇ ਰੱਬ ਕਰੇਗਾ ਤੇ ਉਹ ਹੋ ਕੇ ਹੀ ਰਹੇਗਾ। ਫਿਰ ਕਹਿੰਦੇ ਗੁਰ ਸੇਵੇ ਜੇਵੜ ਹੋਰ ਲਾਹਾ ਨਹੀਂ, ਜੈਸਟ ਗੁਰੂ ਦਾ ਚੱਲੀ ਜਾਂਦਾ ਪਿਆ ਨਾ ਵੀ ਤੂੰ ਸਾਰਾ ਸ਼ਬਦ ਕੋਈ ਨਹੀਂ ਅੱਜ ਵੀ ਕਰਨਾ ਵੀ ਗਿਣਤੀ ਗਣੇ ਸੰਸਾਰ ਕੀ ਕਰੀ ਜਾਂਦਾ ਪਿਆ, ਉਹ ਗਿਣਤੀ ਮਿੰਟੀ ਵਿੱਚ ਲੱਗਿਆ ਹੋਇਆ ਹੈ, ਉਹਦੀ ਚਿੰਤਾ ਫਿਕਰ ਤੋਖਲੇ ਨਹੀਂ ਜਾਂਦੇ ਪਏ। ਬਾਣੀ ਦੀ ਵਿਚਾਰ ਕਰਨ ਦੀ ਥਾਂ ਤੇ ਬਾਣੀ ਨੂੰ ਵੀ ਗਿਣਤੀ ਮਿੰਤੀ ਵਿੱਚ ਉਹ ਜਿਹੜਾ ਉਹ ਰੱਟੀ ਜਾਂਦਾ ਪਿਆ। ਮੇਰੇ ਖਿਆਲ ਨਾਲ ਸਾਰਾ ਸ਼ਬਦ ਹੁਣ ਤੱਕ ਜਿੰਨਾ ਅਸੀਂ ਕੀਤਾ ਹੈ ਉਸ ਦੀ ਪ੍ਰਥਾਈ ਜਿਹੜਾ ਹੈ ਨਾ ਵੀ ਰੱਬ ਨੇ ਜੋ ਖੇਡ ਤਮਾਸ਼ਾ ਬਣਾਇਆ ਹੈ ਉਹਦੇ ਵਿੱਚ ਹੋ ਕੀ ਰਿਹਾ, ਗੁਰੂ ਦਾ ਕਿਤਨਾ ਇੰਪੋਰਟੈਂਸ ਹੈ, ਤੂੰ ਗੁਰੂ ਕੋਲ ਔਰ ਮਤਾ ਤੂੰ ਕਿਸੇ ਭਰਮ ਭੁਲੇਖੇ ਚ ਨਹੀਂ ਕਿ ਬਈ ਮੈਂ ਕਰਨਾ ਪਿਆ, ਕਰਨਾ ਤੂੰ ਹੀ ਹੈ, ਕਰਨਾ ਤੂੰ ਨਹੀਂ ਹੈ। ਵੀ ਗੁਰੂ ਬਿਲਕੁਲ ਕਹਿੰਦਾ ਵੀ ਉਹ ਲੇਕਿਨ ਗੁਰੂ ਨਾਨਕ ਕਹਿੰਦਾ ਵੀ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ, ਵੀ ਉਹ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ, ਇਹ ਵੀ ਗੁਰਮਤਿ ਦਾ ਸਿਧਾਂਤ ਹੈ ਨਾ। ਬਿਲਕੁਲ ਗੁਰੂ ਨਾਲ ਕਹਿ ਰਿਹਾ ਵੀ ਨਾਲ ਗੁਰੂ ਕੀ ਕਹਿ ਰਿਹਾ, ਕਹਿੰਦਾ ਵੀ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਮਤਾ ਕਰੇ ਪਛਮ ਕੇ ਤਾਂ ਹੀ ਪੂਰਬ ਜੀ ਲੈ ਜਾਤ।
ਵੀ ਉਹ ਨਰ ਚਾਹਤ ਕਛ ਔਰ ਅਵਰੇ ਕੀ ਪਾਉ ਟੇਕ ਭਰੋਸਾ ਕਰਮ ਕਰਦਿਆਂ ਹੋਇਆਂ ਆਪਣੇ ਕਰਮ ਉੱਤੇ ਟੇਕ ਨਹੀਂ ਲੈ ਕੇ ਆਣੀ। ਮਾਲਕ ਨੇ ਖੇਡ ਬਣਾਈ ਹੈ। ਮਾਲਕ ਜਦੋਂ ਤੱਕ ਸੀ ਆਪਣੀ ਹਸਤੀ ਅੰਦਰ ਅਰਬਤ ਧੁੰਦੂਕਾਰਾਂ ਅੰਦਰ ਸੀ, ਉਹਨੇ ਸਵਾਸਾਂ ਦੀ ਤੈਨੂੰ ਇੱਕ ਪੂੰਜੀ ਦੇ ਕੇ ਤੈਨੂੰ ਮਾਨੇ ਖੇਡ ਤਿਆਰ ਕੀਤੀ ਹੈ, ਉਹਦੇ ਕਰਮ ਤੂੰ ਕਰਨੇ ਨੇ। ਲੇਕਿਨ ਫਿਰ ਜਿਹੜਾ ਗੱਲ ਚੱਲੇਗਾ ਵੀ ਤੂੰ ਆਪਣੇ ਕਰਮਾਂ ਉੱਤੇ ਟੇਕ ਜਿਹੜਾ ਨਾ ਉਹ ਬਿਲਕੁਲ ਜਿਹੜਾ ਉਹ ਨਾ ਲੈ ਕੇ, ਜੇ ਗਿਣਤੀ ਮਿੰਤੀ ਵਿੱਚ ਪੈ ਗਿਆ ਤੇਰੇ ਜੀਵਨ ਵਿੱਚ ਉਹ ਸਹਿਮ ਕਦੀ ਜਾਣਾ ਹੀ ਨਹੀਂ ਹੈ। ਡਰ ਫਿਕਰ ਗੁਰੂ ਤੈਨੂੰ ਉਸ ਪਕੜਨਾ ਹੈ, ਉਹ ਤੈਨੂੰ ਬੇਪਰਵਾਹ ਕਰਨਾ ਚਾਹੁੰਦਾ ਹੈ। ਲਾਪਰਵਾਹ ਇਜ਼ ਬੀਇੰਗ ਕੇਅਰਲੈਸ। ਅੱਛਾ, ਬੱਚੇ ਨੂੰ ਇਕੱਲੇ ਰੂਮ ਛੱਡ ਕੇ ਆ ਗਿਆ, ਅਰੇ ਬੱਚਾ ਗਿਰ ਜਾਏਗਾ, ਯੂ ਆਰ ਕੇਅਰਲੈਸ। ਲੇਕਿਨ ਅੱਛਾ ਕੰਮ ਕਰਦਿਆਂ ਹੋਇਆਂ ਉਹ ਕੰਮ ਦੀ ਗਣਤ ਹੀ ਸਾਡੇ ਦਿਮਾਗ ਵਿੱਚ ਨਹੀਂ ਜਾਂਦੀ ਪਈ। ਉਹਦੇ ਚਿੰਤਾ, ਐਗਜ਼ਾਮ ਅੱਛਾ ਲਿਖ ਦਿੱਤਾ ਹੈ, ਫਿਰ ਕਿਉਂ ਉਹਦਾ ਟੈਨਸ਼ਨ ਲੈ ਕੇ ਕਿਉਂ ਬੈਠਿਆ ਹੋਇਆ ਹੈ? ਐਗਜ਼ਾਮ ਵੇਲੇ ਲਾਪਰਵਾਹ ਨਾ ਹੋਈ, ਤਿਆਰੀ ਜ਼ਰੂਰ ਕਰੀ, ਲੇਕਿਨ ਲਿਖ ਕੇ ਆ ਗਿਆ ਨਾ ਹੁਣ ਬੇਫਿਕਰ ਹੋ ਜਾ। ਹੁਣ ਉਹਦਾ ਭਾਰ, ਸਟ੍ਰੈਸ ਕਿਹਨੂੰ ਕਹਿੰਦੇ ਆ ਅਸੀਂ? ਸਟ੍ਰੈਸ ਇਹੀ ਹੈ, ਕਿਸੇ ਚੀਜ਼ ਦਾ ਘੜੀ ਦਿਮਾਗ ਚੋਂ ਕੱਢੋ, ਫਿਰ 2 ਮਿੰਟ ਆ ਗਈ, ਫਿਰ ਕੱਢੋ, ਫਿਰ ਆ ਹੀ ਜਾਂਦੀ। ਕਿਸੇ ਕੋਲ ਪੇਮੈਂਟ ਆਣੀ ਹੋਵੇ ਕਿਹਨਾਂ ਦੀ ਦਿਮਾਗ ਵਿੱਚ ਉਹ ਸਟ੍ਰੈਸ ਆ ਹੀ ਜਾਂਦਾ। ਗੁਰੂ ਜੀ ਨੂੰ ਉਸ ਪਕੜਨਾ ਨਾ ਉਹ ਜਰਾਬ ਕਰੇਗਾ ਤੇ ਹੋਏਗਾ। ਤੂੰ ਆਪਣਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀ ਹੈ ਜਲ ਮੈਂ ਜੰਤੂ ਪਾਇਨ ਤੇ ਨਾ ਵੀ ਰੋਜੀ ਦੇ। ਕਹਿੰਦੇ ਜਿੱਥੇ ਪਾਣੀ ਵਿੱਚੋਂ ਕਹਿੰਦਾ ਵਿੱਚ ਉਪਾਏ ਸਾਇਨਾ ਤੇ ਨਾ ਵੀ ਸਾਰ ਕਰੇ, ਉੱਥੇ ਹੱਟ ਨਾ ਚੱਲਈ ਨਾ ਕੋਈ ਤਿਰਸ ਕਰੇ। ਸਮੁੰਦਰਾਂ ਵਿੱਚ ਨਾ ਕੋਈ ਹੱਟੀ ਚਲਦੀ ਨਾ ਕੋਈ ਤਰਸਾਨੀ ਹੁੰਦੀ। ਰੱਬ ਨੇ ਸਾਧਨ ਹਰ ਥਾਂ ਤੇ ਬਣਾਇਆ, ਕਹਿੰਦੇ ਕਾਹੇ ਰੇ ਮਨ ਚਿਤਵੇ ਉਦਮ, ਜਾਂ ਹਰ ਜੀਓ ਭਰਿਆ ਤੂੰ ਕਿਉਂ ਉਦਮ। ਗੁਰੂ ਇੱਕ ਪਾਸੇ ਹੋਰ ਕਹਿ ਰਿਹਾ ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਤੂੰ ਪਹੁੰਚ। ਇੱਥੇ ਗੁਰੂ ਕਹਿੰਦੇ ਵੀ ਕਾਹੇ ਰੇ ਮਨ ਚਿਤਵੇ ਉਦਮ। ਸਾਨੂੰ ਜਦ ਤੱਕ ਬਾਣੀ ਦੇ ਦੋਨੋਂ ਪੱਖ ਸਾਹਮਣੇ ਨਹੀਂ ਰੱਖਾਂਗੇ ਨਾ, ਜੇ ਅਸੀਂ ਇੱਕ ਨੂੰ ਕੋਟ ਕਰਾਂਗੇ ਤੇ ਸਾਨੂੰ, ਕਿਉਂਕਿ ਗੁਰਮਤਿ ਇਟ ਇਜ਼ ਇਨ ਡੈਪਥ ਵਿਸ਼ੇ, ਉਹਨੂੰ ਦੋਨੋਂ ਉਹ ਕਿਸ ਪਰਸਪੈਕਟਿਵ ਦੇ ਨਾਲ ਸ਼ਬਦ ਕਿਹਾ ਗਿਆ ਹੈ, ਸਾਨੂੰ ਉਸ ਪਰਸਪੈਕਟਿਵ ਨੂੰ ਨਾਲ ਲੈ ਕੇ। ਇਹ ਵੀ ਗੱਲ ਸੱਚੀ ਕਿ ਸਾਨੂੰ ਫਰਮਾਨ ਗੁਰਬਾਣੀ ਤੋਂ ਹੀ ਲੈਣੇ ਪਾਣਗੇ, ਲੇਕਿਨ ਸਾਨੂੰ ਪੂਰੀ ਇਮਾਨਦਾਰੀ ਦੇ ਨਾਲ ਉਹ ਸ਼ਬਦ ਕਿਸ ਪਰਸਪੈਕਟਿਵ ਵਿੱਚ ਲਿਖਿਆ ਗਿਆ ਹੈ। ਇਹ ਨਹੀਂ ਕਿ ਅੱਛਾ ਇੱਥੇ ਵਰਡ ਆ ਰਿਹਾ ਸੀ, ਹੁਣ ਮੈਂ ਇੱਥੇ ਵਰਡ ਨੂੰ ਚੁੱਕ ਕੇ ਫਿਟ ਕਰਨਾ ਪਿਆ ਤੇ ਉੱਥੇ ਵਰਡ, ਉਹਦਾ ਪਰਸਪੈਕਟਿਵ ਚੇਂਜ ਹੋ ਜਾਏਗਾ। ਉਹ ਗੁਰੂ ਕਹਿੰਦਾ ਵੀ ਕਾਹੇ ਰੇ ਮਨ ਚਿਤਵੇ ਉਦਮ, ਉਹ ਗੁਰੂ ਕਹਿੰਦਾ ਉਦਮ ਕਰਿੰਦਿਆਂ ਜੀਓ ਤੂੰ। ਤੇ ਸਾਨੂੰ ਜਿਹੜਾ ਵੀ ਉਹ ਦੋਨੋਂ ਜਦ ਤੱਕ ਦੋਨੋਂ ਪਾਸੇ ਅਸੀਂ ਲਾਸਟ ਟਾਈਮ ਵਿਚਾਰੇ ਸੀ, ਮੇਰੇ ਖਿਆਲ ਨਾਲ ਜਸਟ ਸਾਡੇ ਸ਼ਬਦ ਦਾ ਸ਼ਾਇਦ ਉਹ ਪਤਾ ਨਹੀਂ ਹਾਊ ਮਚ ਆਈ ਬੀਨ ਏਬਲ ਟੂ ਕਲੈਰੀਫਾਈ। ਹਾਂਜੀ ਵੀਰ ਜੀ ਵੀਰ ਜੀ, ਪਰਸਪੈਕਟਿਵ ਦੀ ਆਪ ਜੀ ਨੇ ਜ਼ਿਕਰ ਕੀਤਾ, ਪਰ ਦਾਇਰਾ ਸਾਡਾ ਸਿਧਾਂਤ ਦਾ। ਗੁਰੂ ਸਾਹਿਬ ਨੇ ਪਰਸਪੈਕਟਿਵ, ਕਿਸੇ ਵੀ ਪਰਸਪੈਕਟਿਵ ਵਿੱਚ ਗੱਲ ਕੀਤੀ ਹੋਏ, ਪਰ ਸਿਧਾਂਤ ਇੱਕ ਹੀ ਰਹਿੰਦਾ, ਦਾਇਰਾ ਸਿਧਾਂਤ ਦਾ ਰਹਿੰਦਾ ਹੈ। ਭੁਪਿੰਦਰ ਵੀਰ ਜੀ ਇਸ ਸ਼ਬਦ ਬਾਰੇ ਆਪ ਜੀ ਵਿਚਾਰ ਦੇ ਦਿਆ ਜੇ। ਤੇ ਸੁਖਵਿੰਦਰ ਵੀਰ ਜੀ, ਇਸ ਤੋਂ ਇਲਾਵਾ ਇੱਕ ਕੁਐਸਚਨ ਜਿਹੜਾ ਹੈ ਫੇਸਬੁੱਕ ਤੋਂ ਆਇਆ ਹੈ, ਅਗਲਾ ਕੁਐਸਚਨ ਦਾ ਜਵਾਬ ਆਪ ਜੀ ਦੇ ਦਿਆ ਜੇ, ਸਮੇਂ ਦਾ ਵੀ ਧਿਆਨ ਰੱਖਦੇ ਹੋਏ ਅਸੀਂ ਚੱਲੀਏ। ਜੀ ਭੁਪਿੰਦਰ ਵੀਰ ਜੀ। ਜਿਹਨਾਂ ਦਾ ਕੁਐਸਚਨ ਹੈ ਉਹਨਾਂ ਦਾ ਨਾਂ ਕੀ ਹੈ? ਸਰਨਜੀਤ ਸਿੰਘ ਰਾਏਪੁਰ। ਵੀਰ ਜੀ ਆਪਣੀ ਆਡੀਓ ਔਨ ਕਰ ਲਓ ਸਰਨਜੀਤ ਵੀਰ ਜੀ। ਅੱਛਾ ਜੀ, ਸੁਰਨਜੀਤ ਜੀ, ਅਸੀਂ ਲਿਵਿੰਗ ਟ੍ਰੈਜਰ ਵੱਲੋਂ ਨਾ ਲੜੀਵਾਰ ਛੋਟੀਆਂ ਵੀਡੀਓਜ਼ ਕੱਢ ਰਹੇ ਹਾਂ ਪਿਛਲੇ 2 ਮਹੀਨੇ ਤੋਂ, ਜਿਹੜੀਆਂ ਲੰਬੀਆਂ ਵੀਡੀਓਜ਼ ਨੇ, ਲੰਬੀਆਂ ਵਿਚਾਰਾਂ, ਉਹ ਸਾਰੀਆਂ ਤੇ ਤੁਸੀਂ ਸਾਰੀਆਂ YouTube ਤੇ ਦੇਖਦੇ ਹੋ, ਪਰ 2 ਮਹੀਨੇ ਤੋਂ ਅਸੀਂ ਛੋਟੀਆਂ ਕੱਢ ਰਹੇ ਹਾਂ। ਤਾਂ ਪਿਛਲੀਆਂ 4-5 ਲੜੀਵਾਰ ਆਈਆਂ ਸੀ, ਧੁਰ ਕਰਮ ਕੀ ਹੁੰਦਾ ਹੈ, ਪੂਰਬ ਕਰਮ ਕੀ ਹੁੰਦਾ ਹੈ, ਉਹ ਤੁਸੀਂ YouTube ਤੇ ਦੇਖ ਲੈਣਾ, ਦਾ ਲਿਵਿੰਗ ਟ੍ਰੈਜਰ 1 ਚੈਨਲ ਨੂੰ ਸਬਸਕ੍ਰਾਈਬ ਕਰਕੇ। ਸੋ ਅਸੀਂ ਪੂਰਬ, ਜਦੋਂ ਮੈਂ ਆਪਣੇ ਇਸੇ ਜੀਵਨ ਵਿੱਚ, ਮੈਂ ਦੇਖਣ ਵਿੱਚ ਭੁਪਿੰਦਰ ਸਿੰਘ ਲੱਗ ਰਿਹਾ, ਪਰ ਜੇ ਮੈਂ ਆਪਣੇ ਇਸੇ ਜੀਵਨ ਵਿੱਚ ਦੂਜੇ ਪਸ਼ੂ ਪੰਛੀਆਂ ਵਾਲਾ ਜੀਵਨ ਜੀਂਦਾ ਹਾਂ, ਤਾਂ ਉਹਨੂੰ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਤ। ਅੱਛਾ, ਜਦੋਂ ਮੈਂ ਸੱਚ ਦੇ ਮਾਰਗ ਤੇ ਆ ਜਾਂਦਾ ਤਾਂ ਕਹਿੰਦੇ ਆ ਇਹ ਜਨਮ ਤੁਹਾਰੇ ਲੇਖੇ, ਮੀਨਸ ਕਿ ਮੈਂ ਹੁਣ ਆਪ ਜੀ ਦੇ ਅੱਗੇ ਸਮਰਪਣ ਕਰਦਾ ਹਾਂ। ਇੰਝ ਹੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ, ਮੇਰੇ ਹੁਣ ਤੋਂ ਪਿਛਲੇ ਪਲ ਤੱਕ, ਮੇਰਾ ਜਨਮ ਲੈ ਕੇ ਮੰਮੀ ਪਾਪਾ ਦੇ ਸਰੀਰ ਤੋਂ ਜਨਮ ਲਿਆ, ਔਰ ਹੁਣ ਤੱਕ ਜਿਹੜਾ ਮੇਰਾ ਜੀਵਨ ਹੈ ਨਾ, ਇਹਦੇ ਵਿੱਚ ਮੈਂ ਜੋ ਕੁਝ ਕਰਦਾ ਇਹਨੂੰ ਪੂਰਬ ਕਹਿੰਦੇ ਨੇ। ਪੂਰਬ ਕਮਾਇਆ ਸੋ ਆਗੇ ਆਇਆ। ਸੋ ਹੁਣ ਕਹਿੰਦੇ ਨੇ ਪੂਰਬ ਜਨਮ ਹਮ ਤੁਮਰੇ ਸੇਵਕ, ਮੈਂ ਨਾ ਤੁਹਾਡਾ ਸੱਚ ਪ੍ਰਾਪਤ ਕਰਨ ਵਾਸਤੇ ਤੁਹਾਡੇ ਸੁਮਤ ਦਿੱਤੀ, ਤੁਹਾਡਾ ਦੱਸਿਆ ਮਾਰਗ ਤੇ ਤੁਰਿਆ, ਇਹਨੂੰ ਸੇਵਕ ਕਹਿੰਦੇ ਨੇ। ਸੋ ਅਬ ਤੋਂ ਮਿਟਿਆ ਨਾ ਜਾਈ, ਹੁਣ ਮੈਨੂੰ ਸੱਚ ਦਾ ਮਾਰਗ ਪਤਾ ਲੱਗ ਗਿਆ, ਹੁਣ ਮੈਂ ਜੰਮ ਕੇ ਪੰਥ ਨਾ ਪਾਈਏ, ਮੈਂ ਉਹ ਜੰਮ ਦੇ ਮਾਰਗ ਤੇ ਨਹੀਂ ਟੁਰਦਾ। ਵੈਰੀ ਸਿੰਪਲ ਹੈ, ਪੂਰਾ ਜਨਮ
ਸਰੀਰਕ ਪਿਛਲੇ ਜਨਮ ਦੇ ਸਰੀਰ ਦੀ ਗੱਲ ਨਹੀਂ ਕੀਤੀ ਜਾ ਰਹੀ, ਪੂਰਬ ਜਨਮ ਇਸੇ ਜਨਮ ਵਿੱਚ ਉਹਨੂੰ ਕਹਿੰਦੇ ਨੇ ਪੂਰਬ ਕਮਾਇਆ ਸੋ ਅੱਗੇ ਆਇਆ। ਜੋ ਮੈਂ ਪਿੱਛੇ ਸੋਚਿਆ ਸੀ ਵੈਸਾ ਹੀ ਮੇਰਾ ਅੱਗੇ ਜੀਵਨ ਬਣੇਗਾ, ਬਾਹਰ ਦੁਨੀਆ ਨੂੰ ਦਿਸੇ ਜਾਂ ਨਾ ਦਿਸੇ। ਪੂਰਬ ਕਮਾਇਆ ਸੋ ਅੱਗੇ ਆਇਆ, ਉਹਨੂੰ ਕਹਿੰਦੇ ਨੇ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ, ਉਹ ਸਾਹਮਣੇ ਫਰੰਟ ਤੇ ਆ ਜਾਂਦਾ। ਜੈਸਾ ਮੈਂ ਸੋਚਿਆ ਵੈਸਾ ਜੀਵਨ। ਉਹਨੂੰ ਕਹਿੰਦੇ ਨੇ ਮਨ ਮੂਰਖ ਕਾਹੇ ਬਿਲ ਲਾਈ ਹੈ, ਪੂਰਬ ਲਿਖੇ ਕਾ ਲਿਖਿਆ ਪਾਈ ਹੈ। ਓਏ ਮਨ, ਤੂੰ ਇਸ ਵੇਲੇ ਕਿਉਂ ਗਿਲੇ ਸ਼ਿਕਵੇ ਕਰਕੇ ਟੌਂਟ ਕਰ ਰਿਹਾ ਔਰ ਸਭ ਕੁਝ ਰੱਬ ਨੂੰ ਗਿਲੇ ਸ਼ਿਕਵੇ ਸ਼ਿਕਾਇਤਾਂ ਕਰ ਰਿਹਾ, ਆਸ-ਪਾਸ ਵੀ ਬਲੇਮ ਦੂਜਿਆਂ ਤੇ ਪਾ ਰਿਹਾ ਵੇ। ਤੂੰ ਜੈਸਾ ਸੋਚਿਆ ਸੀ ਪੂਰਬ ਲਿਖੇਗਾ, ਜੈਸੇ ਤੂੰ ਮਨ ਦੇ ਮੰਦੇ ਲੇਖੇ ਲਿਖੇ ਉਹਦੇ ਕਾਰਨ ਤੇਰਾ ਇਸ ਵੇਲੇ ਨੈਗੇਟਿਵ ਰਿਜ਼ਲਟ ਨਿਕਲ ਰਿਹਾ। ਇਹ ਜਿਹੜੀ ਪੰਕਤੀ ਹੈ ਇਹ ਪੰਕਤੀ ਪੋਜ਼ਿਟਿਵ ਰਿਜ਼ਲਟ ਬਾਰੇ ਹੈ ਕਿ ਮੈਂ ਤੁਹਾਡੇ ਇੱਥੇ ਨਾ ਆਇਆ ਹੂੰ। ਇਸੇ ਸ਼ਬਦ ਇਤਨਾ ਬਿਲਕੁਲ ਅਖੀਰ ਤੇ ਆਏਗਾ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਮਸਤਕ ਭਾਗ ਵੀ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਨਹੀਂ ਹੁੰਦਾ। 26 ਜਨਵਰੀ ਨੂੰ ਜਿਹੜੀ ਇਹ ਗਈ ਹੈ, ਅਸੀਂ ਹਾਊ ਟੂ ਰਾਈਟ ਅਵਰ ਓਨ ਡੈਸਟੀਨੀ, ਆਪਣੇ ਭਾਗ ਕਿਵੇਂ ਬਣਾਉਂਦੇ ਆ, ਉਹਦੇ ਤੇ ਸੈਮੀਨਾਰ ਕੀਤਾ ਸੀ। ਆਈ ਥਿੰਕ ਕੋਈ YouTube ਤੇ ਲੱਗ ਗਿਆ ਹੋਏਗਾ, ਨਹੀਂ ਤੇ ਅਸੀਂ ਉਹਨੂੰ ਡਿਟੇਲ ਵਿੱਚ ਲਗਾ ਦੇਾਂਗੇ। ਸੋ ਮਸਤਕ ਭਾਗ ਅਸੀਂ ਆਪ ਬਣਾਉਂਦੇ ਹਾਂ। ਭਾਗ ਬਣਾਉਣ ਦਾ ਮਤਲਬ ਕੀ ਹੈ? ਮੈਂ ਆਪਣੀ ਖੁਆਰੀ ਦੇਖੀ, ਉਹ ਯਾਰ ਮੈਂ ਤੇ ਦਿਨ ਰਾਤ ਅਪਸੈਟ ਰਹਿੰਦਾ, ਨਿੱਕੀ ਨਿੱਕੀ ਗੱਲ ਤੇ ਮੈਨੂੰ ਕ੍ਰੋਧ ਚੜਦਾ ਹੈ, ਇਸ ਤਰ੍ਹਾਂ ਮੇਰਾ ਜੀਵਨ ਕਦੋਂ ਤੱਕ ਰਹੇਗਾ। ਇਹ ਖੁਆਰੀ ਨੂੰ ਮਹਿਸੂਸ ਕਰਨਾ, ਮਹਿਸੂਸ ਕਰਨ ਸਾਰ ਮੈਂ ਧਰਮਖੰਡ ਵਿੱਚ ਆਇਆ और मैं आके डॉक्टर ਨੂੰ किया ज्ञान खंड का आंखों गरम, डॉक्टर साहब मेरे को बताओ ना मैं इससे कैसे छूटूंगा। ऐ ही भाग बनाने दी, चंगे भाग बनाने दी जर्नी शुरू हो गई। कबीर दी संसार को लीनी जिस मस्तक भाग, जेड़ा ए वाले पासे एफर्ट करदा है, बट एफर्ट्स हौमे वाले नहीं। एफर्ट्स पता लग रहा है कि हौमे चतराइयां नाल ते मैं दुखी होया सी, ਇੱਥੇ ਤਾਂ ਮੈਂ ਸੁਖੀ ਹੋਣ ਆਇਆ। ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ। ਸੋ ਮੈਂ ਇੱਥੇ ਨਾ ਆਪਣੀ ਮਨ ਕੀ ਮਤ ਤਿਆਗ ਕੇ ਤੁਹਾਡੀ ਮਤ ਲੈਣ ਆਇਆ ਜੀ। ਇਹਨੂੰ ਕਹਿੰਦੇ ਨੇ ਮਸਤਕ ਭਾਗ ਬਣਾਉਣਾ ਸ਼ੁਰੂ ਹੋ ਗਿਆ। ਔਰ ਜੋ ਮਸਤਕ ਭਾਗ ਬਣਾਉਂਦਾ ਹੈ ਉਹ ਜੈਸਾ ਦੱਸਦੇ ਨੇ ਵੈਸੇ ਕਰਮ ਕਮਾਉਂਦਾ ਹੈ, ਉਹਨੂੰ ਪੂਰਬ ਕਮਾਇਆ ਕਹਿੰਦੇ ਨੇ, ਪੂਰਬ ਕਰਮ ਕਹਿੰਦੇ ਨੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ। ਜਿਉਂ ਹੀ ਉਹ ਪੂਰਬ ਕਰਮ ਦੇ ਤੇਰੇ ਇੱਕ ਤਿਲ ਨਹੀਂ ਪੰਨੇ ਕਾਲੇ, ਉਹ ਪੂਰੇ ਨਿਯਮ ਪੂਰੇ ਹੁੰਦੇ ਨੇ, ਯੂ ਗੈਟ ਦਾ ਪੋਜ਼ਿਟਿਵ ਰਿਜ਼ਲਟਸ। ਸੋ ਮੈਂ ਨਾ ਤੁਹਾਡੀ ਗੱਲ ਸੁਣ ਕੇ ਤੁਹਾਡੇ ਵਾਲੇ ਰਾਸ ਮਾਰਗ ਤੇ ਆਇਆ, ਹੁਣ ਮੈਂ ਇਹਨੂੰ ਛੱਡਣਾ ਨਹੀਂ ਚਾਹਤਾ। ਇਹ ਕਹਿੰਦੇ ਨੇ ਪੂਰਬ ਜਨਮ ਹਮ ਤੁਮਰੇ ਸੇਵਕ। ਆਪਣੇ ਪਿਛਲੇ ਥਾਟ ਪ੍ਰੋਸੈਸ ਵਿੱਚ ਜਨਮ ਲੈਣ ਤੋਂ ਲੈ ਕੇ ਹੁਣ ਤੱਕ ਇਹਦੇ ਵਿੱਚ ਨਾ ਮੈਂ ਤੁਹਾਨੂੰ ਫੋਲੋ ਕੀਤਾ, ਹੁਣ ਮੈਂ ਮਾਰਗ ਛੱਡਣਾ ਨਹੀਂ ਚਾਹਤਾ। ਵੀਰ ਜੀ ਇਹ ਆਪਣੇ ਤੇ ਐਪਲੀਕੇਬਲ ਅਰਥ ਜੇ ਟੁਕਦੇ ਹਨ ਤਾਂ ਲੈ ਸਕਦੇ ਹੋ, ਵਰਨਾ ਮੈਂ ਤੁਹਾਡੇ ਨਾਲ ਜੋ ਮੈਨੂੰ ਸਮਝ ਆਇਆ ਉਹ ਮੈਂ ਸ਼ੇਅਰ ਕੀਤਾ। थैंक यू भूपिंदर वीर जी, बड़ी अच्छे तरीके नाल आप जी ने समझाना किया। अमर आनंद जी ने कुछ गल लिखी है कि शायद अमर आनंद जी मैं सिर्फ इन्ना रिप्लाई करना चाह रहा, माफी चाहते हैं अगर किसी वजह करके तुहानू हर्ट फील होया होवे ते। बिल्कुल साडी इंटेंशन ऐसी नहीं है कि असी किसी दे सवाल लईए ते किसी दे ना लईए। समय ਦੀ ਘਾਟ ਹੋਣ ਦੀ ਵਜ੍ਹਾ ਕਰਕੇ ਕਈ ਵਾਰੀ ਜ਼ਰੂਰ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਦਿਨਾਂ ਤੱਕ ਕਈਆਂ ਦੇ ਸਵਾਲ ਪੈਂਡਿੰਗ ਰਹਿ ਜਾਂਦੇ ਹਨ। ਆਪ ਜੀ ਨੇ ਅਜੇ ਤੱਕ ਕਦੀ ਵੀ ਆਪ ਜੀ ਨੇ ਆਪਣੀ ਵੀਡੀਓ ਔਨ ਨਹੀਂ ਕੀਤੀ, ਆਪ ਜੀ ਨੇ ਕਦੀ ਆਪਣਾ ਇੰਟਰੋਡਕਸ਼ਨ ਨਹੀਂ ਦਿੱਤਾ, ਤੇ ਥੋੜਾ ਜਿਹਾ ਸਾਨੂੰ ਧਿਆਨ ਵੀ ਰੱਖਣਾ ਹੁੰਦਾ ਹੈ ਕਿ ਕੋਈ ਕਿਧਰੇ ਫੇਕ ਆਈਡੀ ਤੋਂ ਤੇ ਨਹੀਂ ਗੱਲ ਕਰ ਰਿਹਾ, ਤੇ ਥੋੜਾ ਸਾਨੂੰ ਉਸ ਬਾਬਤ ਵੀ ਧਿਆਨ ਰੱਖਣ ਦੀ ਲੋੜ ਹੈ। ਆਪ ਜੀ ਪਲੀਜ਼ ਆਪਣੀ ਵੀਡੀਓ ਔਨ ਕਰਕੇ ਅਗਰ ਕੋਈ ਗੱਲ ਕਰਨਾ ਚਾਹ ਰਹੇ ਹੋ ਤੇ ਵੀਡੀਓ ਔਨ ਕਰਕੇ ਆਪ ਜੀ ਇੰਟਰੋਡਕਸ਼ਨ ਦੇ ਦਿਓ ਆਪਣੀ, ਜਿਹਦੇ ਨਾਲ ਪਰਿਵਾਰ ਦੇ ਪੂਰੀ ਤਰ੍ਹਾਂ ਤੋਂ ਮੈਂਬਰ ਬਣ ਕੇ ਅਸੀਂ ਗੱਲਬਾਤ ਕਰ ਸਕੀਏ। ਆਪ ਜੀ ਅਗਰ ਵੀਡੀਓ ਔਨ ਕਰਕੇ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਜੀ ਸਤਿ ਆਪ ਕਰ ਸਕਦੇ ਹੋ।
ਨਹੀਂ ਤੇ ਫਿਰ ਅਸੀਂ ਫੇਸਬੁੱਕ ਤੇ ਇੱਕ ਸਵਾਲ ਆਇਆ ਸੁਖਵਿੰਦਰ ਵੀਰ ਜੀ ਨੇ ਉਹਨਾਂ ਦਾ ਰਿਪਲਾਈ ਦੇਣਾ। ਜੀ ਵੀਰ ਜੀ ਜੇ- ਫੇਸਬੁੱਕ ਤੇ ਲੈ ਲਓ ਆਪ ਜੀ, ਵੀਰ ਜੀ ਪਰਮਿਸ਼ਨ ਨਹੀਂ ਦੇ ਰਹੇ, ਕੋਈ ਗੱਲ ਨਹੀਂ ਵੀਰ ਜੀ, ਫੇਸਬੁੱਕ ਤੇ ਆਇਆ ਹੈ ਠੀਕ ਔਰ ਹੈ। ਉਹਨਾਂ ਨੇ ਇਹ ਕੁਐਸਚਨ ਭੂਆ ਜੀ ਨੂੰ ਪੁੱਛਿਆ ਸੀਗਾ ਔਰ ਹੁਣੇ ਇੱਕ ਭੈਣ ਜੀ ਨੇ ਵੀ ਮੈਨੂੰ ਪਰਸਨਲ ਚੈਟ ਵਿੱਚ ਪਾਇਆ ਕਿ ਮੇਰਾ ਵੀ ਸੇਮ ਕੁਐਸਚਨ ਹੈਗਾ ਤੇ ਭੂਆ ਜੀ ਇਸ ਬਾਬਤ ਆਪ ਥੋੜੀ ਜਿਹੀ ਵਿਚਾਰ ਦੇਣਾ ਚਾਹੋਗੇ ਕਿ ਕਨਫਿਊਜ਼ਨ ਰਹਿੰਦੀ ਹੈ ਇਸ ਬਾਬਤ? ठीक है, पहले पुआ जी का विचार ले लेंगे फिर सुखविंदर वीर जी आप जी भी दिया जी इस बाबत विचार। जी तजिंदर जी सवाल आप जी रिपीट कर दो फिर। स्क्रीन ते ਵੀਰ ਜੀ स्क्रीन ਤੇ ਸ਼ੇਅਰਡ ਹੈਗੇ। हाँ आप जी बोल दोगे ना पुआ जी ਨੂੰ क्लियर हो जाएगा। ਭੂਆ ਜੀ ਤੁਹਾਡੀ ਆਡੀਓ ਔਨ ਹੈ हाँ जी, हाँ जी। तो आप जी ਨੂੰ ਕੁਐਸਚਨ ਸਕਰੀਨ ਤੇ ਸਮਝ ਆ ਰਹੇ ਜਾਂ वाला ਮੈਂ वाहिगुरु है हाँ जी, जस्ट रीड इट। बट की Yes. जो हो रहा है चाहे ਅਸੀਂ चेंज कम, प्लीज जस्ट रीड इट आउट। आई कांट। चाहे ਅਸੀਂ ਚੰਗਾ ਕੰਮ ਕਰੇ ਜਾਂ ਮੰਦਾ, ਉਹੀ ਕਰ ਰਿਹਾ ਹੈ ਜਾਂ ਨਹੀਂ। ਅਗਰ ਨਹੀਂ ਤੇ ਸਭ ਤੋਂ ਉਹ ਅਗਰ ਨਹੀਂ ਤੇ ਉਸ ਵਾਹਿਗੁਰੂ ਦਾ ਹੋਲਡ ਕਿੰਨਾ ਕੁ ਹੈ। ਮਤਲਬ ਕਿ ਜੋ ਕੰਮ ਕਰਵਾ ਰਿਹਾ ਹੈ ਉਹ ਮਾੜਾ ਵੀ ਉਹੀ ਕਰਾ ਰਿਹਾ ਹੈ ਜਾਂ ਨਹੀਂ। ਅਗਰ ਨਹੀਂ ਤਾਂ ਸਭ ਤੇ ਉਸ ਵਾਹਿਗੁਰੂ ਦਾ ਹੋਲਡ ਕਿੱਦਾਂ, ਪਕੜ ਕਿੱਦਾਂ। ਜੇ ਨਹੀਂ ਕਰਵਾ ਰਿਹਾ ਚੰਗਾ ਮਾੜਾ ਫਿਰ ਉਹ ਸਾਰਿਆਂ ਤੇ ਹੋਲਡ ਕਿੱਦਾਂ ਹੈ। ਮਤਲਬ ਆਹ ਸਵਾਲ ਹੈ ਜੀ। ਦੇਖੋ ਪਹਿਲੇ ਤੇ ਸਾਨੂੰ ਇਹ ਸਮਝਣਾ ਪਏਗਾ ਕਿ ਹੈ ਉਹਦਾ ਹੋਲਡ, ਪਰ ਹੋਲਡ ਕਿੰਜ ਹੈਗਾ ਕਿ ਹੀ ਇਜ਼ ਅ एनर्जी, यू कैन से ही ਉਹ ਇੱਕ law unto itself, ਇੱਕ concept ਹੈਗਾ, ਇੱਕ law ਹੈਗਾ। ਹੁਣ ਉਹਦੇ law ਹੀ ਵਾਹਿਗੁਰੂ ਹੈ। law equals to God। ਹੁਣ ਅਗਰ ਉਸ law ਦੇ ਵਿੱਚ ਹੈ ਕਿ ਬਈ ਅਗਰ ਤੁਸੀਂ ਅੱਛਾ ਕੰਮ ਕਰਦੇ ਹੋ ਤੁਹਾਨੂੰ ਅੱਛਾ ਫਲ ਮਿਲਦਾ ਹੈ, ਬੁਰਾ ਕੰਮ ਕਰਦੇ ਹੋ ਤੁਹਾਨੂੰ ਬੁਰਾ ਕੰਮ ਦਾ ਤੁਹਾਨੂੰ ਨੁਕਸਾਨ ਹੋਏਗਾ, ਤੁਹਾਨੂੰ ਦੁੱਖ ਮਿਲੇਗਾ, ਇਹ ਵੀ law ਹੈ। ये दोनों जो लॉ है कि अच्छा करोगे तो अच्छा मिलेगा, बुरा करोगे तो बुरा मिलेगा, ये लॉ है दोनों। ये दोनों लॉ इक्वल्स टू गॉड, दोनों दे हाथ विच है। अगर तू बुरा करेगा तो तेनू बुरा ही मिलेगा, बिकॉज ही इज द लॉ अनटू इटसेल्फ। ये नहीं कि तू बुरा कीता ते तेनू अच्छा मिलेगा, ये भी डोरी उसके हाथ विच ही है। तू बोले कि मैं बुरा काम करा ते मैनू कोई अच्छा मिलेगा, नॉट पॉसिबल, बिकॉज गॉड इक्वल्स टू लॉ। यह समझना बहुत जरूरी है। अच्छा कम करेगा तो तनु दा फल अच्छा मिलेगा, ये भी उसका लॉ है। दोनों लॉज है और ये दोनों लॉज ही इक्वल टू गॉड, तो दोनों उसके हाथ में है। तो बोले मैं गलत करा तो मैनू अच्छा फल मिल जाए, नो, दिस इज द लॉ। That's why we don't understand that God equals to law, ਅਸੀਂ ਭੁਲੇਖੇ ਵਿੱਚ ਰਵਾਂਗੇ। ਬਿਕੋਜ਼ ਪੂਰੀ ਸ੍ਰਿਸ਼ਟੀ ਸਾਡੇ ਅੰਦਰ ਦੀ ਬਾਹਰ ਦੀ ਪੂਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਤੇ ਕਹਿੰਦੇ ਨੇ ਕਰਮ ਕਰਾਵਨ ਹਰ ਸਭ ਕੁਝ ਕਰਨ ਵਾਲਾ ਉਹੀ ਹੈ। पर अगर ਅਸੀਂ ਇੱਕ ਸ਼ਰੀਰ ਲੈ ਕੇ ਚੱਲਾਂਗੇ ਤੇ ਅਗਰ ਖਾਲੀ ਗੁਣ ਲੈ ਕੇ ਚੱਲਾਂ, ਅਗਰ ਖਾਲੀ ਅਸੀਂ ਗੁਣ ਵੀ ਲੈ ਕੇ ਚੱਲਾਂਗੇ ਫਿਰ ਵੀ ਭੁਲੇਖੇ ਵਿੱਚ ਪਾਵਾਂਗੇ। we have to accept that God equals to law। law ਹੀ ਵਾਹਿਗੁਰੂ ਹੈ। ਅਗਰ ਫॉर एग्जांपल I give you a question ਕਿ ਭਾਈ ਤੁਸੀਂ ਜੋ ਤੂੰ ਕਰੇਗਾ ਤੈਨੂੰ ਹੋਈ ਹੀ ਮਿਲੇਗਾ। what you sow so shall you reap, this is the law, this is the law। ਹੁਣ ਉਸ law ਦੇ ਵਿੱਚ ਹੈ ਅੱਛਾ ਕरेंगे अच्छा मिलेगा, बुरा करेंगे बुरा मिलेगा, ये दोनों law है और दोनों law equals to God। दोनों डोरी उसके हाथ में है। तो बोले कि मैं बुरा काम करा तो मैं अच्छा फल मिल जाए, नॉट पॉसिबल, दैट्स द law, दैट इज वाहिगुरु। उसके हाथ में ये डोरी। you have to understand that God equals to law। नहीं तो भुलेखियां ਵਿੱਚ पैदा होंगे ਅਸੀਂ खाली गुण नहीं है, God equals to गुण plus the wisdom। What is the wisdom? Wisdom is the law unto itself। all these concepts ਇਹ ਜਿਹੜੇ ਵੀ ਅਸੀਂ ਲੋਕ ਪੜ੍ਹ ਰਹੇ ਸਿਧਾਂਤ, ਇਹ ਸਾਰਾ ਉਹੀ ਵਾਹਿਗੁਰੂ ਹੈ। I hope it is clear। ਧੰਨਵਾਦ ਪੁਆ ਜੀ। हाँ ਸੁਖਵਿੰਦਰ ਵੀਰ ਜੀ ਥੋੜੀ ਜੀ ਆਪ ਜੀ ਵੀ ਇਸ ਬਾਬਤ ਵਿਚਾਰ ਦਿਆ ਜੀ। ਵੀਰ ਜੀ ਭੂਆ ਜੀ ਨੇ ਬਹੁਤ ਅੱਛਾ ਬੋਲ ਦਿੱਤਾ। ਬਿਲਕੁਲ ਭੂਆ ਜੀ ਐਗਜ਼ੈਕਟ ਉਹੀ ਸੱਚ ਸਮਝਾ ਰਹੇ ਨੇ ਜੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਜੀ ਇਹੀ ਕਹਿੰਦੇ ਨੇ, ਅੱਜ ਆਪਾਂ ਪਹਿਲਾਂ ਵੀ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਲੇਖਾ ਲਿਖੀਏ ਮਨ ਕੈ ਭਾਏ। ਸਾਨੂੰ ਕੀ ਪ੍ਰਾਪਤ ਹੋਏਗਾ ਇਹ ਸਾਡੇ ਪਸੰਦ ਤੇ ਸਾਡੀ ਚੁਆਇਸ ਤੇ ਡਿਪੈਂਡ ਕਰਦਾ। ਉਹ ਇਹ ਕਾਨੂੰਨ ਵੀ ਕਿਸੇ ਨੇ ਬਣਾਇਆ,
ਇਹ ਵੀ ਉਸ ਗੋਡ ਨੇ ਬਣਾਇਆ। ਵੀ ਲੇਖਾ ਲਿਖੀ ਹੈ ਮਨ ਕੈ ਭਾਏ। ਤੁਸੀਂ ਕਹਿੰਦੇ ਜੋ ਮਨ ਪਸੰਦ ਕਰੇਗਾ ਉਸ ਨੂੰ ਉਹ ਪ੍ਰਾਪਤ ਹੋਏਗਾ। ਬੀਜੈ ਬਿਖ ਤੇ ਬਿਖ ਹੀ ਮਿਲੇਗਾ, ਅੰਮ੍ਰਿਤ ਮੰਗੇਗਾ ਨਹੀਂ ਪ੍ਰਾਪਤ ਹੋਏਗਾ। ਬੀਜੈ ਬਿਖ ਮੰਗੇ ਅੰਮ੍ਰਿਤ ਨਹੀਂ, ਇਹ ਨਹੀਂ ਹੋ ਸਕਦਾ, ਇਹ ਝੂਠਾ ਲਾ, ਇਹ ਸਤਿਗੁਰੂ ਜੀ ਦੇ ਘਰ ਦੀ ਗੱਲ ਨਹੀਂ ਹੈ। ਅੰਮ੍ਰਿਤ ਬੀਜਾਂਗੇ ਅੰਮ੍ਰਿਤ ਪ੍ਰਾਪਤ ਹੋਏਗਾ, ਪਰ ਅੰਮ੍ਰਿਤ ਦੇ ਨਾਲ ਬਿਖ ਨਹੀਂ ਰਹਿ ਸਕਦਾ। ਜਾਂ ਅੰਦਰ ਬਿਖ ਰਹਿ ਸਕਦਾ ਹੈ ਜਾਂ ਅੰਦਰ ਅੰਮ੍ਰਿਤ ਰਹਿ ਸਕਦਾ, ਜਾਂ ਅੰਦਰ ਨਾਮ ਰਹੇਗਾ ਜਾਂ ਅੰਦਰ ਹਉਮੈ ਰਹੇਗੀ। ਇਹ ਇੱਕ ਹੀ ਰਹਿ ਸਕਦਾ ਸਾਡੇ ਅੰਦਰ। ਇਹ ਲਾਅ ਕਿਸ ਨੇ ਬਣਾਇਆ? ਇਹ ਵੀ ਪ੍ਰਮਾਤਮਾ ਜੀ ਨੇ ਬਣਾਇਆ। ਪ੍ਰਮਾਤਮਾ ਨੇ ਖੁਦ ਬਣਾਇਆ ਹੈ ਕਿ ਲੇਖਾ ਲਿਖੀ ਹੈ, ਤੁਸੀਂ ਕੀ ਪ੍ਰਾਪਤ ਕਰੇਗਾ ਇਹ ਲੇਖਾ ਤੁਸੀਂ ਖੁਦ ਲਿਖਣਾ ਹੈ, ਤੁਹਾਡੇ ਹੱਥ ਵਿੱਚ ਹੈ। ਲੇਖਾ ਜੋ ਮਨ ਪਸੰਦ ਕਰੇਗਾ ਉਹ ਇਸ ਨੂੰ ਲੇਖਾ ਲਿਖੇਗਾ। ਮਨ ਸਤ ਪਾਏ ਭਗਤ ਗੋਬਿੰਦਾ, ਇਸ ਨੂੰ ਕਹਿੰਦੇ ਨੇ ਗੋਬਿੰਦ ਦੀ ਭਗਤੀ ਹੈ। ਮਨ ਸਤ ਪਾਏ, ਇਸ ਨੂੰ ਕਹਿੰਦੇ ਨੇ ਭਗਤ ਗੋਬਿੰਦਾ। ਅਗਰ ਅਸੀਂ ਸਤ ਨੂੰ ਪਸੰਦ ਕਰਦੇ ਹਾਂ, ਇਹਨੂੰ ਭਗਤੀ ਕਹਿੰਦੇ ਨੇ ਗੋਬਿੰਦ ਦੀ, ਇਹੀ ਗੋਬਿੰਦ ਹੈ। ਮਨ ਸਤ ਪਾਏ ਭਗਤ ਗੋਬਿੰਦਾ। ਅਦਰਵਾਈਜ਼ ਦੂਜੇ ਪਾਸੇ ਕਹਿੰਦੇ ਨੇ ਦੂਜੇ ਪਾਏ, ਕਹਿੰਦੇ ਨੇ ਬਹੁਤ ਘਰ ਗੱਲ ਏ, ਦੂਜੇ ਪਾਏ ਦੇ ਵਿੱਚ ਤਾਂ ਪਤਾ ਨਹੀਂ ਅੱਜ ਤੱਕ ਦੁਨੀਆ ਦੂਜੇ ਪਾਏ ਦੇ ਵਿੱਚ ਹੀ ਸਾੜਾ ਤੜਫ ਰਹੀ ਹੈ। ਬਿਨ ਨਾਵੇਂ ਹੀ ਸਭ ਦੁੱਖ ਹੈ, ਦੂਜੇ ਪਾਏ ਦੇ ਵਿੱਚ ਲੱਗ ਕੇ ਹੀ ਸਾਰੇ ਦੁੱਖ ਕਲੇਸ਼ ਨੇ, ਸਾਰੇ ਜਿਹੜੇ ਸਾਡੇ ਅੰਦਰ ਤ੍ਰਿਸ਼ਨਾਵਾਂ ਨੇ ਮੁਕਰੀਆਂ, ਡਰ ਨਹੀਂ ਖਤਮ ਹੋ ਰਹੇ, ਸਾਡੇ ਵੈਰ ਨਹੀਂ ਖਤਮ ਹੋ ਰਹੇ, ਸਾਡੇ ਅੰਦਰ ਔਗੁਣ ਨਹੀਂ ਖਤਮ ਹੋ ਰਹੇ, ਇਹ ਦੂਜੇ ਪਾਏ ਕਰਕੇ ਹੈ। ਇਸ ਨੂੰ ਕਹਿੰਦੇ ਨੇ ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ। ਅੰਦਰ ਸਾਡੇ ਅੰਦਰ ਸਤਿਗੁਰੂ ਜੀ ਖਸਮ ਬੈਠਾ ਹੈ, ਨਿਜ ਘਰ ਉਹਦਾ ਮਹਿਲ ਹੈ। ਅਸੀਂ ਨਿਜ ਘਰ ਮਹਿਲ ਨੂੰ ਪਹਿਲਾਂ ਤਾਂ ਅਸੀਂ ਇਹ ਮੰਨੀਏ ਨਾ ਕਿ ਸਾਡਾ ਖਸਮ ਸਾਡੇ ਅੰਦਰ ਵਸਿਆ ਹੋਇਆ। ਜਦੋਂ ਅਸੀਂ ਗੁਰਮਤੀ ਮਨ ਹਰਜੀ ਤੇਰੇ ਨਾਲ ਹੈ, ਸਾਨੂੰ ਇਸ ਗੁਰਬਾਣੀ ਦ੍ਰਿੜ ਕਰਵਾਉਂਦੀ ਹੈ। ਅਸੀਂ ਪਹਿਲਾਂ ਮੰਨੀਏ ਇਸ ਮਨ ਹਰਜੀ ਤੇਰੇ ਨਾਲ ਹੈ, ਫਿਰ ਅਸੀਂ ਉਹਦੇ ਦਰਬਾਰ ਦੇ ਅੰਦਰਲੇ ਦਰਬਾਰ ਤੇ ਟਿਕੇ ਰਵਾਂਗੇ, ਤਾਂ ਫਿਰ ਉਹਦੇ ਤੋਂ ਅਸੀਂ ਸੱਚ ਸੁਣ ਕੇ, ਮੰਨ ਕੇ, ਬੁੱਝ ਕੇ ਵਖਾਣ ਕਰਾਂਗੇ। ਇਸੇ ਨੂੰ ਕਹਿੰਦੇ ਨੇ ਮਹਿਲ ਬੁਲਾਈ ਹੈ। ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈ ਹੈ। ਉਹ ਅਸੀਂ ਉਹਦੇ ਮਹਿਲ ਦੀ ਸਾਨੂੰ ਪ੍ਰਾਪਤੀ ਹੋ ਜਾਏਗੀ। ਇਹ ਸਾਡੇ ਹੱਥ ਚੁਆਇਸ ਦਿੱਤੀ ਹੈ ਪ੍ਰਮਾਤਮਾ ਨੇ ਖੁਦ, ਕਿ ਤੂੰ ਜੋ ਪਸੰਦ ਕਰੇਗਾ, ਜੋ ਚੀਜ਼ ਤੇ ਤੂੰ ਮੰਗੇਗਾ ਤੈਨੂੰ ਉਹੀ ਪ੍ਰਾਪਤ ਹੋਏਗੀ। ਜੋ ਚੀਜ਼ ਤੂੰ ਪਸੰਦ ਕਰਦਾ ਫਿਰ ਤੈਨੂੰ ਉਹੀ ਸਤਿਗੁਰੂ ਸਾਨੂੰ ਦੱਸਣਗੇ ਉਸ ਚੀਜ਼ ਬਾਰੇ, ਤੂੰ ਉਹਨੂੰ ਸੁਣੇਗਾ, ਬਹੁਤ ਧਿਆਨ ਨਾਲ ਸੁਣੇਗਾ, ਉਸ ਨੂੰ ਮੰਨੇਗਾ, ਉਹਦੇ ਤੇ ਅਮਲ ਕਰੇਗਾ, ਤੈਨੂੰ ਉਹ ਚੀਜ਼ ਪ੍ਰਾਪਤ ਹੋ ਜਾਏਗੀ। ਹਾਂਜੀ।